ਬੰਦਾ ਤੇ ਉਦਾਂ ਵੇਸਲਾ ਜਿਹਾ ਹੋਇਆ ਬੈਠਾ ਹੁੰਦਾ ਕਿ ਕਰ ਲਾਂਗੇ ਜਿਹਨੂੰ ਥੋੜਾ ਦੱਸਦੇ ਨਾ ਕਿ ਵੀ ਸਮਾਂ ਤੇ ਤੋਂ ਘੱਟ ਹੈ ਤਾਂ ਫਿਰ ਥੋੜੀ ਜਿਹੀ ਭਾਜੀ ਬਣਦੀ ਉਹਦਾ ਤੇ ਬੰਦਾ ਸੁੱਤਾ। ਹਾਂ ਬਿਲਕੁਲ। ਉਹਦਾ ਕੋਈ ਜ਼ਰੂਰੀ ਥੋੜੀ ਕਹੀਂ ਕਿ ਇਹਨੂੰ ਅਪਸੈਟ ਕਰਨਾ ਚਾਹੁੰਦੇ ਆ ਜਾਂ ਕਿਸੇ ਨੂੰ ਅਸੀਂ ਕਹਿਣਾ ਚਾਹੁੰਦੇ ਕਿ ਵੀ ਤੂੰ ਡਰੋ। ਦੇਖੋ ਵੈਸੇ ਨਿੱਜਰ ਸਾਹਿਬ ਜਿਹੜਾ ਧਰਮ ਆ ਨਾ, ਜਿੱਦਾਂ ਮਤਲਬ ਧਰਮ ਤੇ ਸਾਨੂੰ ਮੁਕਤ ਕਰਦਾ। ਬਿਲਕੁਲ ਮੁਕਤ ਕਰਦਾ। ਬਿਲਕੁਲ ਧਰਮ ਦਾ ਮਤਲਬ ਹੀ ਹੈ ਵੀ ਜਿਹੜਾ ਆਪਾਂ ਨੂੰ ਜਿਹੜਾ ਹੈਗਾ ਆਪਾਂ ਕਾਹਦੇ ਵਾਸਤੇ ਆਏ ਆ। ਧਰਮ ਤਾਂ ਉਹੀ ਹੈਗਾ ਵੀ ਆਪਣਾ ਫਰਜ਼ ਕੀ ਹੈ ਦੁਨੀਆ ਦੇ ਵਿੱਚ। ਪ੍ਰਭਜੀਤ ਦਾ ਮਾਈਕ ਹੋ ਗਿਆ ਜੀ, ਕਰਤਾ ਜੀ। ਹਾਂਜੀ ਠੀਕ ਹੈ ਜੀ। ਤੇ ਹਾਂ ਇਹ ਨਿੱਜਰ ਸਾਹਿਬ ਧਰਮ ਤੇ ਆਪਾਂ ਨੂੰ ਬੇਸਿਕ ਚੀਜ਼ ਵਿਖਾਉਂਦਾ ਹੈ ਕਿ ਬਈ ਜੀਵਨ ਕੀ ਆ। ਉਹ ਇੱਕ ਨਿਯਮ ਆ, ਧੌਲ ਧਰਮ ਦਇਆ ਕਾ ਪੂਤ, ਦਇਆ ਦਾ ਪੋਤਿਓ। ਸੰਤੋਖ ਥਾਪ ਰੱਖਿਆ ਜਿਨ ਸੂਤ। ਹਾਂਜੀ ਸੰਤੋਖ ਥਾਪ ਰੱਖਿਆ ਜਿਨ ਸੂਤ। ਇਹ ਦਇਆ ਦਾ ਪੁੱਤ ਜਿਹੜਾ ਹੈ, ਸੰਤੋਖ ਰੱਖਾਂਗੇ ਤੇ ਇਹ ਦਇਆ ਦੇ ਪੁੱਤ ਤੋਂ ਫਾਇਦਾ ਲੈ ਲਾਂਗੇ ਆਪਾਂ। ਹਾਂ ਸੰਤੋਖ ਰੱਖਾਂਗੇ, ਸਬਰ ਤੇ ਸੰਤੋਖ। ਨਾਲੇ ਵੀ ਨਿੱਜਰ ਸਾਹਿਬ ਇਹ ਤੇ ਸੰਤੋਖ ਤੇ ਬੜੀ ਵੱਡੀ ਅਵਸਥਾ ਹੈ। ਇਹ ਜਦੋਂ ਤੁਹਾਨੂੰ ਪ੍ਰਾਪਤ ਹੋਣੀ ਹੈ ਨਾ। ਹਾਂਜੀ ਹਾਂਜੀ। ਰਿਕਾਰਡਿੰਗ ਚਾਲੂ ਕਰਦੀ ਤੁਸੀਂ? ਹਾਂਜੀ ਹਾਂਜੀ ਠੀਕ ਹੈ। ਸੰਤੋਖ ਤੇ ਨਿੱਜਰ ਸਾਹਿਬ ਇਹ ਤੇ ਬਹੁਤ ਉੱਚ ਅਵਸਥਾ ਹੈ, ਇਹਨੂੰ ਸਹਿਜ ਅਵਸਥਾ ਹੀ ਕਹਿ ਲਓ ਤੁਸੀਂ। ਉਹਦੇ ਚ ਪਤਾ ਕੀ ਹੋ ਜਾਣਾ ਹੈ, ਇਹ ਨਿੱਜਰ ਸਾਹਿਬ ਜਿਹੜਾ ਤੁਹਾਡਾ ਮਨ, ਬੁੱਧੀ, ਚਿੱਤ, ਹੰਕਾਰ, ਕਾਮ, ਕ੍ਰੋਧ, ਲੋਭ, ਮੋਹ, ਇਹ ਰਾਗ, ਦਵੈਸ਼, ਰਜੋ, ਤਮੋ, ਸਤੋ, ਇਹ ਜਿਹੜਾ ਭੂਤ ਕਾਲ, ਭਵਿੱਖ ਕਾਲ, ਵਰਤਮਾਨ ਕਾਲ, ਇਹ ਜੋ ਵੀ ਕੁਝ ਹੈਗਾ, ਜੋ ਵੀ A to Z ਹੈ ਨਾ, ਇਹ ਕੀ ਹੋ ਜਾਣਾ ਹੈ, ਬ੍ਰਹਮ ਚ ਲੀਨ ਹੋ ਜਾਣਾ। ਤੇ ਸੰਤੋਖ ਦਾ ਮਤਲਬ ਇਹ ਆ, ਇਹ ਸੰਤੋਖ ਤੁਹਾਨੂੰ ਉਹਨਾਂ ਚਿਰ ਤੱਕ ਨਹੀਂ ਮਿਲਦਾ ਜਦ ਤੱਕ ਤੁਹਾਨੂੰ ਨਿਰਵਚਲ ਸਮਾਧੀ ਚ ਨਹੀਂ ਜਾਂਦੀ। ਸੰਤੋਖ ਇੱਕ ਅਵਸਥਾ ਹੈ ਜਿਹਨੂੰ ਸਹਿਜ ਅਵਸਥਾ ਕਹਿ ਲਓ, ਜਿਹਨੂੰ ਅਤੁਰੀ ਅਵਸਥਾ ਕਹਿ ਲਓ। ਤੁਰੀ ਅਵਸਥਾ ਤੇ ਵੈਸੇ ਤੁਸੀਂ ਨੋਰਮਲੀ ਇਹ ਸਮਾਧੀ ਚ, ਨਿਰਵਚਲ ਸਮਾਧੀ ਚ ਅਨੁਭਵ ਕਰਦੇ ਜੋ। ਸੰਤੋਖ ਇੱਕ ਬਹੁਤ ਉੱਚੀ ਅਵਸਥਾ ਹੈ। ਉਹ ਜਿਹੜਾ ਅੰਦਰ ਸਾਡੇ ਅੰਦਰ ਪ੍ਰੋਸੈਸ ਆ, ਜਿਹੜਾ ਉਹ ਕਿਰਿਆ, ਉਹ ਜੋ ਵੀ ਆ, ਉਹਦਾ ਜੀਵ ਹੈਗਾ ਨਾ ਨਿੱਜਰ ਸਾਹਿਬ, ਉਹ ਨਦੀ ਜਿਹੜੀ ਆ, ਉਹ ਜਦੋਂ ਸਾਗਰ ਚ ਡਲ ਜਾਂਦੀ ਆ ਤੇ ਜਿੱਦਾਂ ਗਤੀਹੀਨ ਹੋ ਜਾਂਦੀ ਆ ਨਾ, ਤੇ ਆਪਣੇ ਰੂਪ ਨੂੰ ਗਵਾ ਲੈਂਦੀ ਉਹ। ਤੇ ਔਰ ਉਹ ਫਿਰ ਜਦੋਂ ਸਮੁੰਦਰ ਤੇ ਚਲ ਜਾਂਦੀ ਆ, ਫਿਰ ਜੋਤੀ ਜੋਤ ਚ ਰਲ ਜਾਂਦੀ ਆ, ਫਿਰ ਤਾਂ ਉਸ ਤੋਂ ਅੱਗੇ ਤੇ ਕੁਛ ਕਰਨਾ ਹੀ ਨਹੀਂ ਹੁੰਦਾ। ਉਹ ਤੇ ਬੜੀ ਮਤਲਬ ਮੈਂ ਇਹਨੂੰ ਕਹਿ ਸਕਦਾ ਵਾਂ, ਆਪ ਜਸਟ ਸੋਚੋ ਜਿਹੜੀ ਕਿਰਿਆ ਬੰਦ ਹੀ ਹੋ ਜਾਣੀ ਆ, ਉਹ ਉਸੇ ਲਈ ਉਹ ਸੱਚ ਚ ਤੇ ਆਨੰਦ ਹੀ ਹੋ ਜਾਂਦੀ ਆ। ਕਿਉਂਕਿ ਇਹ ਜਿਹੜਾ ਕੰਮ ਸੀ, ਜਿਹੜਾ ਸ਼ੁਰੂ ਕੀਤਾ ਸੀ ਆਪਾਂ, ਉਹ ਪੂਰਨ ਹੋ ਗਿਆ। ਹੁਣ ਉਸ ਤੋਂ ਕਿਤੇ ਜਾ ਹੀ ਨਹੀਂ ਨਾ ਸਕਦੇ, ਬ੍ਰਹਮ ਤੋਂ ਅੱਗੇ ਕਿੱਥੋਂ ਚੱਲ ਜਾਂਗੇ ਆਪਾਂ? ਉਹ ਤੇ ਆਖਰੀ ਆ। ਬਿਲਕੁਲ। ਜਿੱਦਾਂ ਨਦੀ ਆ, ਨਦੀ ਦੀ ਪਹੁੰਚ ਕੇਵਲ ਸਮੁੰਦਰ ਤੱਕ ਆ, ਸਮੁੰਦਰ ਤੱਕ ਥੋੜੀ ਜਾ ਸਕਦੀ ਉਹ। ਬਸ ਉੱਥੇ ਚੱਲ ਗਈ ਤੇ ਸ਼ਾਂਤ ਹੋ ਜਾਣਾ ਉਹਨੇ, ਉਹਦੀ ਜਿਹੜੀ ਗਤੀ ਰੁਕ ਜਾਣੀ ਹੈ, ਕਿਉਂਕਿ ਸਮੁੰਦਰ ਗਤੀਹੀਨ ਹੈ ਨਾ, ਆਪ ਤੇ ਬੈਠਾ ਹੋ ਸ਼ਾਂਤੀ ਨਾਲ। ਬਿਲਕੁਲ ਆਪ ਇਹੀ ਸ਼ਾਂਤ। ਅੱਛਾ ਕੱਲ ਦੀ ਜਿਹੜੀ ਕਥਾ ਵਾ ਉਹ ਨਿੱਜਰ ਸਾਹਿਬ ਕੈਸੀ ਸੀ? ਜੇ ਹੋਇਆਗਾ 2-4 ਮਿੰਟ ਤੇ ਆਪਾਂ ਨਜ਼ਰ ਮਾਰ ਲਈਏ ਉਹਤੇ ਵੀ। ਹਾਂਜੀ ਹਾਂਜੀ। ਕੀ ਜਿਹੜੀ ਕੱਲ ਦੀ ਕਥਾ ਕੀਤੀ ਆਪਾਂ, ਉਹ ਹੈ ਜੋ ਟੌਪਿਕ ਕੋਈ ਹੈਗਾ ਜੋ ਡਿਸਕਸ ਕਰਨ ਵਾਲਾ? ਜੇ ਆਪਾਂ ਅੱਜ ਤੇ ਜਾਂ ਸਿੱਧਾ ਆਪਾਂ ਗਾਂਹ ਤੁਰ ਪਈਏ? ਨਹੀਂ 2-4 ਮਿੰਟ ਜੇ ਹੈਗਾ ਤਾਂ ਅੱਗੇ ਚੱਲਦੇ ਆ ਆਪਾਂ। ਉਹ ਕੱਲ ਦੀ ਕਥਾ ਤਾਂ ਜਿਹੜੀ ਹੈਗੀ, ਉਹ ਸ਼ਲੋਕ ਲਏ ਸੀਗੇ ਤੇ ਉਹਦੇ ਨਾਲ ਕੀਰਤਨ ਖੋਲਿਆ ਸੀਗਾ ਆਪਾਂ ਨੇ। ਤੇ ਹਾਂ ਠੀਕ ਹੈ। ਕਿੰਨੇ ਅੰਗ ਤੇ ਜਾਣਾ ਆਪਾਂ ਨੇ ਜੀ? 1359 ਅੰਗ ਤੇ ਜਾਣਾ ਹੈ ਔਰ 55ਵਾਂ ਸ਼ਲੋਕ ਲੈਣਾ ਹੈ ਆਪਾਂ ਨੇ। ਅੱਛਾ 1300 ਠੀਕ ਹੈ, ਜਾਪ ਸ਼ੁਰੂ ਕਰੋ ਜੀ। 1359 ਹਾਂਜੀ। ਮਸਕੰਗ ਇਹਦੇ ਵਿੱਚ ਨਾ ਮਹਾਰਾਜ ਜਿਹੜੇ ਹੈਗੇ ਆਪਾਂ ਨੂੰ ਦੱਸ ਰਹੇ ਆ ਭਾਈ ਕਿ ਸੰਸਾਰ ਸਮੁੰਦਰ ਹੈਗਾ, ਇਹਦੇ ਵਿੱਚ ਮੋਹ ਦਾ ਚਿੱਕੜ ਹੈਗਾ, ਇਹਦੇ ਵਿੱਚ ਮੋਹ ਦਾ ਚਿੱਕੜ ਆ ਔਰ ਹਉਮੈ ਦਾ ਪਹਾੜ ਹੈਗਾ। ਇਹ ਸੰਸਾਰ ਸਮੁੰਦਰ ਤੋਂ ਮੋਹ ਦਾ ਚਿੱਕੜ ਹੈਗਾ, ਇਹਦੇ ਵਿੱਚ ਹਉਮੈ ਦਾ ਪਹਾੜ ਹੈਗਾ ਤੇ ਮਾਇਆ ਦਾ ਹਨੇਰਾ ਹੈਗਾ, ਸਵਾਦਾਂ ਦਾ, ਰਸਾਂ ਕਸਾਂ ਦਾ ਹਨੇਰਾ ਪਿਆ ਹੋਇਆ। ਇਹਦਾ ਹਨੇਰਾ ਆ, ਦਿਸਦਾ ਕੁਛ ਵੀ ਨਹੀਂ ਆਪਾਂ ਨੂੰ। ਫਿਰ ਇਹਨੂੰ ਕਿਵੇਂ ਤਰਨਾ ਹੈ ਸੰਸਾਰ ਸਮੁੰਦਰ ਨੂੰ? ਇਹ ਸ਼ਲੋਕ ਹੈ, ਛੋਟਾ ਜਿਹਾ ਸ਼ਲੋਕ ਹੈਗਾ, 3 ਲਾਈਨਾਂ ਦਾ ਸ਼ਲੋਕ ਹੈਗਾ ਔਰ ਗਿਆਨ ਦਾ ਭੰਡਾਰਾ ਹੈਗਾ, ਪੂਰਾ ਦਾ ਪੂਰਾ ਬ੍ਰਹਮ ਗਿਆਨ ਸਮੇਟਿਆ ਹੋਇਆ ਇਹਦੇ ਵਿੱਚ। ਪ੍ਰੋਬਲਮ ਵੀ ਲਈ ਆ, ਉਹਦਾ ਡਿਸਕਸ਼ਨ ਵੀ ਕੀਤਾ ਹੈ ਮਹਾਰਾਜ ਨੇ।
ਮਸਕੰਗ ਭਗਨੰਤ ਸੈਲੰਗ। ਮਸਕੰਗ ਕਹਿੰਦੇ ਆ ਮੱਛਰ, ਮੱਛਰ ਕਹਿ ਲੋ। ਬਿਲਕੁਲ ਜਿਹ 'ਚ ਕੋਈ ਜਿਹੜੇ ਤਾਣ ਨਹੀਂ, ਕੋਈ ਤਾਕਤ ਨਹੀਂ ਹੈ। ਮੱਛਰ ਦੀ ਕੀ ਤਾਕਤ ਹੈ? ਮਾੜ ਜਾ ਬੈਠਿਆ ਉਂਗਲ ਦੇ ਨਾਲ ਉਹ ਮੱਛਰ ਮਰ ਗਿਆ। ਮਸਕੰਗ ਭਗਨੰਤ ਸੈਲੰਗ ਕਹਿੰਦੇ ਮੱਛਰ ਜਿਹੜਾ ਪਹਾੜ ਨੂੰ ਜਿਹੜਾ ਹੈਗਾ ਤੋੜ ਦਿੰਦਾ ਹੈ। ਮੱਛਰ ਪਹਾੜ ਨੂੰ ਤੋੜ ਦਿੰਦਾ ਹੈ। ਪਹਾੜ ਨੂੰ ਮੱਛਰ ਕਿਵੇਂ ਤੋੜ ਦਿੰਦਾ ਭਾਈ? ਕਰਦਮ ਤਰੰਤ ਪਪੀਲ ਕਾ। ਕਰਦਮ ਕਹਿੰਦੇ ਆ ਤੇ ਪਪੀਲਕਾ, ਪਹਿਲਾਂ ਪਪੀਲਕਾ ਕਹਿੰਦੇ ਆ ਜਿਹੜੀ ਹੈਗੀ ਆ ਕੀੜੀ, ਨਿੱਕੀ ਜਿਹੀ ਕੀੜੀ। ਕੀੜੀ ਕਹਿੰਦੇ ਆ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਤਰ ਜਾਂਦੀ ਹੈ। ਚਿੱਕੜ ਹੋਏ, ਕਿੰਨਾ ਮਰਜੀ ਚਿੱਕੜ ਹੋਏ, ਚਿੱਕੜ ਦੇ ਉੱਤੋਂ ਤਰ ਜਾਏਗੀ ਕੀੜੀ। ਪਾਣੀ ਦੇ ਉੱਤੋਂ ਵੀ ਕੀੜੀ ਜਿਹੜੀ ਹੈਗੀ ਲੰਘ ਜਾਂਦੀ ਹੈ। ਪਾਣੀ ਦੇ ਉੱਤੋਂ ਵੀ ਕੀੜੀ ਲੰਘ ਜਾਂਦੀ ਹੈ, ਕਿਉਂਕਿ ਪਾਣੀ ਜਿਹੜਾ ਹੁੰਦਾ ਹੈ, ਚਿੱਕੜ ਜਿਹੜਾ ਹੁੰਦਾ ਹੈ, ਉਹਦੇ ਪਾਣੀ ਦਾ ਸਰਫੇਸ ਟੈਂਸ਼ਨ ਹੁੰਦਾ ਹੈ। ਜੇ ਸਾਇੰਸ ਦੇ ਹਿਸਾਬ ਨਾਲ ਦੇਖੀਏ ਤੇ ਸਰਫੇਸ ਟੈਂਸ਼ਨ ਹੈਗਾ ਉਹਦਾ, ਵਿਸਕਸਿਟੀ ਕਹਿੰਦੇ ਜਿਹਨੂੰ। ਕੀੜੀ ਇੰਨੀ ਪੋਲੀ ਹੁੰਦੀ ਆ ਉਹ ਕੀੜੀ ਜਿਹੜੀ ਹੈਗੀ, ਇੰਨੇ ਨਿਮਾਣ ਤੇ ਹੁੰਦੀ ਆ, ਪੋਲੇ ਉਹਦੇ ਜਿਹੜੇ ਹੈਗੇ ਪੈਰ ਜਿਹੜੇ ਆ ਪਾਣੀ ਟੱਚ ਹੀ ਨਹੀਂ ਕਰਦੀ। ਪਾਣੀ ਦੇ ਉੱਪਰ ਉਹਦੀ ਲੇਅਰ ਹੁੰਦੀ ਆ ਪਾਣੀ ਦੀ ਜਿਹੜੀ ਹੈ, ਉਹ ਲੇਅਰ ਦੇ ਨਾਲ ਹੀ ਜਿਹੜੀ ਹੈਗੀ ਉਹਦੇ ਉੱਤੇ ਹੀ ਤਰ ਜਾਂਦੀ ਹੈ। ਔਰ ਸੰਸਾਰ ਦਾ ਚਿੱਕੜ ਹੈਗਾ। ਮਸਕੰਗ ਭਗਨੰਤ ਸੈਲੰਗ ਕਰਦਮ ਤਰੰਤ ਪਪੀਲਕਾ। ਸਾਗਰੰਗ ਲਗੰਤ ਪਿੰਗੰਗ ਤਮ ਪ੍ਰਕਾਸ਼ ਅੰਧਕਾ। ਕਹਿੰਦੇ ਸੰਸਾਰ ਸਮੁੰਦਰ ਨੂੰ ਪਿੰਗਲਾ ਵੀ ਲੰਘ ਜਾਂਦਾ ਹੈ। ਪਿੰਗਲੇ ਆ ਆਪਾਂ ਪਾਏ, ਆਪਾਂ ਪਿੰਗਲੇ ਹੈਗੇ ਆ। ਨਾ ਅੱਖਾਂ ਹੈਗੇ ਨਾ ਪੈਰ ਹੈਗੇ ਆਪਣੇ। ਕਹਿੰਦੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦੇ ਆ ਭਾਈ, ਜੇ ਤੁਸੀਂ ਆਹ ਜਿਹੜੇ ਹੈਗੇ ਮੱਛਰ ਤੋਂ ਗੁਣ ਲੈ ਲਓ, ਕੀੜੀ ਤੋਂ ਗੁਣ ਲੈ ਲਓ। ਜੇ ਮੱਛਰ ਤੇ ਕੀੜੀ ਵਾਲੇ ਗੁਣ ਤੁਹਾਡੇ ਅੰਦਰ ਆ ਜਾਣ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦੇ ਹੋ। ਸਾਗਰੰਗ ਲਗੰਤ ਪਿੰਗ ਕੈ ਤਮ ਪ੍ਰਗਾਸ ਅੰਧ ਕੈ। ਅੰਧ ਕੈ ਅੰਨੇ, ਜਿਹੜੇ ਬਿਲਕੁਲ ਅੰਨੇ ਹੈਗੇ ਆਪਾਂ ਤੇ ਹਨੇਰੇ ਦੇ ਵਿੱਚ ਹੈਗੇ। ਤਮ ਕਹਿੰਦੇ ਹਨੇਰਾ, ਕਹਿੰਦੇ ਪ੍ਰਗਾਸ ਹੋ ਜਾਏਗਾ, ਰਸਤਾ ਪਤਾ ਲੱਗ ਜਾਏਗਾ। ਸਾਗਰ ਸਮੁੰਦਰ ਜਿਹੜਾ ਕਿਵੇਂ ਪਾਰ ਕਰਨਾ ਹੈ, ਇਹ ਪਿੰਗਲੇ ਜਿਹੜੇ ਹੈਗੇ ਆ, ਪੈਰ ਵੀ ਮਿਲ ਜਾਣਗੇ, ਅੱਖਾਂ ਵੀ ਮਿਲ ਜਾਣਗੀਆਂ। ਹੁਣ ਇਹਦੇ ਵਿੱਚ ਜਿਹੜਾ ਹੈਗਾ ਆਖਰੀ ਆ ਗਿਆ ਪਾਏ, ਨੁਕਤਾ ਦੇ ਰਹੇ ਮਹਾਰਾਜ। ਸਾਧ ਸੰਗੇਣ ਸਿਮਰੰਤ ਗੋਬਿੰਦ ਸਰਣ ਨਾਨਕ ਹਰ ਹਰ ਹਰੇ। ਤਿੰਨ ਚੀਜ਼ਾਂ ਦੱਸੀਆਂ ਇਹਦੇ ਵਿੱਚ। ਪਹਿਲਾਂ ਕਹਿੰਦੇ ਸਾਧ ਸੰਗੇਣ, ਸਾਧ ਸੰਗਤ ਕਰਨੀ ਪਊਗੀ, ਬ੍ਰਹਮ ਗਿਆਨੀਆਂ ਦੀ ਸੰਗਤ ਕਰਨੀ ਪਊਗੀ, ਉਹਨਾਂ ਦੀ ਮੱਤ ਲੈਣੀ ਪਊਗੀ, ਗੁਰਮਤ ਲੈਣੀ ਪਊਗੀ। ਸਿਮਰੰਤ ਗੋਬਿੰਦ, ਉਹਨਾਂ ਦੀ ਮੱਤ ਕੀ ਹੈ? ਕਹਿੰਦੇ ਸਿਮਰਨ ਕਰ, ਧਿਆਨ ਸਿਮਰਨ ਕਰ, ਅੰਦਰ ਵੜ ਆਪਣੇ, ਗੋਬਿੰਦ ਦਾ ਸਿਮਰਨ ਕਰ। ਦੂਸਰਾ ਨੁਕਤਾ, ਪਹਿਲਾਂ ਸਾਧ ਸੰਗਣ, ਫਿਰ ਜਿਹੜਾ ਹੈ ਸਿਮਰਨ ਕਰਨਾ। ਸਰਣ ਨਾਨਕ ਹਰ ਹਰ ਹਰੇ, ਉਹ ਮਾਲਕ ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹਿਣਾ, ਉਹਦੀ ਸ਼ਰਨ 'ਚ ਜਾਣਾ ਹੈ। ਮਾਲਕਾ ਮੇਰੇ ਕੋਲੋਂ ਕੁਛ ਨਹੀਂ ਹੁੰਦਾ, ਮੈਂ ਤੇਰੀ ਸ਼ਰਨ ਦੇ ਵਿੱਚ ਹੈਗਾ। ਬਾਪੂ ਮੈਨੂੰ ਨਹੀਂ ਪਤਾ, ਚੁੱਕ ਮੈਨੂੰ ਉੱਤੇ, ਗੋਦੀ ਚੁੱਕ, ਨਹੀਂ ਤੁਰਿਆ ਜਾਂਦਾ ਮੇਰੇ ਕੋਲ। ਹੁਣ ਆਪਾਂ ਵਾਪਸ ਉੱਪਰ ਆਈਏ। ਮਸਕੰਗ ਭਗਨੰਤ ਸੈਲੰਗ। ਹੁਣ ਮੱਛਰ ਦੀ ਗੱਲ ਨਹੀਂ ਹੋ ਰਹੀ, ਨਾ ਕੀੜੀ ਦੀ ਗੱਲ ਹੋ ਰਹੀ ਹੈ, ਇਹ ਹੋ ਰਹੀ ਹੈ ਸੰਸਾਰ ਸਮੁੰਦਰ ਤੋਂ ਲੰਘਣ ਦੀ। ਨੁਕਤਾ ਦੇ ਰਹੇ ਮਹਾਰਾਜ ਬਈ, ਨਤਾਣਾ ਹੋ ਜਾ, ਕਹਿ ਵੀ ਬਾਪੂ ਮੇਰੇ ਕੋਲੋਂ ਨਹੀਂ ਕੁਛ ਹੁੰਦਾ, ਮੈਂ ਨਹੀਂ ਕੁਛ ਕਰ ਸਕਦਾ, ਮੇਰੇ ਕੋਲ ਤਾਣ ਹੈ ਨਹੀਂ, ਮੇਰੇ ਕੋਲ ਤਾਕਤ ਹੈ ਨਹੀਂ। ਪਹਿਲਾ ਗੁਣ ਆ ਲੈ ਲਾ, ਮੱਛਰ ਤੋਂ ਲੈ ਲਾ ਇਹ ਗੁਣ, ਤਾਂ ਪਹਾੜ ਤੋੜ ਦੇਗਾ। ਪਹਾੜ ਕੀ ਹੈ? ਹੰਕਾਰ ਆਪਣਾ, ਹਉਮੈ। ਮਸਕੰਗ ਭਗਨੰਤ ਸੈਲੰਗ, ਕਹਿੰਦੇ ਪਹਾੜ ਨੂੰ ਤੋੜ ਦੇਗਾ ਭਾਈ, ਤੂੰ ਪਹਾੜ ਨੂੰ ਤੋੜ ਦੇਗਾ, ਇੰਨਾ ਪਹਾੜ ਜਿੰਨੀ ਹਉਮੈ ਹੈ ਤੇਰੇ ਅੰਦਰ। ਕਰਦਮ ਤਰੰਤ ਪਪੀਲ ਕਾ। ਚਿੱਕੜ ਜਿਹੜਾ ਹੈ ਵਿਸ਼ੇ ਵਿਕਾਰਾਂ ਦਾ ਚਿੱਕੜ ਹੈਗਾ। ਕਹਿੰਦੇ ਪਪੀਲ ਕਾ ਦੇਖ, ਕੀੜੀ ਨੂੰ ਦੇਖ, ਇਹ ਧਰਤੀ ਦੇ ਉੱਤੇ ਧਰਤੀ ਨਾਲ ਲੱਗ ਕੇ ਤੁਰਦੀ ਹੈ ਕੀੜੀ। ਮਜਾ ਲਿਆ ਕੀੜੀ ਧਰਤੀ ਤੋਂ ਉੱਪਰ ਉੱਠੇ,
ਕਹਿੰਦੇ ਹੋ ਜਾ, ਬਿਲਕੁਲ ਨਿਮਾਣਾ ਹੋ ਜਾ, ਬਿਲਕੁਲ ਨਿਮਾਣਾ ਹੋ ਜਾ। ਸਾਰਾ ਤੂਫਾਨ ਸਭ ਕੁਝ ਤੇਰੇ ਉੱਤੋਂ ਦੀ ਲੰਘ ਜਾਏਗਾ, ਜੋ ਕਾਲ ਨੇ ਪਾਇਆ, ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੁਆਸ਼ ਜਿਹੜਾ ਹੈਗਾ, ਮੋਹ ਸਾਰਾ ਜੋ ਵੀ ਹੈਗਾ, ਰਾਗ ਦੁਆਸ਼, ਸਾਰੇ ਦੇ ਸਾਰੇ ਉੱਪਰ ਦੀ ਚਲੇ ਜਾਣਗੇ। ਆ ਨੁਕਤੇ ਲੈਣੇ ਆ ਭਾਈ। ਮਸਕੰਗ ਭਗਨੰਤ ਸੈਲੰਗ ਕਰਦਮ ਤਰੰਤ ਪਪੀਲ ਕਾ ਸਾਗਰੰਗ ਲਗੰਤ ਪਿੰਗੰਗ ਤਮ ਪ੍ਰਗਾਸ ਅੰਧ ਕੈ ਸਾਧ ਸੰਗੇਣ ਸਿਮਰੰਤ ਗੋਬਿੰਦ शरण नानक हर हर हरे। हाँ जी गुरु साहब। हाँ जी ठीक है जी। ये ਜਿਹੜੀ ਪਹਿਲੀ ਤੁਕ ਚ ਲਿਖਿਆ ਵਾ ਕਿ ਮਤਲਬ ਕਹਿਣ ਤੋਂ ਭਾਵ ਹੈ ਕਿ ਜਿਹੜਾ ਇੱਕ ਕੀੜੀ ਆ, ਮੱਛਰ ਮਸਕੰਗ ਮਤਲਬ ਮੱਛਰ, ਮੱਛਰ ਹੈ ਜਿੱਦਾਂ ਪਾਣੀ ਤੇ ਬਹਿ ਜਾਂਦਾ, ਉਹ ਵੇਖੋ ਪਾਣੀ ਚ ਨਹੀਂ ਮੱਛਰ ਜਿਹੜਾ ਹੁੰਦਾ ਨਾ, ਮੱਛਰ ਦੀ ਕੋਈ ਤਾਕਤ ਨਹੀਂ ਹੁੰਦੀ। ਮੱਛਰ ਜਿਹੜਾ ਹੈਗਾ ਆਪਣਾ ਤਾਣ ਛੱਡ ਦਿੰਦਾ। ਮੱਛਰ ਦੀ ਕੀ ਤਾਕਤ ਹੈ? ਕਹਿੰਦੇ ਮੱਛਰ ਵਾਂਗੂ ਤੂੰ ਸੋਚ ਲੈ ਬਈ, ਆਪਣੇ ਕੋਲ ਹਉਮੈ ਹੈ ਨਾ, ਆਪਣਾ ਹੰਕਾਰ ਹੈਗਾ, ਇਹੀ ਤਾਂ ਆਪਾਂ ਨੂੰ ਜਿਹੜਾ ਹੈਗਾ ਨਹੀਂ ਰੱਬ ਦੇ ਪਾਸੇ ਤੁਰਨ ਦਿੰਦਾ। ਕਹਿੰਦੇ ਇਹਦੇ ਵਾਸਤੇ ਤੈਨੂੰ ਨਤਾਣਾ ਹੋਣਾ ਪਊਗਾ। ਮਾਲਕ ਦੀ ਸ਼ਰਨ ਲੈ ਵੀ, ਮੇਰੇ ਕੋਲ ਕੁਛ ਨਹੀਂ ਹੈ ਮਾਲਕਾ, ਮੇਰਾ ਕੋਈ ਸਾਧਨ ਨਹੀਂ, ਮੇਰੀ ਕੋਈ ਤਾਕਤ ਨਹੀਂ ਹੈਗੀ, ਬਸ ਆਹ ਚੀਜ਼। ਤੇ ਉਹ ਕੀੜੀ ਦੇ ਬਾਰੇ ਦੱਸਿਆ, ਉਹ ਕਹਿੰਦੇ ਬਿਲਕੁਲ ਡਾਊਨ ਟੂ ਦੀ ਅਰਥ ਚੱਲ ਜਾ, ਨਿਮਰਤਾ ਦੇ ਵਿੱਚ ਆ ਜਾ, ਕੀੜੀ ਵਾਂਗੂ ਹੋ ਜਾ, ਤੇ ਤੂੰ ਜਿਹੜਾ ਹੈਗਾ ਚਿੱਕੜ ਦੇ ਵਿੱਚ ਨਹੀਂ ਫਸੇਗਾ, ਮੋਹ ਚਿੱਕੜ ਦੇ ਵਿੱਚ। ਹਾਂਜੀ ਬਿਲਕੁਲ ਠੀਕ ਹੈ। ਉਹਨਾਂ ਨੇ ਦੋ ਚੀਜ਼ਾਂ ਵਰਤੀਆਂ ਨੇ, ਔਰ ਆਪ ਜੀ ਨੂੰ ਪਤਾ ਵੀ ਆ ਕਿ ਵੈਸੇ ਵੀ ਸ਼ੁਰੂ ਤੋਂ ਹੀ ਬਾਣੀ ਦੇਖੋ, ਨਿਰਗੁਣ ਬ੍ਰਹਮ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਜਦੋਂ ਸੰਸਾਰ ਤੋਂ ਤੈਰਨ ਦੀ ਗੱਲ ਕਰਦੇ ਹਾਂ, ਤੇ ਉੱਥੇ ਅਸ਼ਬਦ ਨਹੀਂ ਹੈਗੇ, ਉੱਥੇ ਸ਼ਬਦ ਨਹੀਂ ਹੈਗੇ, ਅਸ਼ਬਦ ਆ। ਤੇ ਉਹਦੇ ਲਈ ਪਤਾ ਕੀ ਹੁੰਦਾ ਵਾ ਕਿ ਭਾਸ਼ਾ ਦੀ ਇੱਕ ਲਿਮਿਟ ਹੁੰਦੀ ਆ, ਭਾਸ਼ਾ ਨੂੰ ਸੰਸਾਰਿਕ ਉਦਾਹਰਨ ਦੇ ਕੇ ਹੀ ਗੱਲ ਨੂੰ ਕਲੀਅਰ ਕਰਨਾ ਪੈਂਦਾ। ਬਿਲਕੁਲ। ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਤੇਰਾ ਚਿਹਰਾ ਚੰਦਰਮਾ ਵਰਗਾ ਖੂਬਸੂਰਤ ਹੈ। ਹੁਣ ਚੰਦਰਮਾ ਦੇ ਨਾਲ ਆਪਾਂ ਕੰਪੇਅਰ ਤੇ ਕਰਦੇ ਹਾਂ, ਪਰ ਚੰਦਰਮਾ ਤੇ ਇੱਕ ਜੜ ਹੈਗਾ ਔਰ ਇੱਕ ਕੁੜੀ ਦਾ ਚਿਹਰਾ ਹੋ ਰਿਹਾ, ਪਰ ਆਪਾਂ ਕਹਿੰਦੇ ਹਾਂ ਕਿ ਯਾਰ ਤੇਰਾ ਚਿਹਰਾ ਚੰਦਰਮਾ ਵਰਗਾ। ਕਹਿਣ ਤੋਂ ਭਾਵ ਆ ਕਿ ਕੇਵਲ ਸਮਝਾਉਣ ਦੇ ਲਈ ਉਹ ਚੀਜ਼ਾਂ ਵਰਤੀਆਂ ਹੁੰਦੀਆਂ ਨੇ। ਇੱਥੇ ਉਹਨਾਂ ਨੇ ਦੋ ਚੀਜ਼ਾਂ ਵਰਤੀਆਂ ਨੇ, ਇੱਕ ਕੀੜੀ ਵਰਤੀ ਆ ਤੇ ਇੱਕ ਮੱਛਰ ਵਰਤਿਆ। ਤੇ ਕੀੜੀ ਦਾ ਮਤਲਬ ਇਹ ਆ ਕਿ ਨਿਮਰਤਾ, ਬਿਲਕੁਲ ਹੀ ਇੱਕਦਮ ਛੋਟੀ ਜਿਹੀ ਕੀੜੀ ਬਣ ਜਾ। ਔਰ ਦੂਜੀ ਤਰਫ ਮੱਛਰ ਵੇਖ ਲਾ ਹੈ ਇੰਨਾ ਮਾੜਾ ਜਿਹਾ, ਤੁਸੀਂ ਉਹਨੂੰ ਮਲ ਸਕਦੇ ਜੋ ਹਨਾ ਉਂਗਲ ਦੇ ਨਾਲ, ਤੇ ਉਹ ਵੀ ਕਹਿੰਦੇ ਪਰ ਉੱਤੇ ਦੀ ਬਹਾਦਰੀ ਆ ਸਕਦੀ, ਉਹ ਪਹਾੜ ਨੂੰ ਪਾੜ ਸਕਦਾ ਹਨਾ। ਬਿਲਕੁਲ ਹਾਂ, ਨਿਤਾਣਾ ਹੋਵਾਂਗੇ ਤੇ ਨਿਤਾਣਾ ਹੋਵਾਂਗੇ ਤੇ ਆਪਾਂ ਪਹਾੜ ਤੋੜ ਦਾਂਗੇ ਹੰਕਾਰ ਦਾ। ਹਾਂ, ਤੇ ਇਹ ਜਿਹੜਾ ਜੀਵਨ ਰੂਪੀ ਹੈ, ਜਿਹੜਾ ਆਪਾਂ ਜਿਹੜਾ ਇੱਕ ਚੈਲੰਜ ਆ, ਆਪਾਂ ਜਸਟ ਇਹਨੂੰ ਚੈਲੰਜ ਲੈ ਕੇ ਚੱਲੀਏ ਤੇ ਜ਼ਿਆਦਾ ਵਧੀਆ ਰਹੂਗਾ। ਇਹ ਜਿਹੜੀ ਜੀਵਨ ਇੱਕ ਗੇਮ ਹੈ, ਕਹਿੰਦੇ ਮੇਰੇ ਕਰਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਕੋਈ ਨਾ ਮਤਲਬ ਕਿ A to Z ਹੀ ਜਿਹੜੇ ਹੈਗੇ ਨੇ ਬ੍ਰਹਮ ਦੇ ਵਿੱਚ। ਆਪ ਜਸਟ ਇੱਕ ਚੀਜ਼ ਨੂੰ ਨੋਟਿਸ ਕਰੋ, ਇਹ ਜੋ ਵੀ ਆ ਪ੍ਰਕਿਰਤੀ ਦੇਖਦੇ, ਜੋ ਆਪਾਂ ਜੋ ਵੀ ਕੁਝ ਦੇਖ ਰਹੇ ਹਾਂ ਨਾ, ਉਹਦੇ ਵਰਗੀ ਦੂਜੀ ਕਾਪੀ ਨਹੀਂ ਜੇ ਹੈਗੀ। ਉਹ ਹਰ ਇੱਕ ਨੇ ਆਪਣੇ ਆਪ ਨੂੰ ਉਸ ਤਰ੍ਹਾਂ ਦਾ ਹੀ ਬਣਾ ਲਿਆ ਪ੍ਰਕਿਰਤੀ ਦੇ ਵਿੱਚ। ਜੇ ਹੁਣ ਵੇਖੋ, ਹੁਣ ਹੈ ਤੇ ਆਪਾਂ ਸਾਰੇ ਇਨਸਾਨ ਹੀ ਆ। ਤੁਸੀਂ, ਮੈਂ ਵੀ ਬੰਦਾ, ਮੈਂ ਵੀ ਤੁਸੀਂ, ਜਿੰਨੇ ਕੁ ਫੰਕਸ਼ਨ ਮੇਰੇ ਚ ਲੱਗੇ ਉਹਨੇ ਤੁਹਾਡੇ ਸਾਰੇ ਚ ਲੱਗੇ, ਬਟ ਇਹਦੇ ਬਾਵਜੂਦ ਵੀ ਵੇਖੋ ਕਿਸੇ ਦੀ ਬੁੱਧੀ ਨਾਲ ਬੁੱਧੀ ਨਹੀਂ ਰਲਦੀ, ਕਿਸੇ ਦੀਆਂ ਅੱਖਾਂ ਨਾਲ ਅੱਖਾਂ ਨਹੀਂ ਰਲਦੀਆਂ, ਕਿਸੇ ਦੇ ਕੰਨਾਂ ਨਾਲ ਕੰਨ ਨਹੀਂ ਰਲਦੇ, ਕਿਸੇ ਦਾ ਰੂਪ ਨਾਲ ਰੂਪ ਨਹੀਂ ਰਲਦਾ। A to Z ਜਿਹੜਾ ਪ੍ਰਮਾਤਮਾ ਨੇ ਉਹਦੇ ਅੰਦਰ ਜਿਹੜਾ ਸਟਰਕਚਰ ਆ, ਉਹ ਮਤਲਬ ਯੂਨੀਕ ਹੈਗਾ, ਔਰ ਇਹ ਇੱਕ ਬੜੀ ਵੱਡੀ ਚੀਜ਼ ਆ। ਇਸੇ ਲਈ ਸਾਨੂੰ ਉਹੀ ਬਣਨਾ ਚਾਹੀਦਾ ਜੋ ਅਸੀਂ ਹੈਗੇ ਹਾਂ। ਮਤਲਬ ਸਾਨੂੰ ਆਪਣੇ ਆਪ ਦਾ ਤਿਆਗ ਨਹੀਂ ਕਰਨਾ ਚਾਹੀਦਾ। ਅਸੀਂ ਕਿਸੇ ਦੀ ਕਾਪੀ ਨਹੀਂ ਬਣ ਸਕਦੇ, ਚਾਹੇ ਉਹ ਧਾਰਮਿਕ ਬੰਦਾ ਹੀ ਹੋਵੇ, ਚਾਹੇ ਬ੍ਰਹਮ ਗਿਆਨੀ ਕਿਉਂ ਨਾ ਹੋਵੇ। ਉਹ ਜੋ ਬਣੇ ਹਨ, ਉਹ ਉਹਨਾਂ ਦੀ ਇੱਕ ਜਰਨੀ ਸੀ। ਅਸੀਂ ਜੋ ਬਣਨਾ ਹੈ ਉਹ ਇੱਕ ਸਾਡੀ ਆਪਣੀ ਜਰਨੀ ਹੈ। ਇਹ ਚੀਜ਼ ਨੂੰ ਹਮੇਸ਼ਾ ਹੀ ਆਪਾਂ ਯਾਦ ਰੱਖਣਾ, ਠੀਕ ਹੈ। ਤੇ ਹੁਣ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਆ ਕਿ ਜਿੱਦਾਂ ਇੱਕ ਜਿਹੜਾ ਹੰਕਾਰ ਆ, ਕਿਉਂਕਿ ਹੰਕਾਰ ਦੇ ਵਿੱਚ, ਹਉਮੈ ਦੇ ਵਿੱਚ ਹੀ ਇਹ ਸਾਰਾ ਜੀਵ ਜਿਹੜਾ ਹੈਗਾ ਨਾ ਆਪਣਾ ਜੀਵਨ ਬਤੀਤ ਕਰਦਾ। ਆਪਾਂ ਜੋ ਵੀ ਕੰਮ ਕਰਦੇ ਹਾਂ ਉਹਦੇ ਵਿੱਚ ਹਉਮੈ ਹੁੰਦੀ ਆ। ਆਪ ਜੀ ਦੇਖੋਗੇ ਤੇ ਉਹ ਤੁਹਾਨੂੰ ਪਤਾ ਲੱਗ ਜਾਏਗਾ। ਹਉਮੈ ਵੀ ਰਜੋਗੁਣੀ ਹੈ, ਤਮੋਗੁਣੀ ਹੈ, ਸਤੋਗੁਣੀ ਹੈ, ਔਰ ਉਹ ਹਰ ਕੋਈ ਬੰਦਾ ਬੱਝਿਆ ਹੋਇਆ ਹੈ। ਔਰ ਕਹਿੰਦੇ ਇਹ ਹਉਮੈ ਰੂਪੀ ਪਹਾੜ ਆ, ਉਹਨੂੰ ਤੋੜਨ ਦੇ ਲਈ ਤੁਹਾਡੇ ਅੰਦਰ ਸਮਰੱਥਾ ਪੈਦਾ ਹੋ ਜਾਵੇਗੀ। ਜਿੱਦਾਂ ਇੱਕ ਮੱਛਰ ਪਹਾੜ ਨੂੰ ਪਾੜ ਦੇ ਸਕਦਾ ਹੈ, ਉਸੇ ਹੀ ਤਰ੍ਹਾਂ ਜਿਹੜਾ ਇਹ ਹਉਮੈ ਰੂਪੀ ਪਹਾੜ ਆ,
ਉਹਦੇ ਨਾਲ ਲੜਨ ਵਾਸਤੇ ਵੀ ਜੀਵ ਦੇ ਅੰਦਰ ਸਮਰੱਥਾ ਪੈਦਾ ਹੋ ਜਾਵੇਗੀ। ਹਾਂਜੀ ਨਿੱਜਰ ਸਾਹਿਬ, ਠੀਕ ਹੈ ਜੀ? ਹਾਂਜੀ ਬਿਲਕੁਲ ਸਹੀ ਆ। ਆਪਾਂ ਨਿਤਾਣੇ ਹੋਵਾਂਗੇ ਤੇ ਆਪਾਂ ਹਉਮੈ ਨੂੰ ਤੋੜ ਸਕਦੇ ਆ, ਨਹੀਂ ਤਾਂ ਨਹੀਂ ਤੋੜ ਸਕਦੇ ਭਾਈ। ਹਾਂਜੀ, ਇਹ ਨਿੱਜਰ ਸਾਹਿਬ ਪਤਾ ਹਉਮੈ ਤੇ ਬਾਈ ਪ੍ਰੋਡਕਟ ਹੀ ਤੁਹਾਡੇ ਤੋਂ ਚੱਲ ਜਾਣੀ ਆ। ਜਦੋਂ ਤੁਸੀਂ ਸੁਰਤੀ ਨੂੰ ਨਾ, ਆਪਣੀ ਸੁਰਤੀ ਨੂੰ ਆਪਣੇ ਅੰਦਰ ਸਥਿਰ ਕਰ ਲਿਆ ਨਾ ਸਮਾਧੀ ਦੇ ਵਿੱਚ, ਉਹਦੇ ਨਾਲ ਆਟੋਮੈਟਿਕਲੀ ਹੀ ਤੁਹਾਡੇ ਅੰਦਰ ਗਰੀਬੀ ਆਉਣੀ ਹੈ, ਹਲੀਮੀ ਆਵੇਗੀ। ਬਿਲਕੁਲ ਬਾਈ ਪ੍ਰੋਡਕਟ ਆ ਉਹ, ਹਨਾ? ਜੇ ਆਪਣੇ ਚ ਹਲੀਮੀ ਨਹੀਂ ਆ ਰਹੀ ਨਾ ਨਿੱਜਰ ਸਾਹਿਬ, ਤੇ ਇਹਦਾ ਮਤਲਬ ਆਪਣੀ ਸਾਧਨਾ ਦੇ ਵਿੱਚ ਗੜਬੜ ਹੈ। ਬਿਲਕੁਲ, ਕਿਉਂਕਿ ਹੁਣ ਪਾਣੀ ਭਾਵੇਂ ਤੁਸੀਂ ਗਰਮ ਪਾਓ ਕਿਸੇ ਚੀਜ਼ ਤੇ, ਉਹਦਾ ਸੁਭਾਅ ਹੈਗਾ ਵਾ ਉਹਨੇ ਅੱਗ ਨੂੰ ਬੁਝਾ ਹੀ ਦੇਣਾ। ਕਿਉਂਕਿ ਉਹਦਾ ਨੇਚਰ ਹੀ ਏਦਾਂ ਦਾ ਵਾ ਕਿ ਉਹਨੇ ਅੱਗ ਨੂੰ ਬੁਝਾਉਣਾ ਹੀ ਆ। ਹੁਣ ਇਸੇ ਤਰ੍ਹਾਂ ਭਗਤੀ ਆ, ਜਦੋਂ ਆਪਾਂ ਭਗਤੀ ਜਾਣੇ ਅਣਜਾਣੇ ਚ ਕਰਦੇ ਆ, ਔਰ ਉਹਦਾ ਜਿਹੜੀ ਪ੍ਰਾਪਤੀ ਹੈਗੀ ਆ, ਉਹਦੀ ਪ੍ਰਾਪਤੀ ਇਹੋ ਹੀ ਆ ਕਿ ਸਭ ਤੋਂ ਪਹਿਲਾਂ ਉਹ ਸਾਡੇ ਅੰਦਰ ਜਿਹੜੀ ਫਾਲਸ ਆਇਡੈਂਟੀਟੀ ਆ, ਜਿਹੜੀ ਮਨ ਦੇ ਅੰਦਰ ਹਉਮੈ ਆ, ਉਸ ਨੂੰ ਫੜਦੀ ਉਹ ਸੂਖਮ ਆ ਉਹ। ਤੇ ਉਹ ਜਿਵੇਂ ਹੀ ਨਿੱਜਰ ਸਾਹਿਬ ਸਾਡੇ ਜੀਵਨ ਚ ਹਉਮੈ ਘਟਦੀ ਆ ਨਾ, ਤੇ ਸਾਡਾ ਜੀਵਨ ਨਾ ਸੁਲਝਣ ਲੱਗ ਜਾਂਦਾ। ਉਹ ਤਾਂ ਸੁਲਝ ਨਹੀਂ ਸਕਦੇ ਆਪਾਂ, ਕਿਉਂਕਿ ਜਦ ਤੱਕ ਆਪਾਂ ਕੀ ਕੀਤਾ ਵਾ ਕਿ ਹਉਮੈ ਦੇ ਨਾਲ ਆਪਣੇ ਜੀਵਨ ਨੂੰ ਨਾ ਟੰਗਿਆ ਹੋਇਆ ਹੈ। ਵੱਖੋ ਕਿਸਮ ਦੀਆਂ ਹਉਮੈ ਦੀਆਂ ਨਾ ਪਿੰਨਾਂ ਲਾਈਆਂ ਹੋਈਆਂ ਨੇ। ਇੱਕ ਧਾਗਾ ਵਾ ਜੀਵਨ ਰੂਪੀ, ਉਹ ਜੇ ਤੇ ਉਹ ਪਿੰਨਾਂ ਕੱਢ ਦਿੰਦੇ ਨਾ ਆਪਾਂ, ਤੇ ਜਿਹੜਾ ਧਾਗਾ, ਜਿਹੜਾ ਟੈਂਸ ਆ, ਜੀਵਨ ਆ, ਜਿਹੜਾ ਐਨ ਇੱਕਦਮ ਟਾਈਟ ਹੋਇਆ ਪਿਆ। ਕਿਉਂਕਿ ਅਸੀਂ ਕਿਸੇ ਨਾਲ ਗੱਲ ਵੀ ਕਰਦੇ ਆ, ਜਾਂ ਕਿਸੇ ਨਾਲ ਨਾਰਾਜ਼ਗੀ ਵੀ ਸਾਬਤ ਕਰਦੇ ਆ, ਜਾਂ ਘਰ 'ਚ ਵੀ ਆਪਾਂ ਰਹਿੰਦੇ ਆ, ਤੇ ਉਹਦੇ ਪਿੱਛੇ ਜਿਹੜਾ ਸਾਡੇ ਜੀਵਨ ਦਾ ਜਿਹੜਾ ਸਾਰਾ ਸਟਰਕਚਰ ਆ, ਜਿਹੜੀ ਬੁਨਿਆਦ ਹੈਗੀ ਆ, ਉਹਦੇ ਪਿੱਛੇ ਸਾਡੀ ਇੱਕ ਹਉਮੈ ਹੁੰਦੀ ਆ। ਬਿਲਕੁਲ ਸਹੀ ਗੱਲ ਆ। ਆਪਾਂ ਆਕੜ ਦਿਖਾਉਣੇ ਆ। ਹਾਂ, ਔਰ ਉਹ ਆਕੜ ਦੇ ਕਰਕੇ ਫਿਰ ਕੀ ਹੁੰਦਾ ਕਿ ਨਿੱਜਰ ਸਾਹਿਬ ਫਿਰ ਅਸੀਂ ਉਹ ਪਰਿਵਾਰ 'ਚ ਰਹਿੰਦੇ ਹੋਏ ਵੀ ਉਹਦਾ ਹਿੱਸਾ ਨਹੀਂ ਬਣ ਸਕਦੇ। ਕਿਉਂਕਿ ਅਸੀਂ ਸਾਡੇ ਅੰਦਰ ਉਹ ਹਉਮੈ ਹੈਗੀ ਆ, ਸੂਖਮ ਹਉਮੈ ਆ, ਉਹ ਸਾਨੂੰ ਰਲ ਨਹੀਂ ਦਿੰਦੀ। ਹਉਮੈ ਕੋਈ ਪਸੰਦ ਹੀ ਨਹੀਂ ਕਰਦਾ ਨਾ ਗੁਰਕੀ ਸਾਹਿਬ। ਹਉਮੈ ਤਾਂ ਕੋਈ ਦੁਸ਼ਮਣ ਵੀ ਪਸੰਦ ਨਹੀਂ ਕਰਦਾ, ਭਾਵੇਂ ਬੰਦਾ ਨੈਗੇਟਿਵ ਤੋਂ ਨੈਗੇਟਿਵ ਹੋਏ, ਜਿੰਨੀ ਮਰਜ਼ੀ ਹਉਮੈ ਹੋਏ, ਉਹ ਦੂਜੇ ਦੀ ਹਉਮੈ ਨਹੀਂ ਪਸੰਦ ਕਰੇਗਾ। ਔਰ ਨਾਲੇ ਹਉਮੈ ਦੀ ਇੱਕ ਇਹ ਵੀ ਪ੍ਰੋਬਲਮ ਹੈ ਨਿੱਜਰ, ਜਦੋਂ ਹਉਮੈ ਆ ਨਾ, ਇਹਦੇ ਅੰਦਰ ਹੀ ਤੇ ਇਲਾਜ, ਇਹ ਕਹਿੰਦੇ ਨਾ ਕਿ ਹਉਮੈ ਦੀ ਇੱਕ ਰੋਗ ਹੈ, ਦਾਰੂ ਵੀ ਇਨਮਾਹੀ। ਹਾਂਜੀ, ਦਾਰੂ ਵੀ ਇਸਮਾਹੀ। ਹਾਂਜੀ ਬਿਲਕੁਲ। ਹਾਂ, ਤੇ ਉਹਦੇ ਅੰਦਰ ਹੀ ਦਾਰੂ ਨਹੀਂ, ਉਹਦੇ ਅੰਦਰ ਨਹੀਂ ਗੁਰਕੀ ਸਾਹਿਬ, ਉਹਦੇ ਅੰਦਰ ਦਾਰੂ ਨਹੀਂ ਹੈਗਾ। ਦੇਖੋ, ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸਮਾਹੀ ਦਾ ਮਤਲਬ ਹੈ ਵੀ ਹਉਮੈ ਦਾ ਇਲਾਜ ਵੀ ਹੈਗਾ। ਇਹ ਦੀਰਘ ਰੋਗ ਹੈਗਾ ਵੀ ਲਾ ਇਲਾਜ ਨਹੀਂ ਹੈ। ਮਹਾਰਾਜ ਕਹਿੰਦੇ ਆ ਇਹਦਾ ਇਲਾਜ ਹੈਗਾ। ਕੀ ਇਲਾਜ ਹੈਗਾ? ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਆ ਇਲਾਜ ਹੈਗਾ ਇਹਦਾ। ਹਾਂ, ਤੇ ਜਿਹੜਾ ਹਉਮੈ ਦਾ ਇਲਾਜ ਜਿਹੜਾ ਪਿਆ, ਇਹ ਹਉਮੈ ਨੂੰ ਆਪਾਂ ਕੁਝ ਵੀ ਨਹੀਂ ਕਰ ਸਕਦੇ। ਹਾਂ, ਬਾਣੀ ਤੇ ਕਹਿ ਰਹੀ ਆ ਕਿ ਤੁਸੀਂ ਬੁਖਾਰ ਨੂੰ ਕੁਝ ਨਹੀਂ ਕਹਿਣਾ, ਤੁਸੀਂ ਹਨੇਰੇ ਨੂੰ ਕੁਝ ਨਹੀਂ ਕਹਿਣਾ। ਨਾਰਮਲੀ ਪਤਾ ਕੀ ਕਰਦੇ ਆ ਆਪਾਂ, ਤੁਸੀਂ ਸ਼ੁਰੂ ਤੋਂ ਹੀ ਤੁਹਾਨੂੰ ਇੱਕ ਚੀਜ਼ ਸਿਖਾਈ ਜਾਂਦੀ ਆ, ਕ੍ਰੋਧ ਨੂੰ ਮਾਰੋ, ਕਾਮ ਨੂੰ ਮਾਰੋ, ਲੋਭ ਨੂੰ ਮਾਰੋ, ਹੰਕਾਰ ਨੂੰ ਮਾਰੋ। ਇਹਨਾਂ ਨਾਲ ਆਪਾਂ ਲੜਨਾ ਨਹੀਂ ਆ। ਬਿਲਕੁਲ ਇਹ ਬਾਣੀ ਤੋਂ ਆਪਾਂ ਡਾਇਰੈਕਟਲੀ ਇਹਨਾਂ ਨਾਲ ਫਾਈਟ ਨਹੀਂ ਕਰ ਸਕਦੇ, ਕਿਉਂਕਿ ਉਹ ਤੇ ਹਨੇਰੇ ਹੈਗੇ ਨੇ। ਬਿਲਕੁਲ ਸਹੀ, ਬਹੁਤ ਵਧੀਆ ਗੁਰਕੀ ਸਾਹਿਬ। ਇਸੇ ਚੱਕਰ 'ਚ ਸਾਰੀ ਦੁਨੀਆ ਲੱਗੀ ਹੋਈ ਆ। ਬਿਲਕੁਲ ਲੱਗੀ ਹੋਈ। ਆਪ ਜੀ ਆਪਾਂ ਪਤਾ ਕੀ ਕਰਦੇ ਆ, ਆਪਾਂ ਛਦਾਈਆਂ ਵਾਂਗੂ ਪੱਖੇ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ। ਪੱਖਾ ਰੁਕਦਾ, ਉਹਦੇ ਰੁਕਦਾ ਹੀ। ਬਿਲਕੁਲ ਸਹੀ ਹੈ। ਹਾਂ, ਔਰ ਆਪਾਂ ਕਿਤੇ ਪਰ ਨੂੰ ਹੱਥ ਮਾਰਦੇ, ਕਿਤੇ ਉਂਗਲ 'ਚ ਸਾਡੇ ਸੱਟ ਲੱਗਦੀ ਆ, ਕਿਤੇ ਸਾਡੇ ਮੂੰਹ ਤੇ ਉਹ ਵੱਜਦਾ ਉਹਦਾ ਪਰ, ਤੇ ਉਹਦਾ ਸੌਖਾ ਜਿਹਾ ਤਰੀਕਾ ਉਹਦਾ ਸੁੱਚ ਬੰਦ ਕਰੋ। ਤੇ ਸੁੱਚ ਬੰਦ ਨਾਮ ਨੇ ਕਰਨਾ। ਬਿਲਕੁਲ, ਨਾਮ ਤੋਂ ਬਿਨਾ ਜਿਹੜਾ ਜੱਗ ਬਰਾਨਾ ਹੈਗਾ ਵਾ, ਉਹ ਜੇ ਬਰਾਨਾ ਉਹ ਇਸ ਕਰਕੇ ਆ ਕਿਉਂਕਿ ਪੱਖੇ ਦੇ ਨਾਲ ਲੜਦਾ ਪਿਆ, ਕੋਈ ਮੋਟਰ ਦੇ ਨਾਲ ਲੜੀ ਜਾਂਦੇ ਆ, ਪਰ ਉਹ ਮੋਟਰ ਨੇ ਬੰਦ ਨਹੀਂ ਹੋਣਾ ਜਿੰਨਾ ਚਿਰ ਤੱਕ ਮਗਰੋਂ ਸਪਲਾਈ ਆ ਰਹੀ ਆ। ਇਹ ਜਿਹੜੀ ਸਪਲਾਈ ਹੈ ਨਾ, ਉਹ ਸਪਲਾਈ ਹੈਗੀ ਸਾਡੇ ਅੰਦਰ ਪ੍ਰਾਣ ਊਰਜਾ। ਹੁਣ ਪਤਾ ਕਿਉਂ ਤੁਹਾਨੂੰ ਗੁੱਸਾ ਕਿਉਂ ਨਹੀਂ ਹੋਣਾ? ਉਹਦਾ ਕਾਰਨ ਹੈਗਾ ਕਿ ਜਦੋਂ ਆਪਾਂ ਨੂੰ ਗੁੱਸਾ ਆਉਂਦਾ ਨਾ, ਜਾਂ ਆਪਾਂ ਨੂੰ ਕਾਮ ਆ, ਕ੍ਰੋਧ ਆ, ਲੋਭ ਹੈ, ਮੋਹ ਹੈ, ਹੰਕਾਰ ਆ, ਸਾਡੀ ਥਾਟ ਪੈਟਰਨ ਹੈਗਾ ਇੱਕ ਸਾਡੀ ਜਿਹੜੀ ਵਿਚਾਰ ਦੀ ਸ਼ਕਤੀ ਨਿੱਜਰ ਸਾਹਿਬ ਇੱਕ ਫਿਕਸ ਹੈਗੀ ਆ। ਇਹਨੂੰ ਮੋਟਰ ਐਕਸ਼ਨ ਹੀ ਕਹਿ ਰਹੀ ਆਪਾਂ। ਕੋਈ ਵੀ ਆਪਾਂ ਕੰਮ ਕਰਦੇ ਆ ਨਾ, ਆਪਾਂ ਨੂੰ ਆਦਤ ਪੈ ਜਾਂਦੀ ਆ, ਔਰ ਆਪਾਂ ਉਸ ਨੂੰ ਉਸੇ ਹੀ ਤਰੀਕੇ ਨਾਲ ਕਰਦੇ ਆ, ਔਰ ਉਹਦੇ 'ਚ ਆਪਾਂ ਬਦਲਾਵ ਨਹੀਂ ਕਰਨਾ ਚਾਹੁੰਦੇ। ਖਾਸ ਕਰਕੇ ਤੁਸੀਂ ਕੋਈ ਵੀ ਸਿਚੁਏਸ਼ਨ ਪੈਦਾ ਹੋ ਗਈ ਨਾ, ਤੁਸੀਂ ਵੇਖਿਓ ਤੁਹਾਨੂੰ ਜਦੋਂ ਵੀ ਗੁੱਸਾ ਆਇਆ, ਆਪਾਂ ਗੁੱਸੇ ਨੂੰ ਫੜਦੇ, ਬਾਕੀ ਗੱਲਾਂ ਵੀ ਨਾਲ ਹੀ ਜੁੜਦੀਆਂ ਨੇ। ਤੁਹਾਡਾ ਸਭ ਤੋਂ ਪਹਿਲਾਂ ਕੀ ਹੋਣਾ ਹੈ, ਤੁਹਾਡੇ ਅੰਦਰ એનર્ਜੀ ਪੈਦਾ ਹੋਣੀ ਹੈ।
ਬਿਲਕੁਲ। ਤੇ એનર્ਜੀ ਨੇ ਪੈਦਾ ਹੋਣ ਤੋਂ ਬਾਅਦ ਕੀ ਕਰਨਾ ਕਿ ਤੁਹਾਡੇ ਸਾਹ ਤੇ ਕੰਟਰੋਲ ਕਰ ਲੈਣਾ। ਤੁਹਾਡਾ ਸਾਹ ਜਿਹੜਾ ਹੈ ਨਾ ਉਹ ਥੋੜਾ ਜਿਹਾ ਤੇਜ਼ ਹੋ ਜਾਣਾ, ਲੋੜ ਤੋਂ ਜ਼ਿਆਦਾ ਤੁਹਾਡੇ ਅੰਦਰ ਆਕਸੀਜਨ ਜਾਣ ਡੈ ਪੈਣੀ ਜਾਂ ਘੱਟ ਜਾਣ ਡੈ ਪੈਣੀ ਆ। ਤੁਹਾਡੀ ਸਾਹ ਦੇ ਵਿੱਚ ਜਿਹੜੀ ਹੈ ਨਾ ਕੁਝ ਹੋਣਾ ਵਾ, ਉਹਦੇ ਕਰਕੇ ਕੀ ਹੁੰਦਾ ਕਿ ਜਿਹੜਾ ਸਾਡੀ ਬੁੱਧੀ ਹੈ ਨਾ, ਦੇਖੋ ਬੁੱਧੀ ਨੇ ਕੰਮ ਕਰਨਾ ਨਹੀਂ ਉਦੋਂ, ਕਿਉਂਕਿ ਉਸ ਟਾਈਮ ਤੇ ਉਹ ਆਪ ਸੋਚ ਲਓ ਕਿ ਇੱਕ ਸ਼ਕਤੀ ਹੈ, એનર્ਜੀ ਆ, ਪਰ ਉਹਦੇ ਅੰਦਰ ਵਿਵੇਕ ਨਹੀਂ ਹੈਗਾ, ਉਹਦੇ ਚ ਗਿਆਨ ਨਹੀਂ ਹੈਗਾ, ਔਰ ਉਹਨੇ ਕਰਮ ਕਰ ਦੇਣਾ। 4-5 ਮਿੰਟ ਰਵੇ, ਅੱਧਾ ਘੰਟਾ ਰਵੇ, ਤੁਸੀਂ ਵੇਖੋਗੇ ਨਾ ਤੁਹਾਡਾ ਕਿਤੇ ਤੁਸੀਂ ਜਿੱਥੇ ਖੁਸ਼ ਹੁੰਦੇ ਜੋ, ਕਿਤੇ ਨੋਟਿਸ ਕੀਤਾ ਖੁਸ਼ ਹੋਏ ਜਾਂ ਤੁਹਾਨੂੰ ਗੁੱਸਾ ਚੜਿਆ ਤੇ ਤੁਹਾਡੇ ਅੰਦਰ ਜਿਹੜੀ ਹੈ ਨਾ, ਤੁਹਾਡੇ ਅੰਦਰ ਬਹੁਤ ਜ਼ਿਆਦਾ એનર્ਜੀ ਹੁੰਦੀ ਹੈ ਉਸ ਟਾਈਮ, ਬਹੁਤ ਜ਼ਿਆਦਾ। ਪੂਰਾ ਸਰੀਰ ਕ੍ਰੋਧ ਦੇ ਵਿੱਚ ਵੇਖੋ, ਤੁਹਾਡਾ ਪੂਰਾ ਸਰੀਰ ਇਨਵੋਲਵ ਹੋ ਜਾਂਦਾ ਹੈ, ਪੂਰਾ ਸਰੀਰ ਵਿੱਚ ਆ ਜਾਂਦਾ ਉਹ। ਇਹ ਇੰਨੀ ਪਾਵਰਫੁਲ એનર્ਜੀ ਆ ਕਿ ਇਹ ਨਹੀਂ ਕਿ ਸਰੀਰ ਦਾ ਕੋਈ ਹਿੱਸਾ ਵੇਖੋ, ਤੁਸੀਂ ਅੰਦਰੋਂ ਕੰਬ ਰਹੇ ਜੋ, ਅੰਦਰੋਂ ਤੁਹਾਨੂੰ ਗੁੱਸਾ ਚੜਿਆ ਹੈ ਨਾ, ਤੁਸੀਂ ਗੱਲ ਵੀ ਕਰ ਰਹੇ ਜੋ, ਪੂਰਾ ਸਰੀਰ ਤੁਹਾਡਾ ਅੰਦਰੋਂ ਕੰਪਨ ਦੇ ਵਿੱਚ ਆ, ਕਿ ਜਿੱਦਾਂ ਇੰਝ ਲੱਗਦਾ ਕਿ ਪਤਾ ਨਹੀਂ ਕਿੱਥੋਂ ਇੰਨਾ ਸਾਰੀ ਸ਼ਕਤੀ ਰਿਲੀਜ਼ ਹੋ ਗਈ ਔਰ ਤੁਹਾਡੇ ਕੋਲ ਕੰਟਰੋਲ ਹੀ ਨਹੀਂ ਹੋ ਰਿਹਾ। ਔਰ ਤੁਹਾਡੀ ਉਦੋਂ ਮਾਸਾ ਵੀ ਬੁੱਧੀ ਨਹੀਂ ਹੈਗੀ ਉਸ ਟਾਈਮ, ਤੁਸੀਂ ਆਪਣਾ ਚੰਗਾ ਆਪਣਾ ਬੁਰਾ ਨਹੀਂ ਦੇਖ ਸਕਦੇ। ਤੁਸੀਂ ਕੋਸ਼ਿਸ਼ ਕਰਕੇ ਵੇਖ ਲਓ, ਉਹ ਉੱਥੇ ਬੁੱਧੀ ਨਹੀਂ ਹੈਗੀ। ਜਿੱਥੇ ਬੁੱਧੀ ਨਹੀਂ ਹੈਗੀ ਉਹਨੇ ਕਰਮ ਕਰਨਾ ਵਾ ਬੰਦੇ ਨੇ, ਪਰ ਉਹ ਬੰਦੇ ਨੇ ਹਉਮੈ ਦੇ ਕਰਕੇ ਕਰਮ ਕਰਨਾ। ਉਹ ਹਉਮੈ ਦਾ ਮਤਲਬ ਉਹ ਸੱਚ ਨੂੰ ਨਹੀਂ ਵੇਖ ਰਿਹਾ ਬੰਦਾ, ਉਹ ਕੇਵਲ ਆਪਣੇ ਅੰਦਰ ਜਿਹੜਾ ਪਹਿਲਾਂ ਤੋਂ ਸਟੋਰ ਡਾਟਾ ਹੈ, ਜਿਹੜੇ ਸੰਸਕਾਰ ਹੈਗੇ ਆ, ਉਹਦੇ ਅਨੁਸਾਰ ਹੀ ਉਸਨੇ ਬੋਲਣਾ ਹੈ। ਉਹ ਤੁਹਾਡੀਆਂ ਗੱਲਾਂ ਵੇਖਿਓ, ਤੁਸੀਂ ਬਾਰ-ਬਾਰ ਕੇਵਲ ਉਹੀ ਗੱਲਾਂ ਕਰਨੀਆਂ ਨੇ। ਹੁਣ ਅਜੇ ਇੱਕ ਕੁੜੀ ਦਾ ਫੋਨ ਆਇਆ ਸੀ ਮੈਨੂੰ, ਉਹ ਕਹਿੰਦੀ ਕਿ ਤਾਂ ਮੇਰੇ ਘਰੇ ਸਿਚੁਏਸ਼ਨ ਆ ਗਈ ਤੇ ਕੁਝ ਪਹਿਲਾਂ ਮਤਲਬ ਗੈਸਟ, ਮੇਰੇ ਪਰਿਵਾਰ ਤੋਂ ਗੈਸਟ ਆਉਂਦੇ ਸੀ ਤੇ ਉਹ ਮੇਰੀ ਜਿਹੜੀ ਦਾਦੀ ਸੱਸ ਆ, ਉਹਨੇ ਕਿਹਾ ਕਿ ਏਦਾਂ ਕਰੋ ਕਿ ਤੁਸੀਂ ਰੋਟੀ ਬਣਾ ਲਓ ਤੁਹਾਡੇ ਆਪਣੇ ਫਾਦਰ ਸਾਹਿਬ ਦੇ ਲਈ, ਠੀਕ ਹੈ। ਚਲੋ ਇਹਨੇ ਕੁੜੀ ਨੇ ਰਿਪਲਾਈ ਪਤਾ ਕੀ ਕੀਤਾ ਹੈ, ਸਾਧਕ ਹੈ ਕੁੜੀ, 2-2.5 ਮਹੀਨੇ ਦੀ ਸਾਧਨਾ ਕਰਦੀ, ਔਰ ਉਹਨੇ ਰਿਪਲਾਈ ਇਹ ਕੀਤਾ ਕਿ ਤੁਸੀਂ ਤੇ ਰੋਟੀ ਦੇ ਨਾਲ ਚੰਗਾ ਨਾ ਖਵਾਓ, ਮਤਲਬ ਤੁਸੀਂ ਰੋਟੀ ਕਿਉਂਕਿ ਖਵਾ ਵੀ ਦਿੱਤੀ ਤੇ ਮੁੜ ਕੇ ਤੁਸੀਂ ਕਹਿਣਾ ਵਾ ਉਹ ਐ ਸੀ, ਏਦਾਂ ਕਰ ਗਿਆ ਸੀ, ਜਿੱਦਾਂ ਪੁਰਾਣੀਆਂ ਗੱਲਾਂ ਨੀਚੇ ਸਭ ਪੁਰਾਣੀਆਂ ਗੱਲਾਂ, ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਕਰਦੇ ਸੀ। ਤੇ ਹੁਣ ਅਗਲੀ ਨੂੰ ਗੁੱਸਾ ਚੜ ਗਿਆ, ਫਿਰ ਉਹਨੇ ਉਹ ਘਰੇ ਰੌਲਾ ਤੇ ਪੈਣਾ, ਡਿਸਪਿਊਟ ਪੈਣਾ ਸੀ ਕਿ ਮੈਂ ਤੇ ਭਲਾ ਕੀਤਾ, ਪਿਓ ਇਹਦਾ ਆਇਆ ਵਾ ਤੇ ਰੋਟੀ ਤੋਂ ਇਹਨੂੰ ਮੈਂ ਕਿਹਾ ਕਿ ਖਵਾ ਦੇ, ਉਹਨਾਂ ਨੂੰ ਰੋਟੀ ਖਵਾਓ, ਮਾਣ ਕਰੋ ਉਹਨਾਂ ਦਾ। ਪਰ ਇਸ ਟਾਈਮ ਤੇ ਇਹ ਕੁੜੀ ਨੇ ਕੀ ਕੀਤਾ ਕਿ ਭਾਵੇਂ ਸਾਲ ਦੇ ਕਿਹਾ, ਇਹਨੇ ਇੱਕ ਬਹੁਤ ਵੱਡੀ ਗਲਤੀ ਕਰ ਲਈ ਕਿ ਇਹਨੇ ਮੋਟਰ ਐਕਸ਼ਨ ਕੀਤਾ ਨਹੀਂ, ਜਿਹਾ ਪੁਰਾਣੀ ਗੱਲ ਨੂੰ ਚੁੱਕ ਕੇ ਲੈ ਆਂਦਾ ਵਿੱਚ, ਬਿਲਕੁਲ ਲੈ ਆਂਦਾ। ਔਰ ਹੁਣ ਮੈਨੂੰ ਕਹਿੰਦੀ ਹੁਣ ਕੀ ਹੋਊਗਾ, ਮੈਂ ਹੁਣ ਤੇ ਮੌਕਾ ਨਿਕਲ ਗਿਆ ਤੇਰੇ ਹੱਥੋਂ, ਮੈਂ ਹੁਣ ਕੁਛ ਨਹੀਂ ਹੋ ਸਕਦਾ, ਹੁਣ 2-2.5 ਮਹੀਨੇ ਤੱਕ ਰਹਿਣਾ ਹੋਗਾ। ਬਿਲਕੁਲ ਇਹ ਸਾਰੇ ਸ਼ਾਂਤ ਹੋਣਗੇ। ਹੁਣ ਮੈਂ ਹੁਣ ਤੂੰ ਕੁੜੀਏ, ਉਹਦਾ ਕੁਛ ਨਹੀਂ ਹੋ ਗਿਆ, ਮੈਂ ਉਹ ਕੰਮ ਕਰਕੇ ਖੇਲ ਗਿਆ। ਔਰ ਮੈਂ ਕਿਹਾ ਤੂੰ ਇਹ ਜਸਟ ਸੋਚ, ਜਿੱਥੇ ਤੇਰੀ ਇਹ ਸੋਚ ਸੀ ਕਿ ਉਹ ਗਲਤ ਹੈਗੇ ਨੇ, ਪਰ ਇੱਥੇ ਮੈਂ ਜਦੋਂ ਅਗਲਾ ਤੇ ਤੈਨੂੰ ਤਿੰਨ ਕਿਹਾ ਕਿ ਤੇਰੇ ਆਪਣੇ ਡੈਡੀ ਨੂੰ ਰੋਟੀ ਖਵਾ ਕੁੜੀਏ, ਰੋਟੀ ਬਣਾਓ, ਪਰ ਤੇਰੀ ਸੋਚ ਦੇ ਅੰਦਰ ਜਿਹੜਾ ਪਹਿਲਾ ਡਾਟਾ ਵੜਿਆ ਹੋਇਆ ਕਿ ਇਹ ਨੈਗੇਟਿਵ ਹੀ ਸੋਚਦੇ ਨੇ, ਇਹ ਰੋਟੀ ਖਵਾ ਵੀ ਦਊਂਗੀ ਤੇ ਨਾ ਮਾੜਾ ਹੀ ਕਹਿਣਾ, ਹੋ ਸਕਦਾ ਨਾ ਕਹਿੰਦੀ। ਪਰ ਇੱਥੇ ਆਪਾਂ ਨਿਜਤ, ਮੈਂ ਇਹਨਾਂ ਨੂੰ ਇਹੋ ਸਮਝਾਇਆ ਕਿ ਤੁਸੀਂ ਦੇਖੋ, ਤੁਸੀਂ 1 ਮਿੰਟ ਲਾਇਆ ਉਹ ਚੀਜ਼ ਨੂੰ, ਔਰ ਤੁਸੀਂ ਆਪ ਜਸਟ ਜਦ ਕਿ ਨਾਰਮਲੀ ਤੁਸੀਂ ਇਹ ਸੋਚਦੇ ਸੀ ਕਿ ਕਸੂਰ ਉਹਨਾਂ ਦਾ ਜ਼ਿਆਦਾ ਵਾ, ਪਰ ਮੈਂ ਇੱਥੇ ਵੇਖ ਇੱਥੇ ਕਿਹਦਾ ਕਸੂਰ ਹੈ। ਇਹ ਮੈਂ ਇਹ ਕੁਝ ਚੀਜ਼ਾਂ ਹੁੰਦੀਆਂ ਨੇ ਜ਼ਿੰਦਗੀ 'ਚ ਜਿਹੜੀਆਂ ਨੇ ਸਾਨੂੰ ਕਿਤਾਬਾਂ 'ਚ ਪੜ੍ਹਿਆ ਜਾਂ ਕਿਸੇ ਦੇ ਸਮਝਾਇਆ ਸਮਝ 'ਚ ਨਹੀਂ ਆਉਂਦੀਆਂ, ਉਹਨਾਂ ਨੂੰ ਸਾਨੂੰ ਆਪ ਵੇਖਣਾ ਪਊਗਾ, ਉਹਨਾਂ ਨੂੰ ਫੇਸ ਕਰਨਾ ਪਊਗਾ। ਜਦੋਂ ਇਹਦੇ ਸਾਹਮਣੇ ਜਾਵਾਂਗੇ, ਜਦੋਂ 2 ਭਲਵਾਨ ਘੁਲਦੇ ਨੇ ਉਦਾਂ ਹੀ ਘੁਲਣਾ ਪੈਣਾ। ਪਰ ਮੈਂ ਹੁਣ ਜਿਹੜਾ ਮੌਕਾ ਲੰਘ ਗਿਆ ਵਾ, ਹੁਣ ਸਮਾਂ ਆਊਗਾ ਇਹਨੇ ਸੈਟਲ ਡਾਊਨ ਹੋਣਾ ਵਾ। ਹੁਣ ਤੂੰ ਮਾਫੀ ਮੰਗੀ ਜਾ, ਜੋ ਮਰਜ਼ੀ ਕਰੀ ਜਾ, ਉਹ ਗੱਲ ਨਹੀਂ ਜੋ ਬਣਨੀ। ਹੁਣ ਤੀਰ ਤੇ ਨਿਕਲ ਗਿਆ। ਬਹੁਤ ਵਧੀਆ ਬੋਲ ਗਿਆ, ਬਹੁਤ ਦੇਖੋ, ਬਹੁਤ ਹੀ ਵਧੀਆ ਨੁਕਤਾ ਹੈਗਾ। ਜੇ ਸੰਗਤ ਹੈਗੀ ਦੇਖ ਲਓ, ਜਿੰਨਾ ਬਹੁਤ ਕਮਾਲ ਦਾ ਨੁਕਤਾ ਹੈਗਾ, ਪੱਲੇ ਬੰਨ ਲਈਏ ਘੁੱਟ ਕੇ ਆਪਾਂ। ਬਹੁਤ ਜੀਵਨ ਹੈਗਾ ਕੀਮਤੀ, ਤੇ ਇਹਨੂੰ ਯੂਜ਼ ਕਰਕੇ ਜਿਹੜਾ ਹੈਗਾ ਮਧੁਰ ਬਣ ਸਕਦਾ ਹੈ ਭਾਈ। ਤੇ ਵੇਖ ਲਓ ਸਾਧਕ ਹੀ, ਮੈਂ ਹੈਰਾਨ ਹੋ ਗਿਆ। ਮੈਂ 2-2.5 ਮਹੀਨੇ ਦੀ ਸਾਧਨਾ ਕਰਦੇ ਆਪਾਂ ਕਿੰਨੀ ਕਥਾ ਕੀਤੀ ਹੈ, ਕਿੰਨੀ ਵੀਰ ਜੀ ਮੈਨੂੰ ਪਤਾ ਹੀ ਨਹੀਂ ਲੱਗਾ ਉਦੋਂ। ਤੇ ਸੋ ਇਹ ਦੇਖੋ ਸਾਧ ਸੰਗਤ ਜੀ, ਇਹ ਗੱਲਾਂ ਹੁੰਦੀਆਂ ਨੇ ਕਿੰਨੀਆਂ ਪਾਵਰਫੁਲ ਆ। ਔਰ ਆਪਾਂ ਜਦੋਂ ਇਹ ਸੋਚਣ ਡੈ ਪੈਂਦੇ ਆ, ਜੇਕਰ ਅੱਗ ਲੱਗੀ ਹੈ ਨਾ, ਉਹਦੇ ਚ 2-4 ਦਿਨ
2-4%, 5%, 10%, 20% ਉਹਦੇ ਵਿੱਚ ਮੇਰਾ ਹਿੱਸਾ ਹੈਗਾ ਵਾ। ਬਿਲਕੁਲ। ਪਰ ਨਾਰਮਲੀ ਆਪਾਂ ਮੰਨਦੇ ਨਹੀਂ, ਆਪਾਂ ਕਹਿੰਦੇ ਸਾਰਾ ਹੀ % ਉਹਦਾ ਵਾ। ਇਹ ਇੱਥੇ ਤੇ ਪੰਗਾ। ਉਸ ਚੀਜ਼ ਨੂੰ, ਉਹ ਗੈਸ ਨੂੰ ਅੱਗ ਲਾਉਣ ਦੇ ਵਿੱਚ ਤੀਲੀ ਦਾ ਕੰਮ ਅਸੀਂ ਵੀ ਕੀਤਾ। ਕਿਉਂਕਿ ਗੋਰਖੀ ਸਾਹਿਬ ਇਸ ਤਰ੍ਹਾਂ ਨਾ, ਸੰਸਕਾਰ ਜਿਹੜੇ ਹੈ ਨਾ, ਆਪਣੇ ਸੰਸਕਾਰ ਜਿਹੜੇ ਹੈਗੇ ਉਹ ਮਿਟਦੇ ਨਹੀਂ ਹੈ ਇੰਨੀ ਜਲਦੀ। ਆਪਾਂ ਕੋਸ਼ਿਸ਼ ਕਰਦੇ ਹਾਂ ਵਾਪਸ, ਫਿਰ ਜਿਹੜਾ ਹੈ ਨੈਗੇਟਿਵਿਟੀ ਆ ਕੇ ਘੇਰ ਲੈਂਦੀ ਆ ਆਪਾਂ ਨੂੰ, ਫਿਰ ਬਚਣਾ ਹੈ ਆਪਾਂ ਨੇ ਉਸ ਜਗ੍ਹਾ ਤੋਂ। ਹਾਂਜੀ ਹਾਂ, ਉਹਦੇ ਲਈ ਕਹਿੰਦੇ ਧੀਰਜ ਕਰਕੇ ਸੁਨਿਆਰੇ ਵਾਂਗੂ ਕੰਮ ਕਰਨਾ ਪਊਗਾ। ਹਰ ਦਿਨ ਥੋੜੀ ਥੋੜੀ ਐਕਟੀਵਿਟੀ ਜਾਰੀ ਰੱਖੋ। ਔਰ ਇਹ ਸਿਚੁਏਸ਼ਨ ਤੁਹਾਡੇ ਜੀਵਨ 'ਚ ਵੀ ਆਉਣੀ ਆ। ਤੁਸੀਂ ਇਹ ਨਾ ਸੋਚੋ ਕਿ ਬੜਾ ਸਮੂਥ ਹੋ ਜਾਊਗਾ, ਭਗਤੀ ਕੀਤੀ ਤੇ ਸਾਰੇ ਸੌਖੀ ਸੁੱਖ ਹੋ ਜਾਣੇ। ਇਹ ਚੈਲੰਜ ਆਉਣੇ ਆ, ਪਰ ਚੈਲੰਜ ਏਦਾਂ ਹੋਣੇ ਆ ਜਿੱਦਾਂ ਇੱਕ ਲੱਕੜ ਦੀ ਗੱਲ ਸਮਝਾਈ ਸੀ ਕਿ ਆਰੇ 'ਚ ਟੇਢੀਆਂ ਬੇਢੀਆਂ ਲੱਕੜਾਂ ਹੋਣੀਆਂ ਨੇ, ਉਹਨੂੰ ਕਿੱਦਾਂ ਵੱਢਣਾ। ਬਿਲਕੁਲ। ਸਿਆਣਾ ਬੰਦਾ ਜਿਹੜਾ ਹੁੰਦਾ ਨਾ, ਕੰਪਲੇਂਟ ਘੱਟ ਕਰਦਾ, ਉਹ ਕੰਮ ਜ਼ਿਆਦਾ ਕਰਦਾ। ਤੇ ਜਿਹੜਾ ਬੰਦਾ ਵਿਵੇਕ ਤੋਂ ਕੰਮ ਲੈਣਾ। ਹਾਂ, ਵਿਵੇਕ ਤੋਂ ਆਪਾਂ ਤੇ ਵਿਵੇਕ ਤੋਂ ਬਿਨਾਂ ਤੇ ਵੈਸੇ ਵੀ ਜੀਵਨ ਬਤੀਤ ਨਹੀਂ ਕਰਨਾ ਚਾਹੀਦਾ। ਬਿਲਕੁਲ। ਤੁਸੀਂ ਆਪ ਜਸਟ ਸੋਚੋ, ਜਿਹੜੇ ਬੰਦੇ ਕੋਲ ਵਿਵੇਕ ਹੀ ਨਹੀਂ ਹੈਗਾ, ਉਹ ਬੰਦੇ ਦਾ ਕਦਾ ਜੀਵਨ ਹੈ? ਉਹ ਤੇ ਬੇਹੋਸ਼ ਹੈ। ਹੁਣ ਆਪਾਂ ਪਾਣੀ ਪੀਂਦੇ ਹਾਂ। ਹੁਣ ਮੈਂ ਕੱਲ ਦਾ ਮੈਂ ਜਗ੍ਹਾ ਤੇ ਡਾਟਾ ਪੜ੍ਹਦੇ ਆ, ਕਹਿੰਦੇ ਕਿ ਜਿਹੜਾ ਬੰਦਾ 3 ਲੀਟਰ ਪਾਣੀ ਪੀਂਦਾ ਨਾ, ਉਹ ਬੰਦੇ ਨੂੰ ਜੋੜਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਕਿਉਂ ਨਹੀਂ ਆਉਂਦੀ? ਕਿਉਂਕਿ ਇਹ ਨਿੱਜਾ ਸਾਹਿਬ ਕਹਿੰਦੇ ਕਿ ਪ੍ਰੋਟੀਨ ਸਾਡੇ ਜੋੜਾਂ 'ਚ ਜਾ ਕੇ ਬਹਿ ਜਾਂਦਾ, ਉਹਨੂੰ ਪਾਣੀ ਹੀ ਕਲੀਨ ਕਰ ਸਕਦਾ। ਪਰ ਕਿਡਨੀਆਂ ਤਾਂ ਹੀ ਕਰਨਗੇ ਜੇ ਪਾਣੀ ਪੀਣਗੇ। ਪੀਵਾਂਗੇ ਤੇ ਉਹ ਖੂਨ ਅੰਦਰ ਜਾਊਗਾ ਸਫਾਈ ਕਰ ਕਰਕੇ, ਤੇ ਉੱਥੇ ਪਤਾ ਨਹੀਂ ਕਿਤੇ ਕ੍ਰਿਸਟਲ ਜੇ ਜੰਮ ਜਾਂਦੇ ਆ। ਹੌਲੀ ਹੌਲੀ ਕਰਕੇ ਸਾਡੇ ਸਾਰੇ ਜੋੜ ਜਿਹੜੇ ਆਕੜ ਜਾਂਦੇ ਆ, ਮੁੜਦੀਆਂ ਨਹੀਂ ਲੱਤਾਂ, ਬਾਹਾਂ, ਉਂਗਲਾਂ। ਇਹਦਾ ਕਾਰਨ ਇਹੋ ਹੀ ਘੱਟ ਪਾਣੀ ਪੀਂਦੇ ਆ। ਜਿੱਦਾਂ ਮਾੜਾ ਜਿਹਾ ਨਿੰਬੂ ਪਾ ਲਿਆ ਵਿੱਚ, ਨਿੰਬੂ ਪਾ ਕੇ ਵਿੱਚ ਰੱਖੋ ਬੋਤਲ 'ਚ, ਉਹ ਪੀਣ ਦੇ ਨਾਲ ਉਹ ਕੀ ਹੁੰਦਾ ਕਿ ਸਾਡੀ ਹੌਲੀ ਹੌਲੀ ਆਪਣੀ ਬੋਡੀ ਕਲੀਨ ਹੋ ਜਾਂਦੀ ਹੈ। ਔਰ ਸਾਨੂੰ ਸਾਰਿਆਂ ਨੂੰ ਜਿਹੜਾ ਨਾ, ਆਪ ਜਿਹੜੇ ਮੋਢੇ ਦਰਦ ਜਾਂ ਗਰਦਨ ਦਰਦ, ਇਹਨਾਂ ਸ਼ਿਕਾਇਤਾਂ ਤੋਂ ਮੁਕਤੀ ਮਿਲ ਜਾਂਦੀ ਹੈ। ਜੇ 3 ਲੀਟਰ ਪਾਣੀ ਪੀਂਦੇ ਆ, ਉਹਦੇ ਵਿੱਚ ਥੋੜਾ ਜਿਹਾ ਨਿੰਬੂ ਪਾ ਕੇ, ਨਿੰਬੂ ਦਾ ਪਾਣੀ ਪਾ ਕੇ ਜਾਂ ਨਿੰਬੂ ਵਿੱਚ ਉਹਦਾ ਸੁੱਟ ਲਈਏ। ਗੱਲ ਤੇ ਨਿੱਜਾ ਸਾਹਿਬ ਪਤਾ ਕੀ ਆ, ਜੇਕਰ ਜਿੱਦਾਂ ਆਪਣੇ ਸਰੀਰ 'ਚ ਨੁਕਸ ਪੈਂਦਾ ਹੈ ਨਾ, ਉਸੇ ਹੀ ਤਰ੍ਹਾਂ ਸਾਡੀ ਬੁੱਧੀ 'ਚ ਵੀ ਨੁਕਸ ਪੈ ਜਾਂਦਾ। ਬਿਲਕੁਲ ਪੈ ਜਾਂਦਾ। ਔਰ ਉਹਦਾ ਕਾਰਨ ਹੁੰਦਾ ਸਾਡੀ ਸੰਗਤ। ਆਪਾਂ ਜਿੱਦਾਂ ਦੀ ਸੰਗਤ ਕਰਦੇ ਆ ਨਾ ਨਿੱਜਾ ਸਾਹਿਬ, ਉਸੇ ਹੀ ਕਿਸਮ ਦਾ ਸਾਡਾ ਜੀਵਨ ਬਣ ਜਾਣਾ ਹੈ। ਤੁਸੀਂ ਕਰਕੇ ਵੇਖ ਲਓ, ਕਿਸੇ ਦੀ ਵੀ ਸੰਗਤ, ਕਿਸੇ ਮਾੜੇ ਬੰਦੇ ਦੀ ਸੰਗਤ ਕਰੋ, ਉਹਨੇ ਤੁਹਾਡੇ ਅੰਦਰ ਕੀ ਕਰਨਾ, ਤੁਹਾਡੇ ਅੰਦਰ ਇਸ਼ਾਵਾਂ ਦੀਆਂ ਅੱਗਾਂ ਪੈਦਾ ਕਰ ਦੇਣੀਆਂ। ਉਹ ਕੋਈ ਬੰਦੇ ਸ਼ਾਂਤ ਹੈਗੇ ਨੇ, ਉਹਨਾਂ ਲਾਗੇ ਬਹੋਗੇ, ਉਹ ਤੁਹਾਨੂੰ ਸ਼ਾਂਤੀ ਮਿਲਣੀ ਹੈ, ਕਿਉਂਕਿ ਉਹਦੇ ਵਿਚਾਰਾਂ 'ਚ ਹੀ ਸਾਰਾ ਗੱਲਬਾਤ ਹੈ। ਉਹਦੇ ਵਿਚਾਰ ਤੁਹਾਨੂੰ, ਤੁਹਾਡੇ ਅੰਦਰ ਜਿਹੜੀ ਭਾਂਬੜ ਮਚੀ, ਉਹਨਾਂ ਨੂੰ ਸ਼ਾਂਤ ਕਰਨੇ ਆ। ਤੇ ਜਿਹੜੇ ਬੰਦੇ ਵਿਚਾਰ ਮਾੜੇ ਨੇ, ਉਹਨੇ ਕੀ ਕਰਨਾ, ਤੁਹਾਡੇ ਅੰਦਰ ਇੱਛਾ ਪ੍ਰਗਟ ਕਰ ਦੇਣੀ, ਹੋਰ ਇੱਛਾ ਕਰ ਦੇਣੀ। ਹਾਂਜੀ ਨਿੱਜਾ ਸਾਹਿਬ, ਅੱਗੇ ਬੋਲੀਏ। ਸਾਗਰੰਗ ਲਗੰਤ ਪਿੰਗੰ ਤਮ ਪ੍ਰਗਾਸ ਅੰਧ ਕੈ। ਕਹਿੰਦੇ ਸੰਸਾਰ ਸਮੁੰਦਰ ਜਿਹੜਾ ਹੈਗਾ, ਪਿੰਗਲਾ ਬੰਦਾ ਜਿਹੜਾ ਹੈਗਾ। ਆਪਾਂ ਆਏ ਆ ਦੁਨੀਆ ਦੇ ਵਿੱਚ, ਆਪਾਂ ਗਤੀ ਨਹੀਂ ਕਰ ਪਾ ਰਹੇ, ਆਪਾਂ ਤਾਂ ਰੱਬ ਵਾਲੇ ਪਾਸੇ ਜਾ ਹੀ ਨਹੀਂ ਰਹੇ ਬਿਲਕੁਲ ਵੀ। ਕਿਉਂਕਿ ਕਹਿੰਦੇ ਤੂੰ ਪਿੰਗਲਾ ਹੋ ਗਿਆ ਹੈ, ਤੂੰ ਹਨੇਰੇ ਦੇ ਵਿੱਚ ਹੈਗਾ। ਤਮ ਪ੍ਰਗਾਸ ਅੰਧ ਕੈ, ਕਹਿੰਦੇ ਪ੍ਰਗਾਸ ਆ ਜਾਊਗਾ ਤੇਰੇ ਹਨੇਰੇ ਦੇ ਵਿੱਚੋਂ। ਕਹਿੰਦੇ ਕੀ ਸਾਧ ਸੰਗੇਣ ਸਿਮਰੰਤ ਗੋਬਿੰਦ ਸਰਨ ਨਾਨਕ ਹਰ ਹਰ ਹਰੇ। ਕਹਿੰਦੇ ਸਾਧ ਸੰਗਤ ਕਰ, ਪਰਮਾਤਮਾ ਦਾ ਧਿਆਨ ਸਿਮਰਨ ਕਰ, ਗੋਬਿੰਦ ਦਾ, ਉਹਦੀ ਸ਼ਰਨ 'ਚ ਜਾ। ਇਸ ਤਰੀਕੇ ਦੇ ਨਾਲ, ਔਰ ਆ ਗੁਣ ਲੈ ਲਾ ਪਾਏ, ਮੱਛਰ ਵਰਗਾ ਨਾ ਨਤਾਣਾ ਹੋ ਜਾ, ਔਰ ਕੀੜੇ ਵਰਗਾ ਜਿਹੜਾ ਹੈਗਾ ਬਿਲਕੁਲ ਗਰੀਬੀ ਦੇ ਵਿੱਚ ਆ ਜਾ ਧਰਤੀ ਦੇ ਉੱਤੇ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਇੱਥੇ ਹੁਣ ਕਹਿ ਰਹੇ ਬਾਣੀ ਆਪਾਂ ਨੂੰ ਕਿ ਇਹ ਜਿਹੜਾ ਸਾਗਰ ਆ, ਇੱਥੋਂ ਹੁਣ ਪਿੰਗਲੇ ਆਪਾਂ ਪਤਾ ਕਿਉਂ ਹੋ ਜਾਂਦੇ ਆ, ਕਿਉਂਕਿ ਅਸੀਂ ਇੰਦਰੀਆਂ ਦੇ ਵਿੱਚ ਗ੍ਰਸਤ ਹੋ ਗਏ ਹਾਂ। ਇੰਦਰੀਆਂ ਦੇ ਵਿੱਚ ਨਿੱਜਰ ਸਾਹਿਬ ਜਿਹੜਾ ਬੰਦਾ ਗ੍ਰਸਤ ਹੋ ਜਾਂਦਾ ਨਾ, ਤੇ ਉਹਦਾ ਕੀ ਹੁੰਦਾ ਕਿ ਨਿੱਜਰ ਸਾਹਿਬ ਉਹਦੀ ਸੁਰਤੀ ਸੰਸਾਰ ਚੋਂ ਨਹੀਂ ਨਿਕਲਣੀ, ਉਹ ਚਿੱਕੜ 'ਚ ਫਸ ਜਾਣੀ। ਹੁਣ ਆਪ ਜੀ ਦੇਖੋ, ਆਪ ਜਸਟ ਸਾਰੇ ਆਪਣੇ ਜੀਵਨ ਨੂੰ ਨਜ਼ਰ ਮਾਰੋ। ਹੁਣ ਤੁਹਾਡੀ ਡਾਇਰੈਕਸ਼ਨ ਜਿਹੜੀ ਆ, ਤੁਸੀਂ ਜਸਟ ਆਪਣੇ ਜੀਵਨ ਨੂੰ 2 ਮਿੰਟ ਲਈ ਵੇਖੋ ਕਿ ਤੁਸੀਂ ਸੱਚੀ ਮੁਕਤ ਹੋ ਰਹੇ ਜੋ, ਜਾਂ ਬੰਧਨਾਂ 'ਚ ਵੱਜ ਰਹੇ ਜੋ। ਤੁਹਾਡੀਆਂ ਇੰਦਰੀਆਂ ਤਿਆਗ ਕਰ ਰਹੀਆਂ ਨੇ ਕਿ ਜਾਂ ਗ੍ਰਸਤ ਹੋ ਰਹੀਆਂ ਨੇ। ਜੇਕਰ ਗ੍ਰਸਤ ਹੋ ਰਹੀਆਂ ਨੇ, ਫਿਰ ਆਪਾਂ ਚਿੱਕੜ ਚਾਵਲ, ਚਿੱਕੜ ਨਹੀਂ ਹੈਗਾ ਜਿਹੜਾ ਆੜਾ ਕਹਿੰਦੇ ਆ, ਪਿੰਗਲਾ ਬਣ ਗਏ ਆ। ਮੋਹ ਦਾ ਚਿੱਕੜ। ਹਾਂ, ਮੋਹ ਦਾ ਚਿੱਕੜ। ਹਾਂ, ਮੋਹ ਦੇ ਚਿੱਕੜ 'ਚ ਫਸੇ ਆ। ਔਰ ਉਹ ਜਿਹੜੀ ਚੀਜ਼ ਸਾਨੂੰ ਬੰਨ ਕੇ ਬੈਠੀ ਆ, ਔਰ ਇਹ ਗਤੀ ਤੇ ਉਹਨਾਂ ਚਿਰ ਤੱਕ ਨਹੀਂ ਹੋਣੀ ਜਿੰਨਾ ਚਿਰ ਤੱਕ ਅਸੀਂ ਮੋਹ ਤੋਂ ਮੁਕਤ ਨਹੀਂ ਹੁੰਦੇ। ਇਹ ਚਿੱਕੜ ਜਿਹੜਾ ਸੰਸਾਰ ਹੈ, ਜਿਹੜਾ ਪਿੰਗਲਾ ਬੰਦਾ ਬਣ ਜਾਂਦਾ, ਬੰਦਾ ਤਾਂ ਚੰਗਾ ਭਲਾ ਵਾ, ਆਪਣੇ ਹੱਥਾਂ ਪੈਰਾਂ ਨੂੰ ਕੁਝ ਨਹੀਂ ਹੋਇਆ, ਪਰ ਅਸੀਂ ਮੋਹ ਦੇ ਚਿੱਕੜ 'ਚ ਫਸੇ ਆ, ਪਿੰਗਲੇ ਬਣ ਗਏ ਆ। ਕਿਉਂਕਿ
ਉਹਦੇ ਪਿੱਛੇ ਅਸੀਂ ਕੁਛ ਨਾ ਕੁਛ ਏਦਾਂ ਦੀ ਸਾਡੀਆਂ ਇਛਾਵਾਂ ਹੈਗੀਆਂ ਨੇ ਔਰ ਜਿਨ੍ਹਾਂ ਦੀ ਅਸੀਂ ਪੂਰਤੀ ਕਰਨਾ ਚਾਹੁੰਦੇ ਹਾਂ ਔਰ ਉਹਨਾਂ ਚੀਜ਼ਾਂ ਨੂੰ ਪੂਰੀ ਕਰਨ ਦੇ ਲਈ ਅਸੀਂ ਧਰਮ ਤੋਂ ਦੂਰ ਹੋ ਜਾਂਦੇ ਹਾਂ। ਸਭ ਤੋਂ ਪਹਿਲਾਂ ਆਪਾਂ ਧਰਮ ਪੁੱਟਦੇ ਹਾਂ। ਜਦੋਂ ਧਰਮ ਪੁੱਟਦਾ ਜ਼ਿੰਦਗੀ 'ਚ, ਫਿਰ ਤੁਹਾਡੀ ਜ਼ਿੰਦਗੀ 'ਚ ਰਿਦਮ ਨਹੀਂ ਹੈਗੀ। ਧਰਮ ਜਿਹੜਾ ਨਾ ਉਹ ਤੇ ਹੈਗਾ ਹੈ ਫਾਊਂਡੇਸ਼ਨ ਕੀ ਹੈ ਕਿ ਜਿਹੜੀ ਚੀਜ਼ ਮੇਰੀ ਨਹੀਂ ਹੈ ਉਹ ਮੈਂ ਚੁੱਕ ਲਈ, ਜਿਹੜੀ ਚੀਜ਼ ਮੇਰੀ ਨਹੀਂ ਹੈ ਮੈਂ ਉਹ ਚਾਹੁੰਦਾ ਵਾਂ ਇਸ ਤਰੀਕੇ ਨਾਲ, ਮਾੜੇ ਚੰਗੇ ਤਰੀਕੇ ਨਾਲ ਪ੍ਰਾਪਤ ਕਰਨਾ ਚਾਹੁੰਦਾ। ਮੈਂ ਆਪਣਾ ਕੰਮ ਨਹੀਂ ਕਰ ਰਿਹਾ, ਮੈਂ ਕੁਛ ਵੀ ਜਿਹੜਾ ਆਪਣੀ ਡਿਊਟੀ ਤੋਂ ਪਿੱਛੇ ਹੋ ਰਿਹਾ, ਸਮਝ ਲਓ ਕਿ ਮੈਂ ਧਰਮ ਤੋਂ ਦੂਰ ਹਾਂ। ਆਪ ਜਸਟ ਇੱਕ ਚੀਜ਼ ਸੋਚੋ, ਜਿਹੜੀ ਮੇਰੀ ਅਨੁਚਾਰ ਜੀ ਆਪਾਂ ਘਰ 'ਚ ਬੈਠੇ ਹਾਂ ਪੰਜ ਜੀ, ਤੇ ਨਾਰਮਲੀ ਹੁਣ ਪੰਜਾਂ ਦਾ ਹੀ ਕੰਮ ਫਰਜ਼ ਬਣਦਾ ਹੈ ਕੰਮ ਕਰਨਾ ਥੋੜਾ ਕਿਸੇ ਵੀ ਤਰੀਕੇ ਨਾਲ, ਚਾਹੇ ਉਹ ਘਰ ਦਾ ਹੀ ਕੰਮ ਕਰ ਰਿਹਾ ਹੈ। ਹੁਣ ਇੱਕ ਮੁੰਡਾ ਵਾ 25-26 ਸਾਲ ਦਾ ਵਾ, ਹੁਣ ਉਹ ਘਰੇ ਬੈਠਾ ਵਾ, ਖਾਂਦਾ ਪੀਂਦਾ ਰਹਿੰਦਾ ਵਾ, ਸਵੇਰ ਤੋਂ ਮੋਟਰਸਾਈਕਲ ਤੇ ਘੁੰਮਦਾ ਰਹਿੰਦਾ, ਵਾਰਾਗਰਦੀ ਕਰਦਾ ਰਹਿੰਦਾ ਵਾ, ਕੰਮ ਨਹੀਂ ਕਰਦਾ। ਪਰ ਉਹਦਾ ਕੰਮ ਘਰੇ ਤਾਂ ਕੋਈ ਤੇ ਕੀ ਕਰ ਰਿਹਾ ਨਿੱਜਰ ਸਾਹਿਬ, ਉਹ ਰਿਣੀ ਹੋ ਰਿਹਾ ਵਾ, ਉਹਦੇ ਤੇ ਕਰਜ਼ਾ ਚੜ ਰਿਹਾ। ਜੇਕਰ ਸੋਚਿਆ ਜਾਵੇ ਧਰਮ ਦੇ ਅਨੁਸਾਰ ਤੇ ਉਸ ਬੰਦੇ ਦੀ ਜਿਹੜੀ ਡਿਊਟੀ ਆ, ਉਹਦੀ ਇਹ ਡਿਊਟੀ ਬਣਦੀ ਆ ਕਿ ਉਹ ਘਰੇ ਆਪਣਾ ਪਾਰਟਿਸਿਪੇਟ ਕਰੇ, ਆਪਣੀ ਜ਼ਿੰਮੇਵਾਰੀ ਚੁੱਕੇ, ਆਪਣੇ ਕੁਝ ਵੀ ਆਪਣੀਆਂ ਡਿਊਟੀਆਂ ਉਹਦੀਆਂ ਹੋਣੀਆਂ ਚਾਹੀਦੀਆਂ ਕਿ ਇਹ ਸਰਟਨ ਕੰਮ ਬਈ ਤੂੰ ਕਰਨੇ ਆ। ਨਹੀਂ ਕਰਦਾ ਤੇ ਇਹਦਾ ਮਤਲਬ ਹੈ ਕਿ ਉਹਦੇ ਲਈ ਕੋਈ ਬੰਦਾ ਹੋਰ ਕੰਮ ਕਰ ਰਿਹਾ ਹੈ ਔਰ ਉਸ ਬੰਦੇ ਦੇ ਉੱਤੇ ਉਹਦਾ ਜੀਵਨ ਚੱਲ ਰਿਹਾ ਹੈ। ਧਰਮ ਆਪਾਂ ਨੂੰ ਇਹ ਸਿਖਾਉਂਦਾ ਹੈ ਕਿ ਆਪਣੀਆਂ ਡਿਊਟੀਆਂ ਨੂੰ ਸਮਝੀਏ, ਪਰ ਜਿਹੜਾ ਕਰਮ ਹੈਗਾ ਹੈ ਉਸ ਨੂੰ ਉਸ ਦੇ ਰੂਪ 'ਚ ਕੀਤਾ ਜਾਵੇ। ਪਰ ਧਰਮ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਰੇ ਕੰਮ ਸਹੀ ਕਰਦੇ ਤੇ ਤੁਸੀਂ ਮੁਕਤ ਹੋ ਗਏ। ਇਹ ਤੇ ਸਾਡੀ ਬੇਸਿਕ ਹੀ ਰਿਕੁਆਇਰਮੈਂਟ ਆ, ਇਹ ਫਾਊਂਡੇਸ਼ਨ ਹੈ ਬਿਲਡਿੰਗ ਦੀ। ਉਸ ਤੋਂ ਅੱਗੇ ਗਤੀ ਕਰਨੀ ਆ, ਪਰਮ ਜੀਵਨ ਜਿਹੜਾ ਪ੍ਰਾਪਤ ਕਰਨਾ ਵਾ ਉਹਦੇ ਲਈ ਭਗਤੀ ਕਰਨੀ ਪੈਣੀ ਆ। ਪਰ ਪਹਿਲੀ ਰਿਕੁਆਇਰਮੈਂਟ ਆਪਣੀ ਹੈ ਆਪਣੀਆਂ ਡਿਊਟੀਆਂ ਦੇ ਪ੍ਰਤੀ ਚੇਤਨ ਹੋਣਾ। ਹਾਂਜੀ ਨਿੱਜਰ ਸਾਹਿਬ। ਹੋਰ ਸਭ ਤੋਂ ਵੱਡਾ ਧਰਮ ਜਿਹੜਾ ਹੈਗਾ ਨਾ ਉਹ ਹੈਗਾ ਸਾਧ ਸੰਗੇਣ ਸਿਮਰੰਤ ਗੋਬਿੰਦ ਸਰਣ ਨਾਨਕ ਹਰ ਹਰ ਹਰੇ। ਇਹ ਸਭ ਤੋਂ ਵੱਡਾ ਧਰਮ ਹੈ ਪਾਏ। ਜਿਹੜਾ ਇਨਸਾਨ ਜਿਹੜਾ ਹੈਗਾ ਆਹ ਕੰਮ ਕਰ ਰਿਹਾ ਤੇ ਸਭ ਇਹਨੂੰ ਬਾਣੀ ਸਭ ਤੋਂ ਵੱਡਾ ਧਰਮ ਮੰਨਦੀ ਹੈ। ਦੇਖੋ ਦੋ ਜਗ੍ਹਾ ਤੇ ਆਉਂਦਾ ਹੈ, ਮੈਂ ਦੋਨੋਂ ਐਗਜ਼ਾਮਪਲ ਲੈ ਕੇ ਦੱਸਦਾ। ਇਹ ਜਿਹੜਾ ਹੈਗਾ ਦੋ ਜਗ੍ਹਾ ਤੇ ਆਇਆ ਹੈ ਧਰਮ ਦੇ ਬਾਰੇ, ਮਹਾਰਾਜ ਨੇ ਆਪ ਡਿਫਾਈਨ ਕੀਤਾ ਹੈ ਧਰਮ ਨੂੰ। ਇੱਕ ਆਉਂਦਾ ਸੁਖਮਨੀ ਸਾਹਿਬ ਦੇ ਵਿੱਚ, ਸੁਖਮਨੀ ਸਾਹਿਬ ਦੇ ਵਿੱਚ ਆਉਂਦਾ ਸਰਬ ਧਰਮ ਮੈਂ ਸ੍ਰੇਸ਼ਟ ਧਰਮ। ਕਹਿੰਦੇ ਸਾਰੇ ਧਰਮਾਂ ਤੋਂ ਸ੍ਰੇਸ਼ਟ ਧਰਮ ਪਾਈ ਆ ਲਓ, ਲੈ ਲਓ ਭਾਈ, ਸਭ ਤੋਂ ਸ੍ਰੇਸ਼ਟ ਧਰਮ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਕਿਹੜਾ? ਹਰ ਕੋ ਨਾਮ ਜਪ ਨਿਰਮਲ ਕਰਮ। ਕਹਿੰਦੇ ਪਰਮੇਸ਼ਰ ਦਾ ਨਾਮ ਜਪ, ਇਹ ਧਰਮ ਵੀ ਸ੍ਰੇਸ਼ਟ ਹੈਗਾ, ਨਾਲੇ ਨਿਰਮਲ ਕਰਮ ਵੀ ਹੈ। ਇਹ ਧਰਮ ਅਪਣਾ ਲੇਗਾ ਤੇ ਤੇਰੀ ਸਾਰੀ ਜਿਹੜੀ ਹੈਗੀ ਮੈਲ ਉਤਰ ਜਾਏਗੀ, ਨਿਰਮਲ ਹੋ ਜਾਏਗਾ ਤੂੰ ਇਹ ਕਰਮ ਕਰਨ ਦੇ ਨਾਲ। ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਰੀਆਂ ਕਿਰਿਆਵਾਂ ਤੋਂ ਉੱਤਮ ਕਿਰਿਆ ਕਿਹੜੀ ਹੈਗੀ? ਸਾਧ ਸੰਗ ਦੁਰਮਤ ਮਲ ਹਿਰਿਆ। ਫਿਰ ਸਾਧ ਸੰਗਤ ਕਰਨੀ ਤੇ ਭੈੜੀ ਮੱਤ ਨੂੰ ਦੂਰ ਕਰਨਾ। ਭੈੜੀ ਮੱਤ ਕਿਵੇਂ ਦੂਰ ਹੋਏਗੀ? ਸਾਧ ਸੰਗਤ ਕੀ ਹੈਗੀ? ਸਾਧ ਸੰਗਤ ਕਹਿੰਦੀ ਹੈ ਭਾਈ ਆਹ ਧਰਮ ਲੈ, ਹਰ ਕੋ ਨਾਮ ਜਪ ਨਿਰਮਲ ਕਰਮ। ਆਹ ਧਰਮ ਆਪਣਾ ਸਾਰਿਆਂ ਤੋਂ ਉੱਪਰ ਸ੍ਰੇਸ਼ਟ ਧਰਮ। ਸਗਲ ਉਦਮ ਮੈਂ ਉਦਮ ਭਲਾ, ਸਾਰੇ ਉਦਮਾਂ ਦੇ ਵਿੱਚ ਉਦਮ ਭਲਾ ਹੈ ਭਾਈ। ਉਦਮ ਕਰਨਾ ਪਊਗਾ ਆਪਾਂ ਨੂੰ ਔਰ ਭਲਾ ਉਦਮ ਕਰਨਾ ਪਊਗਾ। ਕੀ? ਹਰ ਕਾ ਨਾਮ ਜਪੋ, ਹਰ ਕਾ ਨਾਮ ਜਪੋ ਜੀ ਸਦਾ। ਕਹਿੰਦੇ ਜੀ ਦੇ ਨਾਲ ਪਰਮੇਸ਼ਰ ਦਾ ਨਾਮ ਜਪ, ਹਮੇਸ਼ਾ ਜਪ। ਇਹ ਉਦਮ ਹੈ ਭਾਈ। ਦੇਖ ਲਓ ਗੱਲ ਘੁੰਮ ਕੇ ਉੱਥੇ ਹੀ ਆ ਰਹੀ ਹੈ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ। ਕਹਿੰਦੇ ਸਾਰੀਆਂ ਚੀਜ਼ਾਂ ਜਿਹੜੀਆਂ ਬਾਣੀ ਲਿਖਿਆ ਹੋਇਆ, ਸਾਰੀਆਂ ਚੀਜ਼ਾਂ ਦੇ ਨਾਲ ਸਾਰੇ ਆਪਾਂ ਕੋਸ਼ਿਸ਼ ਕਰਦੇ ਹਾਂ। ਆਪਾਂ ਬਾਣੀ ਦਾ ਮਤਲਬ ਹੈ ਬਾਣੀ ਬੋਲੀ ਨਹੀਂ, ਬਾਣੀ ਦਾ ਮਤਲਬ ਬਈ ਜਿਹੜਾ ਹੈਗਾ ਬਣਨਾ। ਸਾਰੇ ਤਰੀਕੇ ਅਪਣਾ ਰਹੇ ਆਪਾਂ ਆਪਣੇ ਆਪ ਨੂੰ ਉੱਚਾ ਕਰਨ ਦੇ। ਕਹਿੰਦੇ ਉਹ ਅੰਮ੍ਰਿਤ ਵਾਲਾ ਤੇਰਾ ਜਿਹੜਾ ਅੰਮ੍ਰਿਤ ਬਣ ਜਾਏਗਾ, ਤੂੰ ਤੇਰੇ ਅੰਦਰ ਅੰਮ੍ਰਿਤ ਪੈਦਾ ਹੋ ਜਾਏਗਾ। ਕੀ ਕਰਨਾ ਪਊਗਾ? ਕਿਵੇਂ ਮਹਾਰਾਜ ਜੀ? ਹਰ ਕੋ ਜਸ ਸੁਨ ਰਸਨ ਬਖਾਨੀ। ਕਹਿੰਦੇ ਪਰਮੇਸ਼ਰ ਦੀ ਭਗਤੀ, ਨਾਮ ਨੂੰ ਸੁਣ ਲਾ ਤੇ ਜੀਭ ਦੇ ਨਾਲ ਬਖਾਣ ਲਾ, ਉਹਨੂੰ ਧਿਆਨ ਸਿਮਰਨ ਕਰ ਲਾ। ਇਹਦੇ ਨਾਲ ਜਿਹੜਾ ਅੰਮ੍ਰਿਤ ਪੈਦਾ ਹੋ ਜਾਏਗਾ ਤੇਰੇ ਅੰਦਰ। ਸਗਲ ਥਾਨ ਤੇ ਉਹ ਉੱਤਮ ਥਾਨ। ਸਾਰੇ ਸਥਾਨ ਜਿਹੜੇ ਦੁਨੀਆ ਦੇ ਵਿੱਚ ਹੈਗੇ ਸਭ ਤੋਂ ਉੱਤਮ ਸਥਾਨ ਹੈਗਾ ਪਾਏ ਕਿਹੜਾ? ਉਹ ਹਿਰਦਾ। ਨਾਨਕ ਜੇ ਘਟ ਵਸੈ ਹਰ ਨਾਮ। ਜਿਸ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਦਾ ਆ, ਸਭ ਤੋਂ ਉੱਤਮ ਜਗ੍ਹਾ ਹੈ ਉਹ ਭਾਈ। ਉਹ ਇਨਸਾਨ ਸਭ ਤੋਂ ਉੱਤਮ ਹੈਗਾ। ਹੁਣ ਜਿਹੜਾ ਦੇਖੋ ਇੱਕ ਇੱਥੇ ਆਇਆ ਹੈ ਸਰਬ ਧਰਮ ਮੇਂ ਸ੍ਰੇਸ਼ਟ ਧਰਮ। ਇਹ ਸੁਖਮਨੀ ਸਾਹਿਬ ਦੇ ਵਿੱਚ ਹੈਗਾ।
ਔਰ 266 ਅੰਗ ਦੇ ਉੱਤੇ ਹੈਗਾ। ਜੇ ਕਿਸੇ ਨੇ ਦਰਸ਼ਨ ਕਰਨੇ ਦੇਖਣਾ ਹੈਗਾ। ਫਿਰ ਇੱਕ ਜਗ੍ਹਾ ਹੋਰ ਆਈ, ਸੇਮ ਦੀ ਸੇਮ ਸਪੈਲਿੰਗ ਆ, ਸੇਮ ਦੀ ਸੇਮ ਗੱਲ ਮਹਾਰਾਜ ਕਹਿ ਰਹੇ ਆ। ਇਹ ਜਿਹੜਾ ਹੈਗੇ ਆ ਇਹ ਵੀ ਪੰਜਵੀਂ ਪਾਤਸ਼ਾਹੀ ਕਹਿ ਰਹੀ ਆ। ਪੰਜਵੀਂ ਪਾਤਸ਼ਾਹੀ ਇਹ ਗੱਲ ਕਹਿ ਰਹੀ ਹੈ, ਕਹਿ ਰਹੇ ਸਭ ਤੇ ਉਤਮ ਇਹ ਕਰਮ, ਸਭ ਤੇ ਉਤਮ ਇਹ ਕਰਮ। ਇਹ ਜਿਹੜੇ ਅੰਗ ਹੈਗਾ ਜੀ 895 ਅੰਗ ਦੇ ਉੱਤੇ ਹੈਗਾ, ਰਾਮਕਲੀ ਰਾਗ ਦੇ ਵਿੱਚ ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ ਸਭ ਤੇ ਉਤਮ ਇਹ ਕਰਮ ਸਗਲ ਧਰਮ ਮੇ ਸ੍ਰੇਸ਼ਟ ਧਰਮ। ਕਹਿੰਦੇ ਸਾਰਿਆਂ ਤੋਂ ਉੱਤਾ ਇਹ ਕਰਮ ਵੀ ਹੈਗਾ ਤੇ ਸਾਰੇ ਧਰਮਾਂ ਤੋਂ ਸ੍ਰੇਸ਼ਟ ਧਰਮ ਵੀ ਹੈਗਾ। ਕਿਹੜਾ ਮਹਾਰਾਜ ਜੀ? ਹਰ ਸਿਮਰਨ ਤੇਰਾ ਹੋਏ ਉਧਾਰ। ਕਹਿੰਦੇ ਪਰਮੇਸ਼ਰ ਦਾ ਸਿਮਰਨ, ਇਹਦੇ ਨਾਲ ਤੇਰਾ ਉਧਾਰ ਹੋਣਾ ਹੈ। ਦੇਖ ਲਓ ਮਹਾਰਾਜ ਦੀ ਬਾਣੀ ਉੱਤੇ 266 ਅੰਗ ਤੇ 800 ਕਿੰਨੇ ਅੰਗ ਦੇ ਉੱਤੇ ਆ ਕੇ ਗੱਲ ਸੇਮ ਦੀ ਸੇਮ ਹੈ, ਕੋਈ ਪਰਿਵਰਤਨ ਨਹੀਂ ਹੈ ਗੱਲ ਦੇ ਵਿੱਚ। 895 ਅੰਗ ਦੇ ਉੱਤੇ ਵੀ ਉਹੀ ਗੱਲ ਕਹਿ ਰਹੇ ਮਹਾਰਾਜ, ਉਹੀ ਪਾਤਸ਼ਾਹੀ ਕਹਿ ਰਹੀ ਹੈ ਸਭ ਤੇ ਉਤਮ ਇਹ ਕਰਮ ਸਗਲ ਧਰਮ ਮੇ श्रेष्ठ धर्म हर सिमरन तेरा होए उधार जन्म जन्म का उतरै भार। जन्मा जन्मा ਦਾ ਤੇਰਾ ਭਾਰ ਉਤਰ ਜਾਏਗਾ ਭਾਈ। ਹਾਂ ਹੈਗਾ ਭਾਈ ਧਰਮ ਸਭ ਤੋਂ ਸ੍ਰੇਸ਼ਟ ਧਰਮ ਨਾਲੇ ਕਹਿ ਰਹੇ ਆ ਮਹਾਰਾਜ। ਔਰ ਇਹ ਹੈਗਾ ਇਹ ਧਰਮ ਮਿਲਣਾ ਹੈ ਸਾਧ ਸੰਗੇਣ ਸਿਮਰੰਤ ਗੋਬਿੰਦ ਸਰਨ ਨਾਨਕ ਹਰ ਹਰ ਹਰੇ। ਸਾਧ ਸੰਗਤ ਦੇ ਵਿੱਚ ਪਰਮੇਸ਼ਰ ਦਾ ਸਿਮਰਨ, ਧਿਆਨ ਸਿਮਰਨ ਔਰ ਮਾਲਕ ਦੀ ਸ਼ਰਨ ਦੇ ਵਿੱਚ ਜਾਣਾ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਇਹ ਇੱਥੇ ਬਾਣੀ ਜੋ ਆਪਾਂ ਨੂੰ ਸਮਝਾ ਰਹੀ ਹੈ ਕਿ ਸੰਗਤ ਜਿਹੜੀ ਕਰਨੀ ਬੜੀ ਜੀ, ਕਿਉਂਕਿ ਸੰਗਤ ਨੇ ਰੰਗਤ ਲੈ ਕੇ ਆਉਣੀ ਹੁੰਦੀ। ਹੁਣ ਜਿੱਦਾਂ ਦੀ ਆਪਾਂ ਸੰਗਤ ਕਰਦੇ ਹਾਂ, ਆਪਾਂ ਉਹ ਪ੍ਰਮਾਤਮਾ ਦੇ ਜਿੱਥੇ ਗੁਣ ਤੇ ਗਾਏ ਜਾਂਦੇ ਨੇ, ਔਰ ਉਹ ਸੰਗਤ ਦੇ ਵਿੱਚ ਜੇ ਮੰਨ ਲਓ ਆਪਣੇ ਕੋਲ ਇੱਕ ਬੰਦਾ ਵੀ ਉਹਦੇ ਵਿੱਚ ਹੈਗਾ ਨਾ, ਆਪਣੇ ਮਤਲਬ ਕੰਮ ਦਾ ਬੰਦਾ ਜਿਹਨੂੰ ਕਹਿ ਲਾ, ਜਿਹਦੀ ਸੁਰਤੀ ਥੋੜੀ ਵਧੀਆ ਕੰਮ ਕਰਿਆ, ਉਹਦੇ ਨਾਲ ਕੀ ਹੁੰਦਾ ਹੈ ਕਿ ਉਹ ਜਿਹੜੀ ਉਹ ਉਸ ਚੀਜ਼ ਨੇ ਕੀ ਕਰਨਾ ਹੈ ਕਿ ਚਾਰਜ ਕਰ ਦੇਣੀ ਹੈ ਸਾਰੀ ਚੀਜ਼, ਉਹ ਸਾਰੀ ਸੰਗਤ। ਇਸ ਲਈ ਸੰਗਤ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਹੈ। ਸੰਗਤ ਕਰੋ ਔਰ ਜਿੱਥੇ ਪ੍ਰਮਾਤਮਾ ਦੇ ਸਹੀ ਤਰੀਕੇ ਨਾਲ ਗੁਣ ਗਾਏ ਜਾਂਦੇ ਨੇ। ਭੀੜ ਦੀ ਸੰਗਤ ਨਹੀਂ ਕਰਨੀ। ਭੀੜ ਇੱਕ ਅਲੱਗ ਚੀਜ਼ ਹੁੰਦੀ ਹੈ, ਉਹਦੀ ਮਨਮੁਖਾਂ ਦੀ ਭੀੜ। ਸੰਗਤ ਦਾ ਮਤਲਬ ਗੁਰਮੁਖਾਂ ਦੀ ਸੰਗਤ, ਜਿਹੜੇ ਤੁਹਾਨੂੰ ਨਿਰਾਕਾਰ ਦੇ ਨਾਲ ਜੋੜਦੇ ਆ, ਜਿਹੜੇ ਆਪ ਕੋਈ ਮਤਲਬ ਤੁਹਾਡੇ ਅੰਦਰ ਉਹ ਚੀਜ਼ਾਂ ਪਾਉਂਦੇ ਨੇ ਜਿਹੜੀਆਂ ਚੀਜ਼ਾਂ ਚੰਗੀਆਂ ਨੇ। ਜਿੱਦਾਂ ਕੋਈ ਚੰਗੀ ਦਵਾਈ ਹੁੰਦੀ ਆ, ਕੋਈ ਮਾੜੀ ਦਵਾਈ ਵੀ ਹੁੰਦੀ ਆ, ਹੁੰਦੀਆਂ ਤੇ ਸਾਰੀਆਂ ਦਵਾਈਆਂ ਹੀ ਉਹਨੂੰ ਕਹਿੰਦੇ, ਪਰ ਕੋਈ ਐਸੀ ਦਵਾਈ ਹੁੰਦੀ ਹੈ ਜਿਹੜੀ ਮਨ ਦੇ ਅੰਦਰ ਜਾਂਦੀ ਆ ਤੇ ਅਗਿਆਨ ਨੂੰ, ਭਰਮ ਨੂੰ ਨਸ਼ਟ ਕਰ ਹੁੰਦਾ। ਤੇ ਕੁਝ ਵੀ ਨਹੀਂ, ਕੇਵਲ ਗਲਤ ਵਿਚਾਰ ਨੇ। ਅਸੀਂ ਜਿਹਨਾਂ ਨੂੰ ਫੜਿਆ ਹੈ, ਚੰਗੇ ਵਿਚਾਰ ਕੀ ਕਰਦੇ ਆ ਕਿ ਉੱਥੋਂ ਸਾਨੂੰ ਮੁਕਤ ਕਰ ਦਿੰਦੇ। ਇੱਕ ਅਗਿਆਨ ਹੈ, ਇੱਕ ਭਰਮ ਆ। ਬਾਣੀ ਇਹੋ ਕਹਿੰਦੀ ਆ ਕਿ ਚਰਨਜੀਤ ਤੋਂ ਸੋਚਿਆ ਕਰ, ਤੇਰੇ ਕਮਰੇ ਚ ਉਹਨੂੰ ਚਾਲੂ ਕਰ ਲੈ। ਜਦੋਂ ਤੂੰ ਬਲਬ ਜਗਾਏਗਾ ਨਾ, ਫਿਰ ਤੈਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆ ਤੂੰ ਕੀ ਕਰਨਾ ਜਾਂ ਨਹੀਂ ਕਰਨਾ, ਕਿਉਂਕਿ ਤੇਰੇ ਅੰਦਰ ਵਿਵੇਕ ਪੈਦਾ ਹੋਣਾ ਵਾ, ਬੁੱਧੀ ਪੈਦਾ ਹੋ ਜਾਣੀ। ਹੁਣ ਆ ਮੈਂ ਕਮਰੇ ਚ ਬੈਠਾ ਵਾਂ, ਕਮਰੇ ਚ ਹਨੇਰਾ ਵਾ, ਮੈਨੂੰ ਪਤਾ ਹੀ ਨਹੀਂ ਲੱਗਦਾ ਪਿਆ। ਪਤਾ ਕਿਉਂ ਨਹੀਂ ਲੱਗਦਾ? ਕਿਉਂਕਿ ਕਮਰੇ ਚ ਹਨੇਰਾ ਵਾ, ਦਿਖਦਾ ਨਹੀਂ ਪਿਆ ਮੈਨੂੰ। ਕਿਉਂ ਨਹੀਂ ਦਿਖਦਾ ਪਿਆ? ਕਿਉਂਕਿ ਚਾਨਣ ਦੇ ਰੂਪ ਚ ਜਿਹੜੀ ਬੁੱਧੀ ਨਹੀਂ ਹੈਗੀ ਮੇਰੇ ਕੋਲ, ਵਿਵੇਕ ਬੁੱਧੀ। ਜਿਹੜੀ ਬੁੱਧੀ ਮੇਰੇ ਕੋਲ ਹੈਗੀ ਆ ਉਹ ਹੈਗੀ ਆ ਸਧਾਰਨ ਬੁੱਧੀ। ਉਹ ਭੌਤਿਕ ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਬਹੁਤ ਵਧੀਆ, ਜੜ ਦੇ ਲਈ ਬਹੁਤ ਜ਼ਬਰਦਸਤ ਆ, ਪਰ ਉਹ ਨਹੀਂ ਗਿਆਨ ਮਿਲਣਾ। ਆਤਮਾ ਦਾ ਗਿਆਨ ਇਸ ਬੁੱਧੀ ਨਾਲ ਨਹੀਂ ਮਿਲਣਾ, ਕਿਉਂਕਿ ਜੜ ਬੁੱਧੀ ਹੈ। ਉਹ ਜਿਹੜੀ ਚੇਤਨਾ ਬੁੱਧੀ ਆ ਉਹ ਸਾਨੂੰ ਭਗਤੀ ਦੇ ਨਾਲ ਹੀ ਮਿਲਣੀ ਆ। ਬਿਲਕੁਲ ਠੀਕ ਹੈ ਗੁਰੂ ਸਾਹਿਬ। ਇੱਕ ਚੀਜ਼ ਇੱਕ ਮੈਂ ਐਡ ਕਰਨਾ ਚਾਹੁੰਦਾ ਕਿ ਜਿਹੜੀ ਸੰਗਤ ਆਪਾਂ ਕਹਿ ਰਹੇ ਹਾਂ, ਸੰਗਤ ਦੇ ਵਿੱਚ ਜਿਹੜਾ ਹੈਗਾ ਬ੍ਰਹਮ ਗਿਆਨ ਹੋਣਾ ਚਾਹੀਦਾ, ਸ਼ਬਦ ਬ੍ਰਹਮ ਹੋਣਾ ਚਾਹੀਦਾ ਉਹਦੇ ਵਿੱਚ, ਆਹ ਲਾਜ਼ਮੀ ਹੈਗਾ। ਹਾਂ, ਉਹਦੇ ਵਿੱਚ ਕੋਈ ਨਾ ਕੋਈ ਨਿੱਜਰ ਸਾਹਿਬ ਇਹੋ ਹੀ ਆ ਕਿ ਕੋਈ ਬੰਦਾ ਏਦਾਂ ਦਾ ਸੁਰਤੀ ਦਾ ਮਾਲਕ ਹੋਣਾ ਚਾਹੀਦਾ, ਥੋੜੀ ਬਹੁਤੀ, ਜਿਹਦੀ ਯਾਤਰਾ ਚੱਲੀ ਹੋਵੇ, ਕੋਈ 1-2% ਬੰਦਾ ਚੱਲਿਆ ਹੋਵੇ। ਜਿਹੜਾ ਵੀ ਬੰਦਾ ਥੋੜਾ ਬਹੁਤਾ ਚੱਲਦਾ ਹੈ, ਹੁਣ ਤੁਸੀਂ ਦੇਖ ਲਓ ਤੁਹਾਡੇ ਜੀਵਨ ਚ ਉਹਨਾਂ ਚਿਰ ਤੱਕ ਬਦਲਾਅ ਨਹੀਂ ਆਉਣਾ ਜਿੰਨਾ ਚਿਰ ਤੱਕ ਤੁਸੀਂ ਚੱਲਦੇ ਨਹੀਂ। ਇਹ ਵੀ ਗਿਆਨ ਜਿਹੜਾ ਨਾ ਪੜਿਆ ਨਾ, ਇਹ ਕੇਵਲ ਤੁਹਾਨੂੰ ਮੋਟੀਵੇਟ ਹੀ ਕਰੂਗਾ, ਤੁਹਾਡੇ ਅੰਦਰ ਹੌਸਲਾ ਪੈਦਾ ਕਰੂਗਾ, ਤੁਹਾਡੇ ਅੰਦਰ ਇੱਛਾ ਪ੍ਰਗਟ ਕਰੂਗਾ। ਬਾਣੀ ਆਪਾਂ ਨੂੰ ਕੀ ਕਰਦੀ? ਸਾਡੇ ਅੰਦਰ ਇੱਛਾ ਪ੍ਰਗਟ ਕਰਦੀ ਆ ਕਿ ਪਰਮ ਜੀਵਨ ਨੂੰ ਪ੍ਰਾਪਤ ਕੀਤਾ ਜਾਵੇ, ਉਹ ਸੰਤੋਖ ਨੂੰ ਪ੍ਰਾਪਤ ਕੀਤਾ ਜਾਵੇ। ਪਰ ਇਹ ਨਹੀਂ ਕਿ ਪੜਨ ਦੇ ਨਾਲ ਸੰਤੋਖ ਆ ਜਾਣਾ। ਨਹੀਂ, ਬਿਲਕੁਲ ਸਹੀ ਗੱਲ ਹੈ। ਬਹੁਤ ਵਧੀਆ ਗੁਰੂ ਸਾਹਿਬ। ਇਹ ਬਿਲਕੁਲ ਇਹ ਸਲਿਪ ਡਿਸਕ ਹੈਗੀ, ਆਹ ਪੁਆਇੰਟ ਹੈਗੀ। ਜਿਸ ਜਗ੍ਹਾ ਤੇ ਜਿਹੜੀ ਹੈ ਆਪਾਂ ਸਿੱਖ ਕੀ ਹੈ, ਸਾਰੀ ਲੁਕਾਈ ਜਿਹੜੀ ਹੈ ਇਸ ਜਗ੍ਹਾ ਤੇ ਸਲਿਪ ਹੋਈ ਪਈ ਹੈ।
ਬਸ ਕਿਸੇ ਵੀ ਧਰਮ ਦੇ ਵਿੱਚ ਆਹ ਚੀਜ਼ ਹੈ ਨਹੀਂਗੀ, ਧਿਆਨ ਸਿਮਰਨ ਹੈ ਨਹੀਂਗਾ, ਐਕਸ਼ਨ ਹੈ ਨਹੀਂਗੀ, ਬਸ ਖਾਲੀ ਗਿਆਨ ਗਿਆਨ ਹੈ ਰਹਿ ਗਿਆ। ਤੇ ਗਿਆਨ ਤੇ ਬਾਣੀ ਤੇ ਕਿਹਾ ਵਾ ਗੱਲੀ ਜੋਗ ਨਾ ਹੋਈ, ਗੱਲੀ ਜੋਗ ਨਾ ਹੋਈ, ਬਿਲਕੁਲ ਕਿਉਂਕਿ ਗੱਲੀ ਜੋਗ ਹੋਣਾ ਹੀ ਨਹੀਂ। ਔਰ ਜੋਗ ਪਰ ਲੱਗੇ ਸਾਰੇ ਗੱਲਾਂ ਦੇ ਨਾਲ ਯੋਗ ਕਰਨ ਚ, ਬਿਲਕੁਲ। ਤੇ ਗੱਲੀ ਜੋਗ ਤੇ ਕਹਿੰਦੇ ਹੋਣਾ ਨਹੀਂ, ਗੱਲੀ ਇਹਨਾਂ ਨੂੰ ਗੱਲਾਂ ਹੀ ਕਹਿੰਦੇ। ਪੜ੍ਹ ਲਿਆ ਤੁਸੀਂ, ਕਹਿਤਾ ਤੁਸੀਂ, ਇੱਥੇ ਹੀ ਸੁਣਾਤਾ ਤੁਸੀਂ, ਅਸੀਂ ਸੁਣਾ ਕੇ ਖੁਸ਼ ਹੋਈ ਜਾਈਏ, ਤੁਸੀਂ ਸੁਣ ਕੇ ਖੁਸ਼ ਹੋਈ ਜਾਓ, ਪਰ ਉਹ ਕਹਿੰਦੇ ਗੱਲੀ ਜੋਗ ਨਾ ਹੋਈ। ਹੁਣ ਜਿੱਦਾਂ ਕੁੜੀ ਦੇ ਨਾਲ ਸਿਚੁਏਸ਼ਨ ਆਈ ਆ ਤੇ ਉਹਨੂੰ ਇਹ ਪਤਾ ਲੱਗਾ ਕਿ ਜ਼ਿੰਦਗੀ ਦੇ ਵਿੱਚ ਮੈਂ ਹਰ ਇੱਕ ਚੀਜ਼ ਨੂੰ ਆਪਣੀ ਫਰੇਮਿੰਗ ਦੇ ਵਿੱਚ ਲੈ ਕੇ ਆ ਰਿਹਾ ਵਾਂ। ਮੈਂ ਮਤਲਬ ਕੋਈ ਵੀ ਸਿਚੁਏਸ਼ਨ ਹੈਗੀ ਆ ਨਾ, ਮੈਂ ਅਸਲ ਦੇ ਵਿੱਚ ਉਹਨੂੰ ਸਿਚੁਏਸ਼ਨ ਨੂੰ ਵੇਖਦਾ ਨਹੀਂ ਪਿਆ, ਮੈਂ ਚੁੱਕ ਕੇ ਆਪਣਾ ਜਿਹੜਾ ਮੇਰਾ ਆਪਣਾ ਫਰੇਮ ਹੈ ਉੱਥੇ ਪਾ ਦਿੰਦਾ ਵਾ। ਤੇ ਮੇਰਾ ਖਾਖਾ ਪਤਾ ਕਿੱਦਾਂ ਦਾ ਵਾ, ਹੁਣ ਜਿੱਦਾਂ ਦਾ ਹੁਣ ਤੁਸੀਂ ਇੱਟਾਂ ਗਲਤ ਬਣਦੀਆਂ ਪਈਆਂ ਨੇ, ਇਹਦਾ ਕਸੂਰ ਮੰਨੋਗੇ ਮਿੱਟੀ ਦਾ ਕਿ ਜਾਂ ਜਿਹੜਾ ਖਾਖਾ ਹੁੰਦਾ ਵਾ, ਮੋਲਡ ਹੁੰਦਾ, ਕੀ ਕਹਿੰਦੇ ਨੇ ਜਸਬ ਨੂੰ? ਖਾਖੇ ਕਹਿੰਦੇ? ਸਾਂਚਾ, ਖਾਚਾ, ਸਾਂਚਾ, ਖਾਚਾ, ਸਾਂਚਾ, ਸਾਂਚਾ, ਖਾਂਚਾ ਨਹੀਂ ਸਾਂਚਾ, ਸੱਸੇ ਦੇ ਨਾਲ ਸਾਂਚਾ, ਸਾਂਚਾ। ਹੁਣ ਜਿਹੜਾ ਸਾਂਚਾ ਹੈਗਾ ਹੈ ਹੁਣ ਮਿੱਟੀ ਮੰਨ ਲਓ ਵਿੰਗੀ ਤੇ ਉਹਦਾ ਹੀ ਕਸੂਰ ਆ, ਇੱਟਾਂ ਗਲਤ ਤਾਈਆਂ ਤੇ ਬਣਦੀਆਂ ਪਈਆਂ ਉਹਦੀਆਂ। ਹੁਣ ਆਪਣੇ ਹੁਣ ਤੁਸੀਂ ਮੈਨੂੰ ਕਹੋਗੇ ਕਿ ਵੀਰ ਜੀ ਏਦਾਂ ਕਿੱਦਾਂ ਹੋ ਸਕਦਾ, ਸਾਂਚੇ ਚ ਕਸੂਰ ਕੀ ਹੋਊਗਾ, ਮਿੱਟੀ ਚ ਕਸੂਰ ਹੋਊਗਾ। ਪਰ ਮੈਂ ਕਹਿੰਦਾ ਮਿੱਟੀ ਚ ਕਸੂਰ ਨਹੀਂ ਆ, ਜਿੱਦਾਂ ਮੇਰੀ ਜ਼ੁਬਾਨ ਹੀ ਹੈਗੀ ਆ, ਜਦੋਂ ਮੈਂ ਲਫ਼ਜ਼ ਹੀ ਨਹੀਂ ਬਰਾਬਰ ਕੱਢਣ ਦਿਆਂ ਤੇ ਮਤਲਬ ਅੰਦਰ ਗੜਬੜਿਆ, ਮੇਰੇ ਸਾਂਚੇ ਚ ਪ੍ਰੋਬਲਮ ਹੈ ਹਨਾ। ਤਾਈਓ ਤੇ ਜੱਸਾ ਉਹ ਇੱਟਾਂ ਗਲਤ ਬਣ ਕੇ ਮੂੰਹ ਚੋਂ ਆਉਂਦੀਆਂ, ਹੋਰ ਕਿੱਥੋਂ, ਹੋਰ ਗੜਬੜੀ ਕਿੱਥੇ, ਅੰਦਰ ਪ੍ਰੋਸੈਸਿੰਗ ਨਹੀਂ ਹੋ ਰਹੀ। ਮੇਰੇ ਕੋਲ ਗੁਰਬਾਣੀ ਕਹਿੰਦੀ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰ। ਬਿਲਕੁਲ। ਹਾਂ ਤੇ ਹੁਣ ਇਹਦੇ ਚ ਪ੍ਰੋਬਲਮ ਪਤਾ ਕੀ ਆ। ਹੁਣ ਤੁਸੀਂ ਇੱਕ ਮੈਨੂੰ ਦੱਸੋ, ਰੋਟੀਆਂ ਬਣਾਈਆਂ ਨੇ, ਗਲਤ ਰੋਟੀ ਬਣਨ ਦੇ ਵਿੱਚ ਆਟਾ ਜ਼ਿੰਮੇਵਾਰ ਆ ਜਾਂ ਅੱਗ ਜ਼ਿੰਮੇਵਾਰ ਆ ਜਾਂ ਚੁੱਲ੍ਹਾ ਜ਼ਿੰਮੇਵਾਰ ਆ ਜਾਂ ਤਵਾ ਜ਼ਿੰਮੇਵਾਰ ਆ? ਕੌਣ ਜ਼ਿੰਮੇਵਾਰ ਹੈ ਦੱਸੋ ਮੈਨੂੰ? ਜਾਂ ਵੇਲਣਾ ਤੇ ਚੱਕਲਾ ਜ਼ਿੰਮੇਵਾਰ ਆ? ਹਾਂ ਤੇ ਜਾਂ ਜਿਹੜਾ ਵੇਲਣ ਦਿਆ ਵਾ ਜਾਂ ਉਹ ਜ਼ਿੰਮੇਵਾਰ ਆ? ਦੱਸੋ। ਜਿਹੜਾ ਵੇਲਣ ਦਿਆ ਉਹੀ ਜ਼ਿੰਮੇਵਾਰ ਆ ਭਾਈ। ਤੇ ਪਰ ਨਾਰਮਲੀ ਮੰਨਦਾ ਨਹੀਂ ਨਾ ਪਿਆ। ਨੱਚਣਾ ਕਹਿੰਦੇ ਕਿ ਉਹ ਮੈਨੂੰ ਨੱਚਣਾ ਨਹੀਂ ਆਉਂਦਾ ਕਿਉਂਕਿ ਵਿਹੜਾ ਕਹਿੰਦੇ ਉੱਚਾ ਨੀਵਾਂ ਵਾ, ਪਰ ਕਹਿੰਦੇ ਜਿਹਨੂੰ ਨੱਚਣਾ ਆਉਂਦਾ ਉਹਨੂੰ ਉੱਚੇ ਨੀਵੇਂ ਦੀ ਕੋਈ ਕੰਪਲੇਂਟ ਨਹੀਂ ਹੁੰਦੀ, ਉਹਨੂੰ ਨੱਚਣਾ ਆਉਂਦਾ ਵਾ, ਉਹਨੂੰ ਪਤਾ ਹੈਂਡਲ ਕਿੱਦਾਂ ਕਰਨਾ ਸਿਚੁਏਸ਼ਨ ਨੂੰ, ਔਰ ਕੋਈ ਬੁੱਧੀ ਹੈਗੀ ਆ, ਵਿਵੇਕ ਹੈਗਾ ਤੁਹਾਡੇ ਕੋਲ। ਤੇ ਠੀਕ ਹੈ ਨਿੱਜਾ ਸਾਹਿਬ, ਅਗਲੀ ਤੁਕ ਤੇ ਆ ਜਾਈਏ। ਹਾਂਜੀ, ਅਗਲਾ ਸ਼ਲੋਕ ਹੈਗਾ, ਉਹ ਵੀ ਇਸੇ ਨੂੰ ਖੋਲ ਰਿਹਾ, ਧਰਮ ਨੂੰ ਹੀ ਖੋਲ ਰਿਹਾ ਭਾਈ, ਉਹ ਵੀ ਧਰਮ ਦੇ ਉੱਤੇ ਹੀ। 56ਵਾਂ ਸ਼ਲੋਕ ਇੰਨਾ ਜ਼ਰੂਰੀ ਹੈਗਾ। ਦੇਖੋ ਇਹ ਧਰਮ ਮਹਾਰਾਜ ਨੇ ਦੱਸ ਦਿੱਤਾ ਆਪਾਂ ਨੂੰ, ਧਿਆਨ ਸਿਮਰਨ ਕਰਨਾ ਔਰ ਜਿਹੜਾ ਹੈਗਾ ਗੁਰੂ ਦੀ ਮੱਤ ਜਿਹੜੀ ਹੈ ਬ੍ਰਹਮ ਗਿਆਨ ਲੈਣਾ ਤੇ ਧਿਆਨ ਸਿਮਰਨ ਕਰਨਾ ਔਰ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਰਹਿਣਾ, ਆਪਣੇ ਆਪ ਨੂੰ ਜਿਹੜਾ ਹੈਗਾ ਕੀੜੀ ਵਾਂਗੂ ਰੱਖਣਾ ਔਰ ਬਿਲਕੁਲ ਜਿਹੜਾ ਹੈਗਾ ਮਾਲਕ ਦਾ ਨਤਾਣਾ ਹੋਣਾ ਮਾਲਕ ਦੇ ਅੱਗੇ, ਤੇ ਚੰਗੇ ਗੁਣ ਆਪਣੇ ਅੰਦਰ ਧਾਰਨ ਕਰਨੇ। ਹੁਣ ਅੱਗੇ ਮਹਾਰਾਜ ਕਹਿ ਰਹੇ, ਤਿਲਕ ਹੀਣੰ ਜਥਾ ਵਿਪਰਾ ਕਹਿੰਦੇ ਆ ਬ੍ਰਾਹਮਣ, ਵਿਪਰ ਕਹਿੰਦੇ ਤਿਲਕ ਹੈ ਨੀਗਾ ਬ੍ਰਾਹਮਣ ਦੇ। ਤਿਲਕ ਹੀਣੰ ਜਥਾ ਵਿਪਰਾ, ਅਮਰ ਹੀਣੰ ਜਥਾ ਰਾਜਨ, ਤੇ ਰਾਜਾ ਹੈਗਾ ਕਹਿੰਦੇ, ਹੈ ਤਾਂ ਰਾਜਾ ਕਹਿੰਦੇ ਆ, ਪਰ ਉਹਦਾ ਹੁਕਮ ਹੀ ਨਹੀਂ ਹੈਗਾ ਚੱਲ ਰਿਹਾ, ਕੋਈ ਮੰਨਦਾ ਹੀ ਨਹੀਂ ਉਹਨੂੰ ਰਾਜੇ ਨੂੰ। ਉਹ ਕਾਹਦਾ ਰਾਜਾ ਹੈ ਕਹਿੰਦੇ, ਅਮਰ ਹੈ ਹੀ ਨਹੀਂ, ਉਹਦਾ ਹੁਕਮ ਹੀ ਨਹੀਂ ਚੱਲ ਰਿਹਾ ਕਿਤੇ ਵੀ। ਤਿਲਕ ਹੀਣੰ ਜਥਾ ਵਿਪਰਾ, ਅਮਰ ਹੀਣੰ ਜਥਾ ਰਾਜਨ, ਆਵਦ ਹੀਣੰ ਜਥਾ ਸੂਰਾ, ਕਹਿੰਦੇ ਸੂਰਮਾ ਕਹਿੰਦੇ ਆ, ਉਹਦੇ ਕੋਲ ਕੋਈ ਸ਼ਸਤਰ ਹੀ ਹੈ ਨਹੀਂਗਾ। ਕਹਿੰਦੇ ਉਹ ਕਾਹਦਾ ਸੂਰਮਾ ਹੈਗਾ ਭਾਈ, ਸ਼ਸਤਰ ਤੋਂ ਬਗੈਰ ਕਾਹਦਾ ਸੂਰਮਾ ਹੈਗਾ? ਕੋਈ ਜਿਹੜਾ ਹੈਗਾ ਉਹ ਤਾਂ ਜੇ ਕੋਈ ਬਿਲਕੁਲ ਨਤਾਣਾ ਜਿਹਾ ਗਰੀਬ ਜਿਹਾ ਬੰਦਾ ਹੈ, ਉਹਦੇ ਕੋਲ ਵਧੀਆ ਸ਼ਸਤਰ ਹੈ, ਵਧੀਆ ਬੰਦੂਕ ਹੈਗੀ, ਉਹਨੇ ਠਾ ਮਾਰਨਾ ਉਹਨੂੰ। ਤਿਲਕ ਹੀਣੰ ਜਥਾ ਵਿਪਰਾ, ਅਮਰ ਹੀਣੰ ਜਥਾ ਰਾਜਨ, ਆਵਦ ਹੀਣੰ ਜਥਾ ਸੂਰਾ, ਨਾਨਕ ਧਰਮ ਹੀਣੰ ਤਥਾ ਵੈਸ਼ਨਵ। ਉਸੇ ਤਰੀਕੇ ਦੇ ਨਾਲ ਜਿਹਦੇ ਕੋਲ ਧਰਮ ਨਹੀਂ ਹੈਗਾ ਭਾਈ, ਧਿਆਨ ਸਿਮਰਨ ਨਹੀਂ ਕਰ ਰਿਹਾ, ਗਿਆਨ ਨਹੀਂ ਹੈਗਾ, ਜਿਹਦੇ ਕੋਲ ਪਰਮੇਸ਼ਰ ਦੀ ਸ਼ਰਨ 'ਚ ਨਹੀਂ ਜਾ ਰਿਹਾ, ਕਹਿੰਦੇ ਉਹ ਵੀ ਉਸੇ ਤਰੀਕੇ ਦਾ ਹੀ ਜਿਹੜਾ ਹੈਗਾ ਖਾਲੀ ਜਿਹੜਾ ਹੈਗਾ ਲਫਾਫਾ ਹੀ ਹੈਗਾ ਭਾਈ, ਬਾਹਰੋਂ ਹੀ ਗੁਰਮੁਖ ਦਿਖ ਰਿਹਾ ਆ, ਅੰਦਰ ਕੱਖ ਵੀ ਨਹੀਂ ਹੈਗਾ ਉਹਦੇ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਹੁਣ ਸਾਧ ਸੰਗਤ ਜੀ,
ਜਦੋਂ ਧਰਮ ਹੀ ਨਹੀਂ ਹੈਗਾ ਤੇ ਬਾਕੀ ਤਾਂ ਕੁਝ ਵੀ ਨਹੀਂ ਹੈਗਾ। ਫਿਰ ਜਦੋਂ ਨਦੀ ਦਾ ਕਿਨਾਰਾ ਹੀ ਨਹੀਂ ਹੈਗਾ, ਉਹ ਨਦੀ ਕਾਹਦੀ ਫਿਰ? ਬਿਲਕੁਲ ਨਾ ਉਹਦੀ ਡਾਇਰੈਕਸ਼ਨ ਆ। ਜਿਹੜੇ ਬੰਦੇ ਦਾ ਕੋਈ ਨਿਸ਼ਾਨਾ ਹੀ ਨਹੀਂ ਹੈਗਾ, ਦੱਸੋ ਆਪ। ਉਹ ਕਹਿੰਦੇ ਨਾ ਪੰਡਤ ਜੀ ਦਾ ਤਿਲਕ ਹੀ ਨਹੀਂ ਹੈਗਾ, ਉਹ ਕਦਾ ਪੰਡਤ ਹੈ? ਦੱਸੋ ਮੈਨੂੰ। ਇੱਥੇ ਮੈਂ ਇੱਥੇ ਪੰਡਤ, ਮੈਂ ਤਿਲਕ ਹੀ ਨਹੀਂ ਲਾਇਆ। ਮੈਂ ਜੇ ਪ੍ਰੋਪਰਲੀ ਪੰਡਤ ਬਣਨਾ ਹੈ ਤੇ ਉਹ ਮੇਰੇ ਮੱਥੇ ਤਿਲਕ ਲੱਗਿਆ ਹੋਣਾ ਚਾਹੀਦਾ। ਉਹ ਕਹਿੰਦੇ ਉਹ ਫਿਰ ਦੂਜੇ ਬੰਦੇ ਕਹਿੰਦੇ ਆ ਕਿ ਤਿਲਕ ਦਾ ਗੋਰਖੀ ਸਾਹਿਬ ਰਾਜੇ ਤੋਂ ਬਿਨਾ ਕੀ ਆ? ਰਾਜੇ ਜਿਹੜਾ ਹੁਕਮ ਤੋਂ ਬਗੈਰ ਰਾਜਾ ਨਹੀਂ। ਜੇ ਕੋਈ ਹੁਕਮ ਹੀ ਨਹੀਂ ਮੰਨਦਾ ਤੇ ਰਾਜਾ ਕਾਹਦਾ? ਤੇ ਇਹ ਤਿਲਕ ਦੀ ਗੱਲ ਪਤਾ ਕੀ ਹੈ ਗੋਰਖੀ ਸਾਹਿਬ? ਤਿਲਕ ਦਾ ਮਤਲਬ ਹੈਗਾ ਕਿ ਬ੍ਰਾਹਮਣ ਕੋਲ ਗਿਆਨ ਹੀ ਨਹੀਂ ਹੈਗਾ ਤੇ ਉਹਨੇ ਕੀ ਸਿੱਖਿਆ ਕੀ ਦੇਣੀ ਆ? ਉਹਨੇ ਤਿਲਕ ਦਾ ਮਤਲਬ ਗਿਆਨ, ਖਾਲੀ ਬੰਦੂਕ। ਹਾਂ ਤੇ ਉਹਨੂੰ ਜਥਾਰਕ ਤੌਰ ਤੇ ਇਹੋ ਹੀ ਆ ਕਿ ਜਿਹੜੇ ਬੰਦੇ ਕੋਲ ਗਿਆਨ ਹੀ ਨਹੀਂ ਹੈਗਾ। ਪੰਡਤ ਦਾ ਮਤਲਬ ਤੇ ਇਹੋ ਹੀ ਆ ਕਿ ਉਹ ਜਿਹਦੇ ਕੋ ਗਿਆਨ ਹੋਣਾ ਚਾਹੀਦਾ। ਔਰ ਜੇ ਉਹ ਕੋ ਗਿਆਨ ਹੀ ਨਹੀਂ ਹੈਗਾ ਤੇ ਜਿੱਦਾਂ ਤਿਲਕ ਤੋਂ ਹੀਣਾ ਬੰਦਾ ਵਾ, ਤਿਲਕ ਤੋਂ ਬਿਨਾਂ ਵਾ ਬੰਦਾ ਕੋਈ ਪੰਡਤ ਬੈਠਾ ਤੇ ਉਹ ਕਹਿੰਦਾ ਕਿ ਪੰਡਤ ਹੈ। ਚਲੋ ਇਹ ਆ ਗਿਆ। ਤੇ ਫਿਰ ਰਾਜਾ ਜਿਹੜਾ ਵਾ, ਜਿਹਦਾ ਰਾਜੇ ਦਾ ਕੋਈ ਹੁਕਮ ਹੀ ਨਹੀਂ ਮੰਨਦਾ ਤੇ ਉਹ ਰਾਜਾ ਕਾਹਦਾ? ਹੁਣ ਤੁਹਾਡੇ ਘਰ ਦਾ ਕੋਈ ਨਾ ਕੋਈ ਹੈਡ ਹੋਣਾ ਚਾਹੀਦਾ। ਜੇ ਆਪਣੇ ਘਰ 'ਚ ਇੱਕ ਬੰਦਾ ਹੈਡ ਚਾਹੀਦਾ, ਦੂਜੇ ਬੰਦੇ ਉਹਨੂੰ ਸਪੋਰਟ ਕਰਨ। ਜੇ ਤੁਹਾਡੇ ਘਰ 'ਚ ਕੋਈ ਹੈਡ ਹੀ ਨਹੀਂ ਹੈਗਾ ਤੇ ਫਿਰ ਕੋਈ ਇਹਨੂੰ ਤੁਰਿਆ ਜਾਊਗਾ ਤੇ ਇਹਨੂੰ ਤੁਰਿਆ ਜਾਊ, ਫਿਰ ਇੱਕ ਇਹਨੂੰ ਤੁਰਿਆ ਜਾਂਦਾ, ਕੋਈ ਇਹਨੂੰ ਭੱਜਾ ਜਾਊਗਾ ਤੇ ਉਹ ਘਰ ਕਾਹਦਾ ਹੋਊਗਾ? ਤੇ ਕਿੱਥੇ ਧੁਣੀ ਜਿਹੀ ਹੋਈ ਜਾਣੀ। ਹੁਣ 4-5 ਦੀ ਜਗ੍ਹਾ 50 ਘੋੜੇ ਅੱਗੇ ਜੋੜੋ ਤੇ ਜੇ ਕੋਈ ਇੱਕੋ ਡਾਇਰੈਕਸ਼ਨ ਵੱਲ ਜਾਂਦੇ ਹੀ ਨਹੀਂ ਪਏ, ਕਮ ਸੇ ਕਮ ਇੱਕ ਘੋੜਾ ਹੋਵੇ ਉਹਨਾਂ ਨੂੰ ਲੀਡ ਕਰੇ ਤੇ ਦੂਜੇ ਦੇ ਮਗਰ ਤੁਰੇ ਜਾਣ ਤੇ ਸ਼ਾਮ ਤੱਕ ਬਹੁਤ ਕੰਮ ਹੋ ਸਕਦਾ। ਤੇ ਹੁਣ ਜਦੋਂ ਹੁਣ ਘਰ ਇੱਕ ਆਪਣਾ ਹੈਗਾ ਵਾ, 4-5 ਜੀ ਰਹਿੰਦੇ ਆ, ਇੱਕ ਇਹਨੂੰ ਬੰਨੇ ਤੁਰਿਆ ਜਾਂਦਾ, ਇੱਕ ਇਹਨੂੰ ਤੁਰਿਆ ਜਾਂਦਾ, ਇੱਕ ਇਹਨੂੰ ਤੁਰਿਆ ਜਾਂਦਾ ਤੇ ਉਹ ਘਰ ਦੀ ਗਤੀ ਨਹੀਂ ਹੋਣੀ, ਉਹ ਰੁਕ ਜਾਊਗਾ ਤੁਹਾਡਾ ਘਰ। ਕਹਿੰਦੇ ਆ ਨਾ ਗੋਰਖੀ ਸਾਹਿਬ ਵੀ ਡੱਡੂਆਂ ਦੀ ਪੰਸੇਰੀ ਤੇ ਫਿਰ ਮੁਸ਼ਕਲ ਹੋ ਜਾਏਗੀ। ਇਸ ਲਈ ਕਹਿੰਦੇ ਆ ਕਿ ਜਿੱਥੇ ਉਹ ਕੀ ਕਹਿੰਦੇ ਉਹਨੂੰ, ਇਕੱਠ ਹੋਣਾ ਬੜਾ ਜ਼ਰੂਰੀ। ਘਰ ਦੇ ਵਿੱਚ ਇਕੱਠ ਦਾ ਮਤਲਬ ਇਹੋ ਹੀ ਕਿ ਤੁਸੀਂ ਪਲੈਨਿੰਗ ਕਰੋ ਕਿ ਤੁਸੀਂ ਕਰਨਾ ਕੀ ਹੈ। ਤੇ ਇਕੱਠ ਦਾ ਮਤਲਬ ਇਹ ਨਹੀਂ ਕਿ ਹੁਣ 100 ਬੰਦੇ ਆਪਾਂ ਇਕੱਠੇ ਕਰਨੇ ਆ, ਭਾਵੇਂ 2 ਹੀ ਜੀ ਆ, ਮੀਆਂ ਬੀਬੀ ਆ, ਰਾਇ ਕਰਕੇ ਕੰਮ ਕਰਾਂਗੇ ਤੇ ਉਹਦੇ ਚ ਕੀ ਹੁੰਦਾ, ਇੱਕ ਪ੍ਰਮਾਤਮਾ ਖੁਸ਼ ਹੁੰਦਾ, ਇੱਕ ਦੂਜੇ ਵੀ ਥੋੜੇ ਜਿਹੇ ਜ਼ਿੰਮੇਵਾਰ ਹੋ ਜਾਂਦੇ ਆ। ਕੱਲ ਨੂੰ ਗੜਬੜ ਹੋ ਜਾਊ, ਗਲਤੀ ਹੋ ਜੇ ਤੇ ਫਿਰ ਕਿਹਨੂੰ ਬਲੇਮ ਨਹੀਂ ਕਰ ਸਕਦੇ ਆਪਾਂ ਕਹਾਂਗੇ ਬਈ ਡਿਸਕਸ ਕੀਤਾ ਸੀ। ਤੇ ਜਦੋਂ ਆਪਾਂ ਇਕੱਲੇ ਕੋਈ ਕੰਮ ਕਰਾਂਗੇ ਤੇ ਫਿਰ ਕਹਿੰਦੇ ਬਈ ਤੂੰ ਇਕੱਲੇ ਕੀਤਾ, ਸਾਡੀ ਥੋੜੀ ਕੋਈ ਜ਼ਿੰਮੇਵਾਰੀ ਹੈਗੀ। ਪਰ ਜਦੋਂ ਸਾਰਿਆਂ ਨੂੰ ਇਨਵੋਲਵ ਕਰਦੇ ਆ ਤੇ ਫਿਰ ਸਾਰੇ ਚੁੱਪ ਹੋ ਜਾਂਦੇ। ਇਸ ਲਈ ਇਹ ਜ਼ਰੂਰੀ ਆ ਇਕਾਗਰਤਾ। ਧਰਮ ਤੋਂ ਬਿਨਾਂ ਜਿਹੜਾ ਨਾ, ਦੇਖੋ ਜਿੱਦਾਂ ਧਰਮ ਹੈ ਨਾ, ਰਾਜਾ ਜਿੱਦਾਂ ਰਾਜੇ ਦੇ ਹੁਕਮ ਹੀ ਨਹੀਂ ਹੈਗਾ, ਕੋਈ ਉਹਦੇ ਨਿਯਮ ਹੀ ਨਹੀਂ ਕੋਈ ਨਹੀਂ ਬਣਾਇਆ ਤੇ ਉਹ ਆ। ਤੇ ਅਗਲੇ ਬੰਨੇ ਹਾਂਜੀ ਨੇ ਜਥਾ ਆ ਜਾਓ। ਹਾਂਜੀ ਹਾਂ, ਆਵਦਹੀਣੰ ਜਥਾ ਸੂਰਾ। ਕਹਿੰਦੇ ਜਿਹਦੇ ਕੋਲ ਸ਼ਸਤਰ ਹੀ ਹੈ ਨਹੀਂਗਾ ਤੇ ਸੂਰਮਾ ਕਹਿ ਰਿਹਾ ਹੈ ਉਹਨੂੰ ਤਾਂ ਕਿਸੇ ਨੇ ਵੀ ਲਪੇਟ ਦੇਣਾ ਹੈ। ਕਿਤੇ ਬਿਲਕੁਲ ਜਿਹੜਾ ਕਮਜ਼ੋਰ ਬੰਦੇ ਨੇ ਵੀ ਜਿੱਤ ਲੈਣਾ ਹੈ, ਕਮਜ਼ੋਰ ਕੋਲ ਸ਼ਸਤਰ ਹੈਗਾ ਤੇ ਉਹਨੂੰ ਜਿੱਤ ਲੈਣਾ ਹੈ। ਬਿਲਕੁਲ। ਜੇ ਕਹਿੰਦੇ ਕਿ ਜੇ ਕੋਈ ਸ਼ਸਤਰਧਾਰੀ ਹੈਗਾ, ਮੰਨ ਲਓ ਕਹਿੰਦਾ ਵਾ ਜੇ ਸ਼ਸਤਰ ਕੋਈ ਯੋਧਾ ਹੈਗਾ ਤੇ ਯੋਧਾ ਦਾ ਮਤਲਬ ਇਹੋ ਹੀ ਆ ਕਿ ਹੁਣ ਮੈਂ ਕੋਈ ਡਾਂਟ ਚਲਾਉਣੀ ਸਿੱਖੀ, ਮੈਂ ਕਿਰਪਾਨ ਚਲਾਉਣੀ ਸਿੱਖੀ ਆ, ਮੈਂ ਕੋਈ ਗੁਤਕਾ ਸਿੱਖਿਆ ਤੇ ਉਹ ਗਤਕੇ ਦਾ ਮੁੱਲ ਤੇ ਤਾਂ ਹੀ ਪੈਣਾ ਕਿ ਮੇਰੇ ਹੱਥ 'ਚ ਕਿਰਪਾਨ ਹੋਊਗੀ। ਹਾਂ, ਹੁਣ ਕਿਰਪਾਨ ਮੇਰੇ ਕੋਲ ਹੈ ਕੋਈ ਨਾ ਤੇ ਮੈਨੂੰ ਆਉਂਦਾ ਜ਼ਰੂਰ ਆ, ਮੈਨੂੰ ਕਿਰਪਾਨ ਚਲਾਉਣੀ ਆਉਂਦੀ ਆ, ਪਰ ਜਦੋਂ ਮੇਰੇ ਕੋਲ ਕਿਰਪਾਨ ਹੀ ਨਹੀਂ ਹੈਗੀ ਫਿਰ ਮੈਂ ਉਹ ਨਹੀਂ ਨਾ ਕਰ ਸਕਦਾ ਜੋ ਮੈਂ ਕਿਰਪਾਨ ਮੇਰੇ ਜਦੋਂ ਹੱਥ 'ਚ ਹੋਊਗੀ ਤੇ ਮੈਂ 40-50 ਬੰਦਿਆਂ ਨਾਲ ਲੜ ਸਕਦਾ। ਤੇ ਜੇ ਕਿਰਪਾਨ ਹੀ ਨਹੀਂ ਹੈਗੀ ਤੇ ਫਿਰ ਮੈਂ ਇੱਕ ਬੰਦੇ ਨਾਲ ਲੜ ਸਕਦਾ। ਉਹ ਮਤਲਬ ਕਿ ਇੰਨਾ ਫਰਕ ਪੈ ਜਾਣਾ ਵਾ ਉਹ ਸਕਿੱਲ ਦਾ। ਸਕਿੱਲ ਤੇ ਹੈਗਾ ਪਰ ਸ਼ਸਤਰ ਨਹੀਂ ਹੈਗਾ, ਸਾਡੇ ਕੋਲ ਇਕਵਿਪਮੈਂਟ ਨਹੀਂ ਹੈਗਾ, ਹਨਾ। ਮੈਂ ਡਰਾਈਵਰ ਬੜਾ ਵਧੀਆ ਵਾ, ਤੁਸੀਂ ਮੈਨੂੰ ਕਹੋ ਕਿ ਚਰਨਜੀਤ ਬਹੁਤ ਵਧੀਆ ਡਰਾਈਵਰ ਹੈ, ਪਰ ਮੈਂ ਡਰਾਈਵਰ ਮਾਂ ਦਾ ਸਿਰ ਹਾਂ, ਮੈਨੂੰ ਕਾਰ ਹੀ ਨਹੀਂ ਹੈਗੀ। ਉਹ ਮੇਰੀ ਡਰਾਈਵਰੀ ਕਿਸੇ ਕੰਮ ਦੀ ਨਹੀਂ। ਉਹ ਬਾਣੀ ਤੇ ਉਹ ਕਹਿੰਦੀ ਆ। ਹੁਣ ਅਗਲੇ ਬੰਨੇ ਅਸਲ 'ਚ ਵੇਖੋ ਚੀਜ਼ਾਂ ਸਮਝਾ ਰਹੇ ਨੇ ਕਿ ਮੈਨੂੰ ਸਾਰਾ ਕੁਝ ਆਉਂਦਾ, ਮੈਨੂੰ ਬੜਾ ਹੀ ਕੁਝ ਆਉਂਦਾ। ਹੁਣ ਮੈਂ ਬੜਾ ਵੱਡਾ ਲਿਖਾਰੀ ਆ, ਮੈਂ ਬੜਾ ਤੜਾ ਲਿਖਾਰੀ ਆ, ਪਰ ਮੇਰੇ ਕੋਲ ਪੈਨ ਕਾਪੀ ਨਹੀਂ ਹੈਗਾ, ਮੈਂ ਕਿੱਥੇ ਲਿਖੂੰਗਾ। ਹੁਣ ਅਗਲੇ ਬੰਨੇ ਉਹ ਇਹ ਚੀਜ਼ਾਂ ਸਮਝਾ ਕੇ ਕਿਤੇ ਲੈ ਕੇ ਆ ਰਹੇ ਨੇ, ਅਗਲੇ ਬੰਨੇ ਕੰਮ ਪੁਆਇੰਟ ਤੇ ਆਉਣਾ ਉਹਨਾਂ ਨੇ। ਹਾਂਜੀ ਅੱਗੇ ਚਲੀ ਨੇ ਜਦੋਂ ਨਾਨਕ ਧਰਮ ਹੀਣੰ ਤਥਾ ਵੈਸਨਾ। ਕਹਿੰਦੇ ਧਰਮ ਤੋਂ ਸਖਣਾ ਉਸੇ ਤਰੀਕੇ ਨਾਲ ਗੁਰਮੁਖ ਹੈਗਾ ਪਾਏ ਜਿਹੜਾ ਧਿਆਨ ਸਿਮਰਨ ਹੀ ਨਹੀਂ ਕਰ ਰਿਹਾ, ਆਪਣੇ ਆਪ ਨੂੰ ਗੁਰਮੁਖ ਅਖਵਾ ਰਿਹਾ ਹੈ। ਧਰਮ ਹੈ ਹੀ ਨਹੀਂ ਉਹਦੇ ਕੋਲ, ਧਿਆਨ ਸਿਮਰਨ ਹੈ ਹੀ ਨਹੀਂ, ਉਹਦੇ ਕੋਲ ਗਿਆਨ ਵੀ ਨਹੀਂ ਹੈ, ਨਾ ਹੀ ਜਿਹੜਾ ਹੈਗਾ ਉਹਦੇ ਕੋਲ ਜਿਹੜਾ ਹੈਗਾ ਉਹ ਪਰਮੇਸ਼ਰ ਦੀ ਸ਼ਰਨ 'ਚ ਆ, ਤੇ ਨਾ ਹੀ ਉਹ ਜਿਹੜਾ ਹੈਗਾ ਧਿਆਨ ਸਿਮਰਨ ਕਰਦਾ।
ਹਾਂ ਬਿਲਕੁਲ ਠੀਕ ਹੈ ਜੀ। ਇੱਥੇ ਕਹਿ ਰਹੇ ਨੇ ਕਿ ਉਹ ਬੰਦਾ ਸਭ ਤੋਂ ਪਹਿਲਾਂ ਤੇ ਉਹਨੂੰ ਇਹ ਨਹੀਂ ਪਤਾ ਕੀ ਕਰਨਾ ਜਾਂ ਨਹੀਂ ਕਰਨਾ, ਸਹੀ ਕੀ ਆ ਗਲਤ ਕੀ ਆ, ਉਹਨੂੰ ਕੁਝ ਨਹੀਂ ਪਤਾ। ਜਿਹਨੂੰ ਇਹ ਨਹੀਂ ਪਤਾ ਔਰ ਕੋਈ ਧਰਮ ਨਹੀਂ ਹੈਗਾ। ਹੁਣ ਜਿਹਨੂੰ ਇਹ ਨਹੀਂ ਪਤਾ ਤੇ ਉਹ ਧਿਆਨ ਸਿਮਰਨ ਵੀ ਕਰੂਗਾ, ਹੋਰ ਕੋ ਹੋਰ ਕਮਜ਼ੋਰੀ ਆ ਇਹ। ਜੇਕਰ ਇਹਨਾਂ ਹੁਣ ਦੇਖੋ ਬਾਣੀ ਕਰ ਗਈ ਕੰਮ ਦੀ ਗੱਲ। ਬਾਣੀ ਕਹਿੰਦੀ ਆ ਕਿ ਜੇ ਤੇ ਉਹ ਬੰਦੇ ਦੀ ਕਰਤੂਤ ਹੀ ਸਹੀ ਨਹੀਂ ਆ, ਉਹ ਬੰਗਲਿਆਂ ਵਾਲੇ ਕੰਮ ਕਰਨ ਦਿਆ ਵਾ ਤੇ ਆਪਣਿਆਂ ਨੂੰ ਧਾਰਮਿਕ ਸਿਖਾਉਣ ਦਿਆ ਵਾ, ਤੇ ਇਹ ਕਿੱਥੋਂ ਦਾ ਧਰਮ ਆ? ਬਿਲਕੁਲ। ਕਹਿਣ ਤੋਂ ਭਾਵ ਇੱਕ ਜੋਧਾ ਕਹਿੰਦਾ ਮੈਂ ਜੋਧਾ ਵਾਂ, ਹੱਥ ਜੋ ਤੇ ਕਿਰਪਾਨ ਹੀ ਨਹੀਂ, ਉਹ ਕਹਦਾ ਜੋਧਾ। ਇਹ ਜਿਹੜਾ ਧਾਰਮਿਕ ਬੰਦਾ ਕਹਿੰਦਾ ਵਾ ਮੈਂ ਆਊਟਪੁੱਟ ਬਾਹਰੋਂ ਚੇਂਜ ਕਰਕੇ ਬੈਠਾ ਹੈ, ਤੇ ਜਦੋਂ ਉਹਦੇ ਅੰਦਰ ਧਰਮ ਹੀ ਨਹੀਂ ਹੈਗਾ, ਉਹਦੇ ਅੰਦਰ ਦਇਆ ਨਹੀਂ ਹੈਗੀ, ਸੰਤੋਖ ਨਹੀਂ ਹੈਗਾ, ਤੇ ਉਹ ਧਿਆਨ ਸਿਮਰਨ ਨਹੀਂ ਹੈਗਾ, ਉਹ ਧਾਰਮਿਕ ਬੰਦਾ ਹੈ ਹੀ ਨਹੀਂ। ਉਹ ਤੇ ਠੱਗ ਹੈ। ਤੇ ਇਹ ਇਸੇ ਤਰ੍ਹਾਂ ਹੀ ਆ ਕਿ ਉਹ ਧਰਮ ਦੀ ਗੱਲ ਕਰਦੇ ਆ ਕਿ ਜਿੱਦ ਤੱਕ ਸਾਡੇ ਅੰਦਰ ਹੀ ਉਚਾਈ ਨਹੀਂ ਆਈ, ਸਾਡੇ ਉਚਾਈ ਆਉਣ ਦਾ ਮਤਲਬ ਇਹੋ ਹੀ ਹੈ ਕਿ ਸਾਡੇ ਉਸ ਉਚਾਈ ਨੂੰ ਸਾਡੇ ਘਰ ਵਾਲੇ ਫੀਲ ਕਰ, ਮਹਿਸੂਸ ਕਰਨ। ਸਭ ਤੋਂ ਪਹਿਲਾਂ ਇਹ ਇੱਥੋਂ ਹੀ ਸ਼ੁਰੂ ਹੋਣੀ ਆ ਐਨਰਜੀ। ਮੈਂ ਵੀ ਕਹਾਂ ਤੁਹਾਨੂੰ ਲੋਕੀ ਫੀਲ ਕਰਨਗੇ, ਤੁਹਾਡੇ ਘਰ ਦੇ ਨਹੀਂ ਫੀਲ ਕਰ ਸਕਦੇ, ਗੁਆਂਢੀ ਨੇ ਕਿੱਥੋਂ ਕਰਨਾ? ਹੈ ਨਾ ਨਿੱਜਰ ਸਾਹਿਬ? ਆਪਾਂ ਤਾਂ ਘਰ ਤੋਂ ਬਾਹਰ ਨਾ ਹੀ ਜਾਈਏ, ਚੰਗੀ ਗੱਲ ਆ। ਔਰ ਪ੍ਰੋਬਲਮ ਇਹੋ ਹੀ ਆ ਕਿ ਆਪਾਂ ਘਰੇ ਆਪਾਂ ਨੂੰ ਬਹੁਤ ਕੰਮ ਕਰਨ ਦੀ ਲੋੜ ਆ। ਆਪਣੇ ਘਰੇ ਹੀ ਤੇ ਸਾਰਾ ਗੜਬੜ ਹੈ। ਤੇ ਕਈ ਲੋਕ ਬਾਹਰੋਂ ਵੇਖੋ ਕਿੱਡੇ ਕਿੱਡੇ ਚੰਗੇ ਹੋਣਗੇ, ਲੋਕਾਂ ਨੂੰ ਬਹੁਤ ਪਸੰਦ ਕਰਦੇ, ਦੁਨੀਆ ਬਹੁਤ ਚੰਗੇ ਬੜੇ ਵਧੀਆ ਵੀ ਵੇਖੋਗੇ। ਕਈ ਬੰਦੇ ਦਫ਼ਤਰਾਂ 'ਚ ਬੈਠੇ ਹੋਣਗੇ, ਉਹ ਇੱਕ ਬਹੁਤ ਵਧੀਆ ਵਰਕਰ ਹੁੰਦੇ ਨੇ, ਕੰਪਨੀ 'ਚ ਉਹਨਾਂ ਦੀ ਬਹੁਤ ਜ਼ਿਆਦਾ ਰੈਪੂਟੇਸ਼ਨ ਹੁੰਦੀ ਆ, ਪਰ ਉਹ ਬੰਦਾ ਜਦੋਂ ਘਰੇ ਆਉਂਦਾ ਤੇ ਇੱਕਦਮ ਉਹ ਬੰਦਾ ਉਹਦਾ ਕਰੈਕਟਰ ਇੱਕ ਏਡਾ ਵੀਕ ਹੁੰਦਾ, ਇੰਨਾ ਕਮਜ਼ੋਰ ਹੁੰਦਾ ਹੈ। ਉਹ ਉਹਨਾਂ ਵਧੀਆ ਘਰੇ ਇੱਕ ਇਨਸਾਨ ਨਹੀਂ ਹੁੰਦਾ, ਇੱਕ ਫੈਮਿਲੀ ਮੈਂਬਰ ਨਹੀਂ ਹੁੰਦਾ ਜਿੰਨਾ ਵਧੀਆ ਉਹ ਕੰਮ ਤੇ ਹੁੰਦਾ। ਬੇਸ਼ੱਕ ਉਹਦੀ ਕੰਪਨੀ 'ਚ ਉਹਦੀ ਬਹੁਤ ਵੈਲਿਊ ਹੈ, ਬਹੁਤ ਵੱਡੀ ਪੋਜੀਸ਼ਨ ਤੇ ਬੈਠਾ ਹੈ, ਪਰ ਘਰੇ ਜਦੋਂ ਬੰਦਾ ਆ ਕਰ ਜੇਕਰ ਉਹ ਚੀਜ਼ ਨੂੰ ਆਪਣੇ ਇੱਕ ਦੂਜੇ ਕਰੈਕਟਰ ਨੂੰ ਪਲੇ ਨਹੀਂ ਕਰ ਰਿਹਾ ਤੇ ਇਹ ਵੀ ਇੱਕ ਅਧੂਰਾ ਜੀਵਨ। ਹਾਂਜੀ ਨਜਰ ਸਾਹਿਬ ਅੱਗੇ ਹੁਣ ਦੇਖੋ ਬਹੁਤ ਕੀਮਤੀ ਜਿਹੜਾ ਹੈਗਾ ਸ਼ਲੋਕ ਆ ਰਿਹਾ ਆ, ਪਰਮਾਤਮਾ ਦੇ ਬਾਰੇ ਬਿਆਨ ਕਰ ਰਿਹਾ। ਭਾਈ ਜਿਹੜਾ ਹੈਗਾ ਪਰਮਾਤਮਾ ਦੀ ਭਗਤੀ ਕਰਨਾ ਹੀ ਆ ਨਾ, ਪਰਮਾਤਮਾ ਦੇ ਬਾਰੇ ਜਾਣ ਲਓ। ਪਰਮਾਤਮਾ ਨੂੰ ਡਿਫਾਈਨ ਕਰ ਰਿਹਾ ਹੁਣ ਇਹ ਸ਼ਲੋਕ। ਦੇਖੋ ਕਿੰਨਾ ਕੀਮਤੀ ਹੈ ਗੁਰਕੀ ਸਾਹਿਬ। ਇਹ ਜਿਹੜਾ ਹੈਗਾ ਸਹਿਸਕ੍ਰਿਤੀ ਸ਼ਲੋਕ, ਮੈਂ ਤਾਂ ਕਹਿੰਦਾ ਦੇਖੋ ਕਿੰਨੇ ਜਿਹੜੇ ਹੈਗੇ ਘੁੱਟ ਕੇ ਜਿਹੜਾ ਹੈਗਾ ਇਹਦੇ ਵਿੱਚ ਇੰਨਾ ਘੁੱਟ ਕੇ ਗਿਆਨ ਭਰਿਆ ਹੋਇਆ। ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸਿਆਮੰ। ਪਹਿਲੀ ਗੱਲ ਕਹਿੰਦੇ ਪਰਮਾਤਮਾ ਜਿਹੜਾ ਹੈਗਾ ਨਾ ਉਹਦੇ ਕੋਲ ਕੋਈ ਸ਼ੰਖ ਹੈਗਾ ਪਾਏ, ਨਾ ਉਹਦੇ ਕੋਲ ਚੱਕਰ ਹੈਗਾ ਉਹਦੇ ਹੱਥ 'ਚ, ਨਾ ਕੋਈ ਗਦਾ ਹੈਗੀ ਹਨੂਮਾਨ ਵਾਲੀ ਉਹਦੇ ਕੋਲ, ਤੇ ਨਾ ਹੀ ਉਹ ਸਿਆਮੰਗ, ਨਾ ਹੀ ਉਹ ਸ਼੍ਰੀ ਕ੍ਰਿਸ਼ਨ ਵਰਗਾ ਕਾਲਾ ਹੈਗਾ, ਨਾ ਸ਼੍ਰੀ ਕ੍ਰਿਸ਼ਨ ਹੈਗਾ ਉਹ, ਨਾ ਵਿਸ਼ਨੂੰ ਹੈਗਾ ਤੇ ਨਾ ਸ਼੍ਰੀ ਕ੍ਰਿਸ਼ਨ ਹੈਗਾ ਉਹ। ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸਿਆਮੰਗ। ਕੀ ਹੈਗਾ ਭਾਈ? ਆਸ਼ਚਰਜ ਰੂਪੰਗ ਰਹੰਤ ਜਨਮੰ। ਕਹਿੰਦੇ ਉਹ ਤਾਂ ਬਿਆਨ ਨਹੀਂ ਕੀਤਾ ਜਾ ਸਕਦਾ ਭਾਈ, ਉਹ ਤਾਂ ਆਸ਼ਚਰਜ ਹੈਗਾ। ਉਹਦੇ ਸ਼ਬਦ ਹੀ ਨਹੀਂ ਬਣੇ, ਕਿਹਦੇ ਨਾਲ ਕੰਪੇਅਰ ਕਰਾਂ? ਮੈਂ ਦੇਖਿਆ ਤੇ ਕਿਹਦੇ ਨਾਲ ਦੱਸਾਂ? ਮੈਂ ਕਿਵੇਂ ਦੱਸਾਂ ਉਹਨੂੰ? ਆਸ਼ਚਰਜ ਰੂਪੰਗ ਕਹਿੰਦੇ ਦੇਖ ਲੇਗਾ ਤੇ ਹੈਰਾਨ ਹੋ ਜਾਏਗਾ, ਤੇਰੀਆਂ ਅੱਖਾਂ ਹੀ ਅੱਡੀਆਂ ਰਹਿ ਜਾਣਗੀਆਂ ਭਾਈ। ਆਸ਼ਚਰਜ ਰੂਪੰਗ ਰਹੰਤ ਜਨਮੰ। ਕਹਿੰਦੇ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ ਉਹ। ਨੇਤ ਨੇਤ ਕਥੰਤ ਬੇਦਾ। ਵੇਦ ਕਹਿੰਦੇ ਆ ਵੀ ਨਹੀਂ, ਆ ਵੀ ਨਹੀਂ, ਆ ਵੀ ਨਹੀਂ, ਇਸ ਤੋਂ ਅੱਗੇ, ਇਸ ਤੋਂ ਅੱਗੇ, ਇਸ ਤੋਂ ਅੱਗੇ ਆ ਵੀ ਨਹੀਂ ਹੈ ਪਰਮਾਤਮਾ। ਬ੍ਰਹਮਾ ਨੇ ਆਹੀ ਕਿਹਾ ਸੀਗਾ, ਪ੍ਰਕਿਰਤੀ ਤੋਂ ਲੱਭ ਰਿਹਾ ਸੀ ਪਰਮਾਤਮਾ ਨੂੰ। ਕਹਿੰਦੇ ਨਾ ਨਾ ਨਾ, ਆ ਵੀ ਨਹੀਂ, ਆ ਵੀ ਨਹੀਂ, ਆ ਵੀ ਨਹੀਂ, ਆ ਵੀ ਨਹੀਂ। ਨੇਤ 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 ਨੇਤ। ਆਸ਼ਚਰਜ ਰੂਪੰਗ ਰਹੰਤ ਜਨਮੰ ਨੇਤ ਨੇਤ ਕਥੰਤ ਵੇਦਾ। ਊਚ ਮੂਚ ਅਪਾਰ ਗੋਬਿੰਦੈ। ਕਹਿੰਦੇ ਉੱਚਾ ਹੈ, ਬਹੁਤ ਉੱਚਾ ਹੈ। ਮੂਚ ਕਹਿੰਦੇ ਬਹੁਤ ਵੱਡਾ ਹੈਗਾ। ਅਪਾਰ ਕਹਿੰਦੇ ਉਹਦਾ ਪਾਰਾਵਾਰ ਹੀ ਨਹੀਂ ਹੈਗਾ। ਉਹ ਮਾਲਕ ਪਰਮਾਤਮਾ ਦਾ, ਉਹ ਗੋਬਿੰਦ ਦਾ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਉਹ। ਬਸੰਤ ਸਾਧ ਰਿਦਿਅੰਗ। ਕਹਿੰਦੇ ਸਾਧੂਆਂ ਦੇ, ਬ੍ਰਹਮ ਗਿਆਨੀਆਂ ਦੇ ਹਿਰਦੇ 'ਚ ਵੱਸਦਾ ਹੈ ਉਹ, ਪ੍ਰਗਟ ਹੈ ਹਿਰਦੇ 'ਚ। ਆ ਉਹਦਾ ਟਿਕਾਣਾ ਹੈਗਾ, ਇੱਥੋਂ ਉਹਨੇ ਮਿਲਣਾ ਆ। ਅਚੁੱਤ ਕਹਿੰਦੇ ਅਵਿਨਾਸੀ ਹੈਗਾ, ਹਮੇਸ਼ਾ ਰਹਿਣ ਵਾਲਾ ਆ। ਬੁਝੰਤ ਨਾਨਕ ਵਡ ਭਾਗੀ ਹੈ। ਕਹਿੰਦੇ ਇਸ ਗੱਲ ਨੂੰ ਵੱਡੇ ਭਾਗਾਂ ਵਾਲਾ ਕੋਈ ਟਾਵਾਂ ਜਿਹੜਾ ਹੈਗਾ ਇਹ ਗੱਲ ਨੂੰ ਫੜ ਲੂਗਾ, ਬੁੱਝ ਲੂਗਾ ਇਹ ਗੱਲ ਨੂੰ। ਇਹ ਪਰਮਾਤਮਾ ਆਇਆ, ਇਹਦੀ ਭਗਤੀ ਕਰਨੀ। ਹਾਂਜੀ ਵੀਰ ਜੀ। ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸਿਆਮੰ ਆਸ਼ਚਰਜ ਰੂਪੰ ਰਹੰਤ ਜਨਮੰ।
ਹਾਂਜੀ, ਇੱਥੇ ਬਾਣੀ ਚ ਗੁਰੂਆਂ ਨੇ ਸਾਨੂੰ ਜੋ ਸਮਝਾਇਆ ਕਿਤੇ ਨਾ ਤੇ ਉਹਦੇ ਹੱਥ 'ਚ ਕੋਈ ਸੰਖ ਆ, ਨਾ ਉਹਦੇ ਹੱਥ 'ਚ ਕੋਈ ਗਦਾ ਹੈ, ਤੇ ਨਾ ਹੀ ਚੱਕਰ ਉਹ ਚੱਕਰ ਆ ਜਿੱਦਾਂ ਕ੍ਰਿਸ਼ਨ ਦਾ ਚੱਕਰ ਆ। ਕਹਿਣ ਤੋਂ ਭਾਵ ਹੈ ਨਾ, ਆਪ ਜੀ ਇੱਕ ਚੀਜ਼ ਨੂੰ ਅੰਡਰਸਟੈਂਡ ਕਰੋ, ਸ਼ੁਰੂ ਤੋਂ ਹੀ ਮਨੁੱਖ ਨੂੰ ਜਿਹੜੀ ਭਗਤੀ ਕਰਾਈ ਗਈ ਹੈ ਉਹ ਆਕਾਰ ਦੀ ਕਰਾਈ, ਸਰਗੁਣ ਬ੍ਰਹਮ ਆਕਾਰ ਦੀ ਕਰਾਈ ਗਈ ਹੈ। ਚਾਹੇ ਉਸ ਨੂੰ ਦੇਵੀ ਦੇਵਤੇ ਦੇ ਰੂਪ ਚ ਪੇਸ਼ ਕੀਤਾ ਹੋਵੇ, ਚਾਹੇ ਕਿਸੇ ਹੋਰ ਰੂਪ ਚ ਪੇਸ਼ ਕੀਤਾ ਜਾਵੇ। ਇਹਨਾਂ ਨੇ ਕੋਸ਼ਿਸ਼ ਇਹ ਕੀਤੀ ਹੈ ਕਿ ਕਿਸੇ ਤਰੀਕੇ ਨਾਲ ਕਿਸੇ ਬੰਦੇ ਨਾਲ ਹੀ ਜੋੜ ਦਿੱਤਾ ਜਾਵੇ। ਬ੍ਰਹਮ ਦੇ ਵੱਲ ਕੋਈ ਨਹੀਂ ਗਿਆ, ਭਾਵੇਂ ਕਿੰਨੀ ਮਰਜ਼ੀ ਕੋਸ਼ਿਸ਼ ਕਰਕੇ ਦੇਖ ਲਈਏ ਨਾ, ਆਪ ਲਾਗੇ ਬੰਨੇ ਨਜ਼ਰ ਮਾਰੋ, ਜਿਹੜਾ ਮਰਜ਼ੀ ਬੰਦਾ ਹੈ ਨਾ ਤੁਹਾਨੂੰ ਆਕਾਰ ਦੇ ਨਾਲ ਹੀ ਜੋੜਦਾ। ਹੁਣ ਵੀ ਦੇਖ ਲਓ ਗੋਰਖੀ ਸਾਹਿਬ, ਆਪਣੇ ਜਿਹੜੇ ਆਪਣੇ ਗਰੁੱਪ ਦੇ ਵਿੱਚ ਗੋਰਖੀ ਸਾਹਿਬ ਦੇਖ ਲਓ, ਉਹ ਪਤਾ ਨਹੀਂ ਕਿਹੜੀ ਫੋਟੋ ਹੈ, ਕੋਈ ਚਾਈਨੀਜ਼ ਬੰਦਾ ਹੈਗਾ, ਉਹਨੂੰ ਜਿਹੜਾ ਹੈਗਾ ਉਹਨੂੰ ਕਹਿੰਦੇ ਜੀ ਆਹ ਪੁਰਾਤਨ ਗੁਰੂ ਨਾਨਕ ਸਾਹਿਬ ਦੀ ਫੋਟੋ, ਆ ਬਾਲਾ ਹੈ ਤੇ ਮਰਦਾਨਾ ਹੈ ਤੇ ਆਹ ਦੇਖੋ ਆ ਬੈਠੇ ਆ ਸਾਰਾ। ਉਹ ਫੋਟੋ ਹੁਣ ਆਪਣੇ ਗਰੁੱਪ ਚ ਪਾਈ ਹੈ, ਹਾਲੇ ਮੇਰੇ ਖਿਆਲ ਡਿਲੀਟ ਨਹੀਂ ਕੀਤੀ ਹੋਣੀ। ਗੱਲ ਤੇ ਪਤਾ ਕੀ ਹੈ ਕਿ ਇਹ ਮਾਨਸਿਕ ਸਥਿਤੀ ਦੱਸਦੀ ਹੈ ਤੁਹਾਡੀ ਕਿ ਤੁਸੀਂ ਕੀ ਕਰ ਰਹੇ ਜੋ। ਚਾਹੇ ਤੁਸੀਂ ਗਰੁੱਪ 'ਚ ਮੈਸੇਜ ਵੀ ਪਾ ਰਹੇ ਜੋ ਨਾ, ਉੱਥੇ ਪਤਾ ਲੱਗਦਾ ਕਿ ਤੁਹਾਡੀ ਆਪਣੀ ਵਿਵੇਕ ਕਿੰਨੀ ਕੀ ਕੰਮ ਕਰ ਰਹੀ। ਬਿਲਕੁਲ ਸਹੀ ਗੱਲ ਹੈ, ਆਪਾਂ ਆਪਣੇ ਆਪ ਨੂੰ ਦਿਖਾ ਰਹੇ ਹਾਂ। ਕੋਸ਼ਿਸ਼ ਕਰਿਆ ਕਰੋ ਸਾਧ ਸੰਗਤ ਜੀ, ਏਦਾਂ ਦੀ ਕੋਈ ਵੀ ਵੀਡੀਓ ਨਾ ਪਾਇਆ ਕਰੋ, ਤੁਹਾਨੂੰ ਪਤਾ ਹੀ ਕੁਛ ਨਹੀਂ ਉਹਦੇ ਬਾਰੇ। ਹਾਂ, ਅਵਸਥਾ ਬਣ ਜੂਗੀ ਫਿਰ ਜੋ ਮਰਜ਼ੀ ਪਾ ਦੇ। ਔਰ ਜੇ ਤੁਹਾਡੇ ਕੋਲ ਕੋਈ ਲਫ਼ਜ਼ ਹੈਗਾ ਨਾ, ਆਪਣਾ ਲਫ਼ਜ਼ ਕੁਛ ਵੀ ਬੋਲੋ, ਤੁਸੀਂ ਆਪਣੀ ਰਿਕਾਰਡਿੰਗ ਕਰਕੇ ਪਾਓ ਗਰੁੱਪ 'ਚ, ਨਹੀਂ ਵੀ ਰਿਕਾਰਡਿੰਗ ਪਾ ਸਕਦੇ ਤੇ ਕਥਾ ਕਰੋ, ਤੁਸੀਂ ਆਪਣੇ ਵਿਚਾਰ ਦੱਸਿਆ ਕਰੋ। ਇਹ ਜਿਹੜੇ ਮੈਸੇਜ ਮੂਸੇਜ ਇੱਧਰ ਚੁੱਕੀ ਫਿਰਦੇ ਚ ਕੁਛ ਨਹੀਂ ਹੈਗਾ। ਆਪ ਕੀ ਸੋਚਦੇ? ਗੁਰੂ ਗ੍ਰੰਥ ਸਾਹਿਬ ਨੂੰ ਲੋਕਾਂ ਨੇ ਪੜ੍ਹਿਆ ਨਹੀਂ ਹੈ? ਯੂਨੀਵਰਸਿਟੀਆਂ 'ਚ ਜਾ ਕੇ ਦੇਖੋ, ਉਹਨਾਂ ਨੂੰ ਇੱਕ ਇੱਕ ਅੱਖਰ ਦਾ ਪਤਾ ਹੈ ਕੀ ਆ ਮਤਲਬ, ਪਰ ਗਿਆਨ ਨਹੀਂ ਹੋਣਾ। ਇਹ ਜਿਹੜੀਆਂ ਵੀਡੀਓ ਆਪਾਂ ਸੁਣਦੇ ਫਿਰਦੇ ਹਾਂ, ਕਿ ਇਹਦੇ ਨਾਲ ਗਿਆਨ ਹੁੰਦਾ? ਏਦਾਂ ਹੀ ਗਿਆਨ, ਏਦਾਂ ਫਿਰ ਉਹ ਕਿ ਕਹਿ ਗਏ ਇਹਦੇ ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਤਾਂ ਥੋੜੀ ਗੱਲਾਂ ਬਣਦੀਆਂ ਨੇ। ਆਪ ਬਸ ਸੰਗਤ ਕਰੋ, ਇੱਕ ਛੋਟਾ ਜਿਹਾ ਫਾਰਮੂਲਾ, ਸੰਗਤ ਕਰਦੇ ਜਾਓ, ਸੰਗਤ ਚ ਤੁਹਾਨੂੰ ਉਹ ਦੱਸਣਗੇ, ਥੋੜਾ ਥੋੜਾ ਗਿਆਨ ਤੁਹਾਡੇ ਅੰਦਰ ਪੇਸ਼ ਪਾਉਣਗੇ, ਉਹ ਗਿਆਨ ਨੇ ਅਸਰ ਕਰਨਾ। ਛੋਟਾ ਬੱਚਾ ਜਦੋਂ ਸਕੂਲੇ ਜਾਂਦਾ ਹੈ, ਇੱਕਦਮ ਡਾਕਟਰ ਇੰਜੀਨੀਅਰ ਨਹੀਂ ਬਣ ਜਾਂਦਾ। ਇਸ ਲਈ ਬਾਰ-ਬਾਰ ਬਾਣੀ ਚ ਕਿਹਾ ਗਿਆ ਕਿ ਸੰਗਤ ਕਰਨੀ ਆ, ਸੰਗਤ ਦੇ ਵਿੱਚ ਨੁਕਤੇ ਮਿਲਣਗੇ, ਤੈਨੂੰ ਜੀਵਨ ਚ ਉਹਨਾਂ ਦੀ ਵਰਤੋਂ ਕਰਨੀ ਪੈਣੀ। ਪੜ੍ਹੇ ਲਿਖੇ ਕਿਆ ਹੋਏ, ਤੇ ਪੜ੍ਹੇ ਲਿਖੇ ਨਾਲ ਕੀ ਹੋਊਗਾ? ਜੇ ਸਾਹਿਬ ਨਾ ਮਿਲੇ ਸੋਈ, ਹਨਾ ਨਜਰ ਸਾਹਿਬ, ਉਹ ਤੁਕ ਬੋਲ ਦੋ। ਹਾਂਜੀ, ਉਹ ਹੈਗਾ ਸ਼ੁਰੂ ਤੋਂ ਹੈਗਾ ਬਈ, ਕਿਆ ਪੜੀਏ ਕਿਆ ਗੁਨੀਏ, ਕਿਆ ਵੇਦ ਪੁਰਾਣਾ ਸੁਣੀਏ, ਪੜੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰ। ਹਾਂ, ਉੱਥੇ ਪੜਨ ਲਿਖਣ ਦੇ ਨਾਲ ਕੀ ਹੋਊਗਾ? ਤੂੰ ਵੇਦ ਪੁਰਾਣ ਪੜ੍ਹੀ ਜੋ, ਲੋਕਾਂ ਨੂੰ ਪੜ੍ਹਾਈ ਜਾਓ। ਹੁਣ ਪਿੰਡਾਂ 'ਚ ਸਪੀਕਰ ਲਾਇਆ ਹੁੰਦਾ ਵਾ ਅਖੰਡ ਪਾਠ ਦਾ, ਆਪ ਟੱਬਰ ਕੋਈ ਕਮਰੇ 'ਚ ਉੱਤੇ ਬੈਠਾ ਨਹੀਂ ਹੁੰਦਾ, ਬਾਕੀ ਸਾਰੇ ਟੱਬਰ ਸਾਰੇ ਪਿੰਡ ਲਈ ਭਾਦੀ ਬਣਾਈ ਹੁੰਦੀ ਹੈ। ਬਿਲਕੁਲ। ਔਰ ਇੱਥੇ ਹੀ ਬੈਠੇ ਆ, ਮੇਰਾ ਨਮਾਜ਼ ਪੜ੍ਹੀ ਜਾਂਦੇ, ਉਹ ਜਿਹੜੀ ਅਜ਼ਾਨ ਹੋ ਜਾਂਦੀ ਆ, ਤੇ ਉਹ ਕਿੰਨਾ ਉੱਚਾ ਸਪੀਕਰ ਲਾਇਆ, ਤੇ ਉਹ ਬਾਹਰ ਮੈਂ ਸੜਕ ਤੇ ਜਾਂਦਾ ਤੇ ਉੱਥੇ ਤੇ ਉਹ ਕੋਈ ਗੱਲਬਾਤ ਨਹੀਂ, ਲੋਕਾਂ ਨੂੰ ਗਿਆਨ ਤੇ ਕੋਈ ਹੈ ਨਹੀਂ। ਹਾਂ ਬਈ ਮੱਥਾ ਟੇਕ ਆਉਂਦੇ ਨੇ, ਉਹ ਫਿਰ ਕਾਂ ਠਾਂ ਕਰਕੇ ਕਰਦੇ ਨੇ, ਹੱਥ ਧੋ ਕੇ ਉੱਤੇ ਕਰੀ ਜਾਂਦੇ ਨੇ। ਮੁਸਲਮਾਨ ਕੰਟਰੀਆਂ 'ਚ ਵੀ ਚੱਲ ਜਾਓ ਤੁਸੀਂ, ਇਹ ਬੜਾ ਨਿੱਜੀ ਜਿਹਾ ਮੈਟਰ ਹੈ। ਧਰਮ ਤੁਹਾਡਾ ਆਪਣਾ ਇੱਕ ਪਰਸਨਲ ਮੈਟਰ ਹੈ, ਔਰ ਉਹ ਤੁਹਾਨੂੰ ਖੁਦ ਹੀ ਗਤੀ ਕਰਨੀ ਪੈਣੀ ਹੈ। ਜੇ ਤੁਸੀਂ ਸੋਚੋ ਨਾ ਕਿ ਪੜ੍ਹ ਕੇ ਕਿਸੇ ਦਾ ਗਿਆਨ ਪੜ੍ਹ ਕੇ ਤੁਸੀਂ ਬ੍ਰਹਮ ਗਿਆਨੀ ਹੋ ਜਾਓ, ਜਾਂ ਕਿਸੇ ਨੂੰ ਸੁਣ ਕੇ ਬ੍ਰਹਮ ਗਿਆਨੀ ਹੋ ਜਾਓਗੇ, ਏਦਾਂ ਪੋਸੀਬਲ ਨਹੀਂ ਹੈਗਾ। ਇੱਕ ਅਲੱਗ ਹੀ ਗੇਮ ਹੈ। ਔਰ ਕੋਸ਼ਿਸ਼ ਕਰਿਆ ਕਰੋ ਜਿਹੜਾ ਗਿਆਨ ਤੁਹਾਡਾ ਨਹੀਂ ਆ, ਉਸ ਤੋਂ ਆਪਣੇ ਆਪ ਨੂੰ ਥੋੜਾ ਦੂਰ ਰੱਖੋ। ਹਾਂ, ਤੁਸੀਂ ਕੋਈ ਗੱਲ ਜ਼ਿੰਦਗੀ 'ਚ ਕੋਈ ਆਪਣੇ ਜੀਵਨ 'ਚ ਇੰਪਲੀਮੈਂਟ ਕਰ ਲਈ ਆ, ਕੁਛ ਬੰਦਾ ਤੁਹਾਨੂੰ ਗਿਆਨੀ ਮਿਲ ਗਿਆ ਹੈ, ਤੁਸੀਂ ਮੈਨੂੰ ਇਹ ਦੱਸਣਾ ਵਾ ਗਰੁੱਪ 'ਚ ਕਿ ਹਾਂ ਵੀਰ ਜੀ, ਆਹ ਬੰਦੇ ਤੋਂ ਮੈਂ ਨੁਕਤਾ ਲਿਆ ਜੋ, ਤੇ ਆਹ ਮੈਂ ਜ਼ਿੰਦਗੀ 'ਚ ਇੰਪਲੀਮੈਂਟ ਕੀਤਾ ਜੋ, ਅੱਜ 3 ਸਾਲ 2 ਸਾਲ ਹੋ ਗਏ ਜੋ ਮੇਰੇ ਜੀਵਨ 'ਚ ਆਹ ਬਦਲਾਅ ਹੋਇਆ, ਫਿਰ ਪੋਸਟ ਪਾ ਦਿਓ। ਬਿਲਕੁਲ ਸਹੀ ਗੱਲ। ਤੇ ਜੇ ਨਹੀਂ ਤੁਹਾਨੂੰ ਕੁਛ ਲੱਭਿਆ ਤਾਂ ਫਿਰ ਐਵੇਂ ਕਹਾਂ ਦੀ ਕਾਂ ਫਾਰਵਰਡ ਕਰੀ ਜਾਂਦੇ, ਕੀ ਹੈਗਾ ਕੁਛ ਹੈਗਾ, ਕੁਝ ਦੱਸੋ ਮੈਨੂੰ। ਹੁਣ ਕੱਲ ਵੀ ਇੱਕ ਮੈਨੂੰ ਵੀਰ ਦਾ ਫੋਨ ਆਇਆ, ਮੈਨੂੰ ਕਹਿੰਦਾ ਕਿ ਵੀਰ ਜੀ ਉਹ ਇੱਕ ਨਾ ਕਥਾ ਕਰਦੇ ਨੇ, ਉਹ ਸਾਰੀ ਬ੍ਰਹਮ ਦੀ ਗੱਲ ਕਰਦੇ ਨੇ। ਮੈਂ ਠੀਕ ਹੈ, ਬ੍ਰਹਮ ਦੀ ਕਰਦੇ ਆ, ਤੇ ਮੈਂ ਉਹ ਕੋਈ ਦੱਸਿਆ ਉਹਨਾਂ ਨੇ ਕੰਮ ਦੀ ਗੱਲ, ਕਿੱਦਾਂ ਉਹ ਬ੍ਰਹਮ ਕੋਲ ਪਹੁੰਚਣਾ? ਨਹੀਂ, ਬਸ ਓਦਾਂ ਹੀ ਗੱਲਾਂ ਕਰਦੇ ਨੇ ਕਿ ਉਹ ਪ੍ਰਮਾਤਮਾ ਨਿਰਾਕਾਰ ਆ, ਦੁਨੀਆ ਇੱਥੇ ਭਰਮਾਂ 'ਚ ਤੁਰੀ ਫਿਰਦੀ ਆ, ਤੀਰਥ ਸਥਾਨਾਂ 'ਤੇ ਤੁਰੀ ਫਿਰਦੀ। ਮੈਂ ਉਹ ਤੇ ਭਾਜੀ ਦੁਨੀਆ ਭਰ ਦੀਆਂ ਕਿਤਾਬਾਂ 'ਚ ਲਿਖਿਆ, ਉਹ ਤੇ ਪੜ੍ਹ ਕੇ ਕੋਈ ਵੀ ਬੋਲੂਗਾ ਕਿ ਬ੍ਰਹਮ ਦੇ ਨਾਲ ਕਨੈਕਸ਼ਨ ਸਥਾਪਿਤ ਕਰਨ ਦੀ ਕੋਈ ਗੱਲ ਕੀਤੀ ਉਹਨੇ, ਕੋਈ ਘੁੰਡੀ, ਤੇ ਉਹ ਨਹੀਂ ਗੱਲ ਕੀਤੀ ਕੋਈ। ਉਹ ਬਸ ਏਦਾਂ ਕਹਿੰਦੇ ਕਿ ਚੁੱਪ ਹੋ ਜਾਓ। ਮੈਂ ਚੁੱਪ ਤੇ ਹੋ ਜਾਓ, ਕਿੱਦਾਂ ਚੁੱਪ ਹੋਈਏ? ਉਹਦੇ ਬਾਰੇ ਦੱਸਿਆ ਕੁਛ। ਮਨ ਕਿਵੇਂ ਚੁੱਪ ਹੋਊਗਾ? ਚੁੱਪ ਤਾਂ ਮੈਂ ਚਲੋ ਜੀਭ ਜਿਹੜੀ ਹੈ ਬੰਦ ਕਰ ਲੂੰਗਾ, ਤੇ ਮਨ ਕਿਵੇਂ ਚੁੱਪ ਹੋਊਗਾ ਇਹ ਦੱਸੋ ਪਹਿਲਾਂ।
ਹਾਂ ਫਿਰ ਮੈਂ ਕਿਹਾ ਭਾਜੀ ਇਹ ਐਸੀ ਚੀਜ਼ ਕਾਹਨੂੰ ਪੜ੍ਹਦੇ ਜੋ, ਮੈਂ ਤੁਹਾਡਾ ਮਨ ਤੁਹਾਨੂੰ ਲਈ ਫਿਰਦਾ, ਤੁਸੀਂ ਨਹੀਂ ਸਮਝਦੇ ਪਏ ਤੁਹਾਡੇ ਮਨ ਦੀਆਂ ਚਲਾਕੀ ਮਨ। ਮੈਂ ਕਿਹਾ ਇਹ ਤਾਂ ਬੰਦੇ ਨੂੰ ਸ਼ਦਾਈ ਬਣਾਈ ਜਾਂਦਾ, ਇੱਧਰ ਇੱਧਰ ਤੁਰੀ ਫਿਰਦਾ ਵਾ, ਏਦਾਂ ਨਹੀਂ ਜੋ ਗੱਲ ਬਣਨੀ। ਇੱਕ ਜਗ੍ਹਾ ਬਹਿਣਾ ਪੈਣਾ, ਧਿਆਨ ਇਕਾਗਰ ਕਰਕੇ ਉਹਦਾ ਜਾਪ ਕਰਨਾ ਪੈਣਾ, ਔਰ ਤੁਸੀਂ ਖੁਦ ਅਨੁਭਵ ਕਰੋਗੇ ਤੇ ਫਿਰ ਜਦੋਂ ਤੁਹਾਡੇ ਕੋਲ ਵਿਵੇਕ ਆ ਜਾਊਗਾ, ਫਿਰ ਤੁਸੀਂ ਵੇਖ ਲਿਓ ਕਿਹੜਾ ਬੰਦਾ ਸਹੀ ਤੇ ਕਿਹੜਾ ਬੰਦਾ ਗਲਤ ਹੈ। ਏਦਾਂ ਤੁਹਾਨੂੰ ਪਤਾ ਹੀ ਨਹੀਂ ਹੁੰਦਾ। ਮੈਂ ਇੱਕ ਡਾਕਟਰ ਆ, ਇੱਕ ਡਾਕਟਰ ਨੂੰ ਸਮਝਣ ਦੇ ਲਈ ਹੀ ਡਾਕਟਰ ਚਾਹੀਦਾ ਵਾ ਉੱਥੇ। ਹੁਣ ਇੱਕ ਸੰਗੀਤਕਾਰ ਦਾ ਲਿਖਿਆ ਜਿਹੜਾ ਸੰਗੀਤ ਆ ਜਾਂ ਗਾਇਕ ਦੀ ਉਹਦੀ ਆਵਾਜ਼ ਨੂੰ ਪਰਖਣ ਦੇ ਲਈ ਵੀ ਨਿੱਜਾ ਸਾਹਿਬ ਆਪਣੀ ਕਪੈਸਿਟੀ ਚਾਹੀਦੀ ਆ। ਆਮ ਬੰਦੇ ਨੂੰ ਕੀ ਪਤਾ ਕਿ ਉਹ ਕਿੱਡਾ ਕੁ ਵਧੀਆ ਸਿੰਗਰ ਹੈ ਜਾਂ ਨਹੀਂ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ। ਮੈਂ ਤੁਸੀਂ ਲੋਕ ਇਹ ਸੋਚਦੇ ਜੋ ਕਿ ਆਪਾਂ ਕਈ ਵਾਰੀ ਚੁਗਲੀ ਕਰ ਦਿੰਦੇ ਆ, ਨਿੰਦਿਆ ਕਰਦੇ ਆ, ਲੋਕਾਂ ਨੂੰ ਕਹਿੰਦੇ ਉਹ ਨਹੀਂ ਸਹੀ, ਉਹ ਨਹੀਂ ਸਹੀ। ਸਹੀ ਤਾਂ ਨਹੀਂ ਗੱਲ ਹੈ। ਜਦੋਂ ਤੁਹਾਡੀ ਅਵਸਥਾ ਬਣ ਗਈ ਤੁਹਾਨੂੰ ਪਤਾ ਲੱਗਣਾ ਕਿ ਇਹਦੇ ਠੱਗ ਹੈਗੇ ਨੇ, ਲੋਕ ਗਲਤ ਪ੍ਰਚਾਰ ਕਰ ਰਹੇ ਨੇ। ਔਰ ਜਦ ਤੁਹਾਡੇ ਅੰਦਰ ਵਿਵੇਕ ਪੈਦਾ ਹੋ ਗਿਆ ਫਿਰ ਤੁਸੀਂ ਖੁਦ ਹੀ ਦੇਖ ਲੈਣਾ ਕਿ ਇਹ ਬੰਦੇ ਦੇ ਪੱਲੇ ਕੀ ਆ, ਸੱਚੀ ਉਹ ਜੋ ਕਹਿ ਰਿਹਾ ਉਹ ਦਮ ਹੈਗਾ ਕਿ ਐਵੇਂ ਪੜ ਕੇ ਤੇ ਨਹੀਂ ਬੋਲੀ ਜਾਂਦੇ। ਹਾਂਜੀ ਨਿਜਾ ਸਾਹਿਬ ਤੁਕ ਤੇ ਆ ਜਾਈਏ ਵਾਪਸ। न शंखं न चक्रं न गदा न श्यामं आश्चर्य रूपं रहंत जन्मं नेत नेत कथंत बेदा। कहते वो तो आश्चर्य रूप आ, जन्म मरण रहत आ, और वेद कहते आ आवी नहीं आवी नहीं आवी नहीं आवी नहीं। इन्ना ही कह सकते हैं भाई। हाँ देखो ठीक है जी, इन्होंने पहला उदो परमात्मा ਦਾ ਰੂਪ ਸਮਝਾਇਆ ਸੀ ਸਾਨੂੰ। ਉਹ ਕਹਿੰਦੇ ਸੀ ਅਮਾਵਸ ਦੀ ਰਾਤ ਵਾਂਗੂ, ਜਿੱਦਾਂ ਰਾਤ ਨੂੰ ਅਸਮਾਨ ਹੋ ਜਾਂਦਾ ਹੈ ਔਰ ਤੁਸੀਂ ਉਸ ਚੀਜ਼ ਨੂੰ ਵੇਖਦੇ ਜੋ ਇੱਕਦਮ ਆਬੋ ਹਵਾ ਬਣ ਜਾਂਦੀ ਹੈ, ਬਿਲਕੁਲ ਕਾਲਾ, ਬਿਲਕੁਲ ਸਾਰਾ ਕੁਝ ਲੈ ਹੋ ਗਿਆ। ਇਸੇ ਤਰ੍ਹਾਂ ਜਦੋਂ ਤੁਸੀਂ ਨਿਰਵਿਚਾਰ ਹੋ ਕੇ ਆਪਣੇ ਸਰੂਪ 'ਚ ਸਥਿਰ ਹੋ ਜਾਂਦੇ ਜੋ, ਔਰ ਉਸ ਟਾਈਮ ਤੇ ਜਿਹੜਾ ਸਾਰਾ ਅਮਾਵਸ ਦੀ ਰਾਤ ਵਾਂਗੂ ਮਾਹੌਲ ਜਿਹਾ ਬਣ ਜਾਂਦਾ ਹੈ ਨਾ, ਔਰ ਤੁਹਾਡੀ ਹੋਂਦ ਵੀ ਜਿਹੜੀ ਉਹਦੇ 'ਚ ਹੀ ਰਲ ਜਾਂਦੀ ਹੈ। ਜਿੱਦਾਂ ਬੂੰਦ ਸਾਗਰ 'ਚ ਗਈ, ਸਾਗਰ ਦਾ ਰੂਪ ਹੋ ਗਈ, ਔਰ ਤੁਸੀਂ ਵੀ ਉਹਦਾ ਇੱਕ ਹਿੱਸਾ ਹੋ, ਇੱਕ ਚੇਤਨਾ ਜੀ ਬਣ ਜਾਂਦੀ ਹੈ। ਔਰ ਚੇਤਨਾ ਉਹ ਚੇਤਨਾ ਜੀਵ ਤੇ ਪ੍ਰਕਿਰਤੀ ਦੇ ਕਰਕੇ ਬਣਦੀ ਹੈ। ਬਾਕੀ ਜਿਹੜਾ ਬ੍ਰਹਮ ਹੈਗਾ ਉਹ ਚੇਤਨ ਨਹੀਂ ਹੈਗਾ, ਉਹ ਕੁਝ ਹੋਰ ਸ਼ਕਤੀ ਹੈ, ਬਹੁਤ ਬਰੀਕ ਸ਼ਕਤੀ। ਔਰ ਉਦੋਂ ਜਦੋਂ ਅਸੀਂ ਚੇਤਨ ਤੱਤ ਤੇ ਸਥਿਰ ਹੋ ਜਾਂਦੇ ਹਾਂ ਤੇ ਅਸੀਂ ਉਸ ਦਾ ਪਸਾਰਾ ਦੇਖਦੇ ਹਾਂ, ਕਿਉਂਕਿ ਸਾਡੀ ਜਿਹੜੀ ਚੇਤਨਾ ਹੈਗੀ ਆ ਉਹ ਪ੍ਰਾਣਾਂ ਦੇ ਕਰਕੇ ਹੈ। ਔਰ ਪ੍ਰਾਣ ਜਦੋਂ ਆਪਣੇ ਰੂਪ 'ਚ ਸਥਿਰ ਹੋ ਜਾਂਦੇ ਨੇ, ਕਹਿਣ ਤੋਂ ਭਾਵ ਕਿ ਪ੍ਰਾਣ ਦੇ ਉੱਪਰ ਪ੍ਰਕਿਰਤੀ ਦਾ ਕੋਈ ਵੀ ਪ੍ਰਭਾਵ ਨਹੀਂ ਪੈਂਦਾ। ਇਹ ਜਿਹੜੇ ਆੜੇ ਪੰਜ ਤੱਤ ਨਿਜਰ ਸਾਹਿਬ ਉੱਥੇ ਨਹੀਂ ਹੈਗੇ, ਬਿਲਕੁਲ ਸਮਾਂ ਉੱਥੇ ਨਹੀਂ ਹੈਗਾ। ਨਿਰਵਿਚਾਰ ਸਮਾਧੀ ਦਾ ਮਤਲਬ ਤੁਸੀਂ ਸਮੇਂ ਤੋਂ ਅੱਗੇ ਲੰਘ ਗਏ, ਹੁਣ ਸਮਾਂ ਨਹੀਂ ਹੈਗਾ ਉੱਥੇ। ਨਾ ਉੱਥੇ ਧਰਤੀ ਹੈਗੀ, ਨਾ ਉੱਥੇ ਪਾਣੀ ਹੈਗਾ, ਨਾ ਉੱਥੇ ਅਗਨ ਹੈਗੀ, ਨਾ ਉੱਥੇ ਆਕਾਸ਼ ਹੈਗਾ, ਨਾ ਉੱਥੇ ਹਵਾ ਹੈਗੀ। ਅਚਲ ਮੂਰਤ ਹੈ ਉਹ ਬਿਲਕੁਲ। ਔਰ ਉਸ ਰੂਪ ਨੂੰ ਜਦੋਂ ਤੁਸੀਂ ਦੇਖਦੇ ਜੋ, ਫਿਰ ਹੀ ਸਾਡੇ ਜੀਵਨ 'ਚ ਉਚਾਈ ਆਉਣੀ ਆ। ਔਰ ਉੱਥੇ ਉਹ ਕਿੱਦਾਂ ਕੰਮ ਕਰਦਾ ਹੈ ਉਹਦੇ ਬਾਰੇ ਬਾਣੀ 'ਚ ਵੀ ਕਿਹਾ ਗਿਆ, ਔਰ ਮੈਂ ਵੀ ਦੱਸਾਂਗਾ ਉਹ ਕਿੱਦਾਂ ਉਹ ਸ਼ਕਤੀ ਕੰਮ ਕਰਦੀ ਆ। ਇਹ ਉਸਦੇ ਬਾਰੇ ਦੱਸਣਾ ਔਖਾ ਵਾ, ਪਰ ਇੰਨਾ ਵਾ ਕਿ ਉੱਥੇ ਜਾਣ ਦੇ ਨਾਲ ਸਾਨੂੰ ਮਲੀਨਤਾ ਤੋਂ, ਅਗਿਆਨ ਤੋਂ ਮੁਕਤੀ ਮਿਲ ਜਾਂਦੀ ਜਾਂ ਮਿਲਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਬਾਰ-ਬਾਰ ਅਸੀਂ ਉਸ ਅਵਸਥਾ 'ਚ ਜਾਂਦੇ ਹਾਂ, ਜਦੋਂ ਨਿਰਵਿਚਾਰ ਹੋ ਕੇ ਸਵੈ ਵਿੱਚ ਅਸਤ ਹੋ ਜਾਂਦੇ ਹਾਂ। ਅਸਤ ਹੋ ਜਾਣਾ ਮਤਲਬ ਸੂਰਜ ਅਸਤ ਹੋ ਗਿਆ। ਜਦੋਂ ਸਾਡੀ ਚੇਤਨਾ ਆਪਣੇ ਆਪ 'ਚ ਵਿਸ਼ਰਾਮ ਕਰਦੀ ਹੈ, ਆਪਣੇ ਆਪ 'ਚ ਸਥਿਰ ਹੋ ਜਾਂਦੀ ਹੈ, ਅਸਤ ਹੋ ਜਾਂਦੀ ਹੈ, ਉਦੋਂ ਅਸੀਂ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਤੋਂ ਮੁਕਤ ਹੋ ਕੇ ਆਪਣੇ ਆਪ 'ਚ ਸਥਿਰ ਹੋ ਜਾਂਦੇ ਹਾਂ। ਉਹ ਹੈ ਸਾਡਾ ਰੂਪ, ਇੱਕ ਚੇਤਨਾ ਹਾਂ ਹੈ ਅਸੀਂ, ਔਰ ਜਿਹੜੀ ਇਸ ਭੌਤਿਕ ਤੌਰ ਤੇ ਇਸ ਸਰੀਰ ਦਾ ਇਸਤੇਮਾਲ ਕਰ ਰਹੀ ਹੈ। ਔਰ ਜਦੋਂ ਉੱਥੇ ਖਲੋ ਜਾਂਦੇ ਹਾਂ ਤੇ ਸਾਨੂੰ ਆਪਣੇ ਰੂਪ ਦਾ ਗਿਆਨ ਹੁੰਦਾ ਹੈ, ਔਰ ਉਹ ਜਿਹੜੀ ਜੋਤੀ ਹੈ ਫਿਰ ਮਹਾ ਜੋਤੀ ਦੇ ਵਿੱਚ ਰਲ ਜਾਂਦੀ ਹੈ, ਬ੍ਰਹਮ 'ਚ ਰਲ ਜਾਂਦੇ। ਔਰ ਬ੍ਰਹਮ ਦੇ ਵਿੱਚ ਰਲਣ ਦੇ ਨਾਲ ਉਹਦੀ ਦੋਸਤੀ ਜਿਹੜੀ ਸਾਨੂੰ ਹੁੰਦੀ ਹੈ ਨਾ, ਉਹ ਫਿਰ ਦੋਸਤੀ ਬਹੁਤ ਵਧੀਆ ਹੈ। ਉੱਥੇ ਸਾਨੂੰ ਪਿਆਰ ਬਹੁਤ ਆਉਂਦਾ ਹੈ। ਤੁਸੀਂ ਜਾ ਕੇ ਵੇਖੋ, ਤੁਸੀਂ ਨਿਰਵਿਚਾਰ ਹੋ ਜਾਂਦੇ ਨਾ, ਤੁਹਾਡਾ ਦਿਲ ਨਹੀਂ ਕਰਦਾ ਉੱਥੋਂ ਆਉਣ, ਕਿਉਂਕਿ ਉਹ ਇੱਕ ਬੜਾ ਪਿਆਰਾ ਜਿਹਾ ਰਿਸ਼ਤਾ ਬਣ ਜਾਂਦਾ ਸਾਡਾ ਬ੍ਰਹਮ ਦੇ ਨਾਲ। ਔਰ ਬਾਰ-ਬਾਰ ਅਸੀਂ ਉਸੇ ਹੀ ਪਿਆਰ ਵਾਲੇ ਨਿੱਘ ਨੂੰ ਮੰਨਣਾ ਚਾਹੁੰਦੇ ਹਾਂ, ਔਰ ਬਾਰ-ਬਾਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਧਨਾ ਕੀਤੀ ਜਾਵੇ, ਉਸ ਅਵਸਥਾ ਨੂੰ ਦੁਬਾਰਾ ਅਨੁਭਵ ਕੀਤਾ ਜਾਵੇ, ਕਿਉਂਕਿ ਉੱਥੇ ਸਕੂਨ ਬੜਾ, ਆਨੰਦ ਬੜਾ ਮਿਲਦਾ। ਔਰ ਜਦੋਂ ਅਸੀਂ ਥੋੜੀ ਜਿਹੀ ਸ਼ਕਤੀ ਪ੍ਰਾਪਤ ਕਰ ਲੈਂਦੇ ਹਾਂ, ਉਸ ਆਨੰਦ ਨੇ ਕੀ ਕਰਨਾ ਹੈ, ਦੇਖੋ ਦੀਪਕ ਜਦੋਂ ਜਲਦਾ ਹੈ ਨਾ, ਉਹ ਕੇਵਲ ਆਪਣੇ ਲਈ ਨਹੀਂ ਜਲਦਾ, ਉਹਦੇ ਪ੍ਰਕਾਸ਼ ਤੋਂ ਆਂਢ ਗੁਆਂਢ ਵੀ ਲੋਕ ਉਹਦੇ ਤੋਂ ਫਾਇਦਾ ਉਠਾਉਂਦੇ। ਇੱਕ ਬਲਬ ਜਿਹੜਾ ਆਪ ਤੇ ਪ੍ਰਕਾਸ਼ਮਾਨ ਹੁੰਦਾ ਹੀ ਹੈ, ਉਸੇ ਹੀ ਤਰ੍ਹਾਂ ਉਹਦਾ ਪ੍ਰਕਾਸ਼ ਲਾਗੇ ਬੰਨੇ 10-12 ਫੁੱਟ 15 ਫੁੱਟ ਤੱਕ ਅਸਰ ਕਰਦਾ ਹੈ।
ਇਸੇ ਹੀ ਤਰ੍ਹਾਂ ਜਦੋਂ ਚੇਤਨਾ ਦਾ ਪ੍ਰਕਾਸ਼ ਤੁਹਾਡੇ ਅੰਦਰ ਪ੍ਰਗਟ ਹੋਇਆ, ਸਵੈ ਅਸਤ ਆਪਣੇ ਆਪ ਦੇ ਵਿੱਚ ਜਦੋਂ ਤੁਸੀਂ ਅਸਤ ਹੋ ਗਏ, ਸਥਿਰ ਹੋ ਗਏ, ਔਰ ਉਹ ਉਸ ਪ੍ਰਕਾਸ਼ ਨੇ ਕੀ ਕਰਨਾ ਹੈ ਕਿ ਤੁਹਾਡੇ ਐਕਸ਼ਨਾਂ ਦੇ ਰਾਹੀਂ ਪ੍ਰਗਟ ਹੋਣਾ ਹੈ। ਜਿੱਦਾਂ ਦੀਪਕ ਚੱਲਦਾ ਹੈ ਤੇ ਉਹਦੀ ਜਿਹੜਾ ਪ੍ਰਕਾਸ਼ ਆਲੇ ਦੁਆਲੇ ਫੈਲਦਾ ਹੈ ਨਾ, ਉਸੇ ਹੀ ਤਰ੍ਹਾਂ ਤੁਹਾਡੇ ਅੰਦਰ ਚੇਤਨਾ ਦਾ ਪ੍ਰਕਾਸ਼ ਜਦੋਂ ਪ੍ਰਗਟ ਹੋਇਆ, ਜਦੋਂ ਤੁਸੀਂ ਸਵੈ ਵਿੱਚ ਅਸਤ ਹੋਏ, ਗਿਆਨ ਇੰਦਰੀਆਂ ਕਰਮ ਇੰਦਰੀਆਂ ਤੋਂ ਅੱਗੇ ਜਾ ਕੇ ਆਪਣਾ ਰੂਪ ਦੇਖ ਲਿਆ, ਫਿਰ ਤੁਹਾਡੇ ਲਫ਼ਜ਼ਾਂ 'ਚ, ਤੁਹਾਡੇ ਚੱਲਣ 'ਚ, ਤੁਹਾਡੇ ਬੋਲਣ 'ਚ, ਤੁਹਾਡੇ ਜੀਵਨ ਨੂੰ ਦੇਖਣ ਦੇ ਨਜ਼ਰੀਏ ਦੇ ਵਿੱਚ ਬੜਾ ਫਰਕ ਪਊ। ਤੁਸੀਂ ਯਥਾਰਥ ਸੱਚ ਨੂੰ ਬੜੀ ਚੰਗੀ ਤਰ੍ਹਾਂ ਦੇਖ ਲਓਗੇ, ਤੁਹਾਨੂੰ ਕਿਸੇ ਦੀ ਲੋੜ ਨਹੀਂ। ਤੁਹਾਡੇ ਅੰਦਰ ਜਿਹੜਾ ਵਿਵੇਕ ਪੈਦਾ ਹੋ ਜਾਊਗਾ, ਵਿਵੇਕ ਦਾ ਮਤਲਬ ਹੈਗਾ ਕਾਮਨ ਸੈਂਸ, ਵਿਵੇਕ ਦਾ ਮਤਲਬ ਧਰਮ। ਜੀਵਨ ਨੂੰ ਜਿਉਣਾ ਕਿੱਦਾਂ ਹੈ, ਜੀਵਨ ਅਸਲ 'ਚ ਹੈ ਕੀ ਹੈ, ਔਰ ਮੇਰਾ ਇੱਥੇ ਪਾਰਟ ਕੀ ਹੈ, ਮੈਂ ਕੀ ਕਰਦਾ ਫਿਰਦਾ ਵਾਂ, ਔਰ ਅਗਰ ਦੂਜਾ ਬੰਦਾ ਮੇਰੇ ਨਾਲ ਏਦਾਂ ਦਾ ਵਿਵਹਾਰ ਕਰਦਾ ਹੈ ਤੇ ਮੈਂ ਕੀ ਉਹਦੇ ਵੱਲ ਵੇਖ ਕੇ, ਜਿੱਦਾਂ ਕਹਿੰਦੇ ਇੱਕ ਨੇ ਮੂੰਹ ਲਾਲ ਕੀਤਾ ਕਿ ਚਪੇੜ ਮਾਰ ਕੇ ਮੈਂ ਆਪਣਾ ਮੂੰਹ ਲਾਲ ਕਰਨਾ ਜਾਂ ਨਹੀਂ ਕਰਨਾ, ਉਹ ਵਿਵੇਕ ਸਾਨੂੰ ਦੱਸਦਾ। ਇੱਕ ਖਰਬੂਜੇ ਨੂੰ ਵੇਖ ਕੇ ਜਿੱਦਾਂ ਖਰਬੂਜਾ ਰੰਗ ਫੜ ਲੈਂਦਾ ਹੈ, ਉੱਥੇ ਆਪਾਂ ਵੇਖਣਾ ਹੈ ਕਿ ਸੱਚੀ ਇਹ ਜਿਹੜਾ ਰੰਗ ਨੂੰ ਚੜਿਆ ਹੈ ਉਹ ਸਹੀ ਜਾਂ ਗਲਤ ਹੈ, ਔਰ ਉਹ ਜਿਹੜਾ ਫੈਸਲਾ ਹੈ ਉਹ ਵਿਵੇਕ ਕਰ ਸਕਦਾ ਹੈ। ਆਮ ਬੰਦਾ ਨਹੀਂ ਏਦਾਂ ਕਰ ਸਕਦਾ ਫੈਸਲਾ, ਉਹ ਤੇ ਅਗਲੇ ਨੂੰ ਕਾਪੀ ਕਰ ਲੈਂਦਾ ਫਟ। ਇੱਕ ਬੰਦਾ ਡੇਰੇ ਤੇ ਗਿਆ, ਉਹਦੇ ਲਈ ਵੇਖ ਕੇ ਸਾਰਾ ਪਿੰਡ ਹੀ ਉੱਥੇ ਡੇਰੇ ਕੋਲ ਜਾਣਾ ਸ਼ੁਰੂ ਕਰ ਦਿੰਦਾ, ਕਿਉਂਕਿ ਵਿਵੇਕ ਨਹੀਂ ਹੈਗਾ। ਉਹ ਜੇ ਥੋੜਾ ਜਿਹਾ ਵਿਵੇਕ ਰੱਖਦੇ ਆ, ਮੈਂ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੱਸਦਾ, ਜਾਣ ਚ ਮੈਂ ਤੁਹਾਡਾ ਕੋਈ ਦੁਸ਼ਮਣ ਹੈ, ਜਿੱਥੇ ਮਰਜ਼ੀ ਜਾਓ, ਪਹਿਲਾਂ ਉਹਨੂੰ ਵੇਖੋ ਕਿ ਉਹ ਜਿਹੜਾ ਬੰਦਾ ਜਾਂਦਾ ਵਾ ਉਹਦੇ ਜੀਵਨ ਚ ਕੋਈ ਉਚਾਈ ਆਈ ਆ, ਕੋਈ ਉਹਨੇ ਏਦਾਂ ਦਾ ਕੰਮ ਕਰ ਰਿਹਾ ਸੰਸਾਰ ਦੇ ਵਿੱਚ, ਕੀ ਕਰ ਰਿਹਾ ਉਹ ਬੰਦਾ, ਸੱਚੀ ਕੋ ਭਲਾ ਕਰ ਰਿਹਾ ਉਹ ਬੰਦਾ। ਹਾਂ, ਬਾਣੀ ਕਹਿੰਦੀ ਆ ਕਿ ਇੱਕ ਯੋਧਾ ਵਾ, ਜੇ ਯੋਧੇ ਕੋਈ ਕਿਰਪਾਨ ਹੀ ਨਹੀਂ ਹੈਗੀ, ਉਹ ਕੀ ਉਹ ਯੋਧਾ ਸਹੀ ਯੋਧਾ ਹੋਊਗਾ? ਉਹ ਬਾਣੀ ਕਹਿੰਦੀ ਆ ਕਿ ਇੱਕ ਜਿਹੜਾ ਰਾਜਾ ਵਾ, ਜੇ ਉਹਦਾ ਕਾਨੂੰਨ ਦੀ ਕੋਈ ਪਾਲਣਾ ਨਹੀਂ ਕਰ ਰਿਹਾ, ਹੁਣ ਮੰਨ ਲਓ ਕਿ ਤੁਸੀਂ ਕਿਸੇ ਬੰਦੇ ਦੇ ਮਗਰ ਜਾ ਰਹੇ ਹੋ, ਜਾਓ, ਕੋਈ ਪ੍ਰੋਬਲਮ ਜੀ ਸਦਕੇ ਜਾਓ, ਆਪਾਂ ਕਿਤੇ ਨੂੰ ਰੋਕਦੇ ਨਹੀਂ, ਕਿਤੇ ਨੂਰਮਹਿਲੀ ਕੋ ਜਾਓ, ਰਾਧਾ ਸਵਾਮੀ ਕੋ ਜਾਓ, ਜਾਂ ਹੋਰ ਜਿੱਥੇ ਮਰਜ਼ੀ ਚੱਲ ਜਾਓ। ਹੁਣ ਕਈ ਲੋਕ ਕ੍ਰਿਸਚਨ ਬਣ ਰਹੇ ਆ, ਪਰ ਜਿਹੜਾ ਬੰਦਾ ਤੁਹਾਨੂੰ ਲੈ ਕੇ ਜਾ ਰਿਹਾ, ਤੁਸੀਂ ਵੇਖੋ ਕਿ ਉਹਦੇ ਜੀਵਨ 'ਚ ਧਰਮ ਹੈਗਾ। ਕਿਤੇ ਤੁਹਾਨੂੰ ਹਿਪਨੋਟਾਈਜ਼ ਕਰਕੇ ਭੇਡਾਂ ਬੱਕਰੀਆਂ 'ਚ ਤੇ ਨਹੀਂ ਰਲਾਇਆ ਜਾ ਰਿਹਾ, ਭੀੜ ਇਕੱਠੀ ਕੀਤੀ ਜਾ ਰਹੀ ਹੈ। ਬਿਲਕੁਲ। ਆ ਤੇ ਹੁਣ ਤੁਸੀਂ ਮੇਰੇ ਘਰੇ ਵੀ ਆ ਕੇ ਮੇਰੇ ਲਾਗੇ ਬੜੇ ਫੀਡਬੈਕ ਪੁੱਛੋ ਕਿ ਬੰਦਾ ਕਿੱਦਾਂ ਦਾ, ਮੈਂ ਤੁਹਾਡੇ ਬਾਰੇ ਪੁੱਛਾਂਗਾ ਤੇ ਅਸਲੀਅਤ ਤੇ ਹੋਊਗਾ। ਪਰ ਜੇ ਮੈਂ ਤੁਹਾਨੂੰ ਲਈ ਜਾਂਦਾ ਵਾ ਇੱਥੇ ਕਿਤੇ ਇੱਥੇ ਧੱਕੇ ਨਾ, ਤੇ ਕੀ ਇੱਥੇ ਘਰੇ ਮੇਰੇ ਕਿਲੋ ਤੇ ਲੜਾਈ ਪੈਂਦੀ ਹੋਏ, ਮੈਂ ਲੋਕਾਂ ਦੇ ਠੱਗੀਆਂ ਮਾਰੀਆਂ ਹੋਣ, ਪੈਸੇ ਖੋਏ ਹੋਣ, ਹੈ ਇੱਥੇ ਮੈਂ ਗਵਨ ਕੀਤੇ ਹੋਣ, ਤੇ ਇਹਦਾ ਮਤਲਬ ਕਿ ਜਿੱਥੇ ਮੈਂ ਜਾ ਰਿਹਾ ਉੱਥੇ ਗੜਬੜ ਹੈ, ਹਨਾ? ਬਿਲਕੁਲ ਸਹੀ ਗੱਲ ਹੈ। ਮੈਂ ਬਾਹਰ, ਹਾਂ, ਪਰ ਨਾਰਮਲੀ ਨੇਚਰ ਸਾਹਿਬ ਆਪਾਂ ਭੀੜ ਬਣ ਕੇ ਭੀੜ ਦਾ ਹਿੱਸਾ ਤੇ ਵੇਖ ਲੈਂਦੇ ਆ, ਪਰ ਆਪ ਦੇਖੋ ਕਿ ਉਹ ਭੀੜ ਦਾ ਜਿੱਥੇ ਤੁਹਾਨੂੰ ਬੰਦਾ ਲੈ ਕੇ ਜਾ ਰਿਹਾ, ਉਸ ਬੰਦੇ ਦਾ ਆਪਣਾ ਕਰੈਕਟਰ ਵੇਖੋ ਪਹਿਲਾਂ, ਨਾਲੇ ਉਹਦੇ ਪੱਲੇ ਕੁਝ ਹੈਗਾ। ਨਾਲੇ ਗੋਰਕੀ ਸਾਹਿਬ ਇੱਕ ਹੋਰ ਚੀਜ਼ ਆ ਨਾ, ਦੇਖੋ ਜੀਵਨ ਆਪਣਾ ਹੈਗਾ, ਆਪਾਂ ਆਪਣਾ ਜੀਵਨ ਦਾਅ ਤੇ ਲਾ ਰਹੇ ਆ, ਤੇ ਐਵੇਂ ਹੀ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਬਗੈਰ ਸੋਚੇ ਸਮਝੇ ਜਿਹੜਾ ਦਾਅ ਤੇ ਲਾ ਦਾਂਗੇ ਆਪਾਂ, ਇਹ ਗੱਲ ਆ ਨਾ। ਪਹਿਲੀ ਗੱਲ ਤਾਂ ਆ। ਹਾਂ, ਜੱਜ ਸਾਹਿਬ ਉਹ ਕਹਿੰਦੇ ਆ ਕਿ ਵਪਾਰ ਜਦੋਂ ਕਰਨਾ ਹੈ, ਹਾਂ, ਆਪ ਜਸਟ ਸੋਚੋ, ਆਪ ਜਾਣਾ ਚਾਹੁੰਦੇ ਦਿੱਲੀ, ਅੰਮ੍ਰਿਤਸਰ ਤੋਂ ਜਾਣਾ ਹੈ, ਤੁਹਾਡਾ ਫਰਜ਼ ਨਹੀਂ ਬਣਦਾ ਗੱਡੀ ਦੇ ਟਾਇਰ ਟੂਰ ਚੈੱਕ ਕਰਨਾ? ਕਰਦੇ ਨਾ, ਬੱਸ ਵੇਖਦੇ ਨਾ ਕਿ ਮਾੜੀ ਬੱਸ 'ਚ ਆਪਾਂ ਨਹੀਂ ਚੜਦੇ। ਬਿਲਕੁਲ, ਸਾਨੂੰ ਪਤਾ ਹੈ ਬੱਸ ਤੇ ਕਪੈਸਿਟੀ ਨਹੀਂ ਹੈਗੀ, ਤੇ ਟੁੱਟੀ ਭੱਜੀ, ਇਹਨੇ ਤੇ ਜਲੰਧਰ ਤੱਕ ਨਹੀਂ ਜਾਣਾ, ਤੇ ਖਰਾਬ ਹੋ ਜਾਣਾ। ਧਰਮ ਦੇ ਮੈਟਰ 'ਚ ਆਪਾਂ ਏਦਾਂ ਕਿਉਂ ਨਹੀਂ ਮਹਿਸੂਸ ਕਰਦੇ ਕਿ ਜਿਹੜਾ ਬੰਦਾ ਧਰਮ ਹੈਗਾ ਵਾ, ਜੇ ਕੋਈ ਮਹਿਕੇ ਨਾਲ ਜੁੜਦੇ ਆ, ਕਿਉਂ ਆਪਾਂ ਲੋਕਾਂ ਦਾ ਝੂਠਾ ਪ੍ਰਚਾਰ ਸੁਣ ਕੇ ਆਪਾਂ ਇਸ ਐਕਸ਼ਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੇ? ਅੱਜ ਦੇਖੋ, ਇਨਸਾਨ ਅੱਜ ਦਾ ਨਹੀਂ ਮੈਂ ਗੱਲ ਕਰਦਾ, ਬਾਣੀ 'ਚ ਬਾਰ-ਬਾਰ ਇਸੇ ਗੱਲ ਨੂੰ ਸਮਝਾਇਆ ਗਿਆ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਕਿਉਂਕਿ ਸਾਰੇ ਲੋਕ ਤੁਹਾਨੂੰ ਮਨਾਂ ਦੀਆਂ ਘੜਤ ਜਿਹੜੀਆਂ ਕਹਾਣੀਆਂ ਨੇ, ਹੁਣ ਮੈਨੂੰ ਉਹ ਵੀਰ ਇੱਕ ਮੈਨੂੰ ਫੇਰ ਫੋਨ ਕਰ ਕਹਿੰਦੇ ਕਿ ਇੱਥੇ ਨਾ ਸਤਿਗੁਰੂ ਹੈਗਾ ਨਿੱਜਰ ਸਾਹਿਬ, ਇੱਕ ਤਮਿਲ ਦਾ ਪਤਾ ਨਹੀਂ ਕਿਹੜਾ ਹੈਗਾ। ਹਾਂਜੀ, ਹਾਂ, ਉਹ ਮੈਂ ਉਹਦੀ ਮੈਂ ਇੱਕ ਕਥਾ ਸੁਣੀ ਆ, ਉਹ ਮੈਂ ਉਹ ਤੇ ਗੱਪਾਂ ਮਾਰੀ ਜਾਂਦਾ ਨਾ, ਬਹੁਤ ਗੱਪਾਂ ਮਾਰੀ ਜਾਂਦਾ। ਮੈਂ ਉੱਥੇ ਇੰਜ ਮੈਂ ਬ੍ਰਹਮ ਚ ਗਿਆ, ਉੱਥੇ ਮਿਲ ਕੇ ਆਇਆ, ਮੈਂ ਜਿਹੜਾ ਬੰਦਾ ਇਹ ਗੱਪਾਂ ਮਾਰਦੇ, ਤੁਸੀਂ ਕਿਉਂ ਇਹਨਾਂ ਤੇ ਝੂਠ ਤੇ ਵਿਸ਼ਵਾਸ ਕਰਦੇ? ਆਪਣੇ ਮੈਂ ਗੁਰੂ ਗ੍ਰੰਥ ਸਾਹਿਬ ਚ ਕਿਤੇ ਦੱਸਿਆ ਕਿਤੇ ਮੈਂ ਸਵਰਗ ਚ ਚਲ ਗਿਆ? ਦੱਸੋ, ਆਪਾਂ ਬਾਣੀ ਪੜ੍ਹਦੇ ਆ ਆਪ ਕਿਤੇ, ਪਰ ਲੋਕੀਆਂ ਕਥਾ ਵਾਚਕ ਗੱਪਾਂ ਮਾਰ ਦਿੰਦੇ ਆ, ਪਰ ਉੱਥੇ ਸੁਣ ਲੈਂਦੇ ਆਪਾਂ, ਪਰ ਇੱਥੇ ਬਾਣੀ ਚ ਦੱਸੋ ਕਿਤੇ ਲਿਖਿਆ ਨਿੱਜਰ ਸਾਹਿਬ? ਬਿਲਕੁਲ ਨਹੀਂ ਲਿਖਿਆ।
ਇੱਕ ਤੁਕ ਮੈਨੂੰ ਦੱਸ ਦਿਓ ਕਿ ਮੈਂ ਸਰੀਰ ਦਾ ਤਿਆਗ ਕਰਕੇ ਉੱਥੇ ਗਿਆ ਸੀ, ਮੈਂ ਸਵਰਗ 'ਚ ਵੇਖ ਕੇ ਫਿਰ ਮੈਂ ਵਾਪਸ ਆਇਆ, ਮੈਂ ਰਾਤ ਪਰਮਾਤਮਾ ਨੂੰ ਮਿਲ ਕੇ ਆਇਆ। ਆਪ ਇੱਕ ਲਾਈਨ ਮੈਨੂੰ ਦੱਸ ਦਿਓ ਕਿ ਇੱਥੇ ਜਿਹੜੇ ਪਖੰਡੀ ਲੋਕ ਤੁਹਾਨੂੰ ਸਾਰੇ ਦਿਨ ਹੀ ਕਹਾਣੀਆਂ ਸੁਣਾਉਂਦੇ ਆ, ਪਰ ਤੁਸੀਂ ਉੱਥੇ ਵਿਸ਼ਵਾਸ ਕਰ ਲੈਂਦੇ ਹੋ। ਪਰ ਬਾਣੀ 'ਚ ਦੱਸੋ ਆਪਾਂ ਕਿੰਨਾ 1 ਸਾਲ ਹੋ ਗਿਆ ਨਿਜਾ ਸਾਹਿਬ ਆਪਾਂ ਨੂੰ? ਬਿਲਕੁਲ ਸਾਲ ਤੋਂ ਉੱਪਰ ਹੋ ਗਿਆ ਗੁਰਕੀ ਸਾਹਿਬ। ਹਾਂ, ਇੱਕ ਲਾਈਨ ਮੈਨੂੰ ਦਿਖਾ ਦਿਓ ਕਿ ਹਾਂ ਚਰਨਜੀਤ ਇੱਥੇ ਤੁਸੀਂ ਕਥਾ ਗਲਤ ਕੀਤੀ ਹੈ। ਆ ਵੇਖ ਇੱਥੇ ਲਿਖਿਆ ਹੈ ਕਿ ਮੈਂ ਸਰੀਰ ਦਾ ਤਿਆਗ ਕਰਤਾ ਸੀ, ਸਰੀਰ ਮੇਰਾ ਇੱਥੇ ਸਮਾਧੀ ਲੀਨ ਹੋ ਗਿਆ ਤੇ ਮੈਂ ਸਵਰਗ ਚਲ ਗਿਆ। ਦੱਸੋ, ਬੋਲਿਆ? ਇੱਕ ਲਾਈਨ ਫੜ ਕੇ ਦੱਸੋ ਕਿਤੇ ਲਿਖਿਆ? ਪਰ ਆਪਾਂ ਇਹਨਾਂ ਲੋਕਾਂ ਦੀਆਂ ਗੱਪਾਂ ਕਿਉਂ ਸੁਣਦੇ? ਕਿਉਂਕਿ ਇਹਨਾਂ ਨੇ ਲੈਟ ਮਾਰੀ ਹੋਈ ਹੈ, ਚਮਕ ਮਾਰੀ ਹੋਈ ਹੈ, ਔਰ ਉੱਥੇ ਪਤਾ ਨਹੀਂ ਕੀ ਹੈਗਾ ਵਾ, ਬਸ ਉਹ ਪ੍ਰਕਾਸ਼ ਹੀ ਪ੍ਰਕਾਸ਼ ਹੈ। ਸ਼ੋਰੂਮ 'ਚ ਇੱਕ ਸੜੀ ਜਿਹੀ ਚੀਜ਼ ਹੋਵੇ, ਉੱਥੇ ਲੈਟ ਮਾਰ ਕੇ ਚਮਕ ਪੈਦਾ ਕਰਕੇ, ਔਰ ਜਿਹੜੀ ਚੀਜ਼ ਉਹਦਾ ਅਸਲੀ ਰੂਪ ਹੈ ਜਿਹੜਾ ਉਹ ਛੁਪਾ ਦਿੰਦੇ ਤੇ ਨਕਲੀ ਸਾਡੇ ਸਾਹਮਣੇ ਪਰੋਸ ਦਿੰਦੇ ਨੇ, ਔਰ ਉਹ ਬੰਦਾ ਉਹ ਖਾ ਲੈਂਦਾ। ਇੰਨਾ ਫਰਕ। ਇਹਨਾਂ ਦੀ ਜਿਹੜੀ ਪੈਕਿੰਗ ਬਹੁਤ ਜ਼ਿਆਦਾ ਵਧੀਆ ਹੈ, ਬਹੁਤ ਹੀ ਜ਼ਬਰਦਸਤ ਪੈਕਿੰਗ। ਪਰ ਪੈਕਿੰਗ ਨੂੰ ਕੀ ਕਰੋਗੇ ਜਿਹੜਾ ਵਿਚਲਾ ਪ੍ਰੋਡਕਟ ਹੀ ਕੰਮ ਦਾ ਨਹੀਂ ਆ। ਪੈਕਿੰਗ ਕੀ ਕਰਾਂਗੇ ਆਪਾਂ? ਪੈਕਿੰਗ ਸਿਰ 'ਚ ਮਾਰਨੀ ਹੈ, ਡੱਬਾ ਬੜਾ ਵਧੀਆ ਹੋਵੇ, ਅੰਦਰ ਜਿਹੜੀ ਚੀਜ਼ ਵਰਤਣੀ ਉਹ ਤੇ ਕਿਸੇ ਕੰਮ ਦੀ ਨਹੀਂ। ਔਰ ਉਹ ਭੀੜ ਅਕਸਰ ਜਿੱਥੇ ਭੀੜ ਹੁੰਦੀ ਹੈ ਪਲੀਜ਼ ਉੱਥੇ ਨਾ ਜਾਇਆ ਕਰ, ਵਿਵੇਕ ਨਹੀਂ ਹੁੰਦਾ ਭੀੜ ਤੇ। ਹਾਂਜੀ ਨਿਜਾ ਸਾਹਿਬ, ਸੌਰੀ। ਅੱਗੇ ਜਿਹੜਾ ਹੈਗਾ ਕਹਿੰਦੇ ਊਚ ਮੂਚ ਅਪਾਰ ਗੋਬਿੰਦ ਹੈ। ਕਹਿੰਦੇ ਉਹ ਮਾਲਕ ਪਰਮਾਤਮਾ ਤਾਂ ਬਹੁਤ ਉੱਚਾ ਹੈਗਾ ਔਰ ਬਹੁਤ ਹੀ ਵੱਡਾ ਹੈਗਾ ਔਰ ਅਪਾਰ ਸ਼ਕਤੀ ਦਾ ਮਾਲਕ ਹੈ, ਉਹਦਾ ਪਾਰਾਵਾਰ ਨਹੀਂ ਹੈ, ਸਾਰਿਆਂ ਨੂੰ ਪਾਲਣ ਕਰਨ ਵਾਲਾ ਹੈ ਮਾਲਕ ਪਰਮਾਤਮਾ। ਔਰ ਉਹਨੇ ਮਿਲਣਾ ਹੈ ਪਿਆਰਿਓ ਤੇ ਆਪਣੇ ਅੰਦਰ ਹੀ ਮਿਲਣਾ ਹੈ, ਹਿਰਦੇ ਦੇ ਵਿੱਚ ਹੀ ਮਿਲਣਾ ਹੈ, ਸਾਧਨਾ ਕਰਨ ਵਾਲੇ ਦੇ ਹਿਰਦੇ 'ਚ ਮਿਲਣਾ ਹੈ। ਬ੍ਰਹਮ ਗਿਆਨੀਆਂ ਦੇ ਹਿਰਦੇ 'ਚ ਪ੍ਰਗਟ ਹੁੰਦਾ ਹੈ, ਆਪਾਂ ਵੀ ਪ੍ਰਗਟ ਕਰ ਸਕਦੇ ਹਾਂ। ਹਰੇਕ ਇਨਸਾਨ ਨੂੰ ਇਸੇ ਵਾਸਤੇ ਪਰਮਾਤਮਾ ਨੇ ਦੁਨੀਆ ਬਣਾਈ ਆ। ਇਹ ਦੁਨੀਆ ਦੀ ਰਚਨਾ ਹੀ ਇਸੇ ਵਾਸਤੇ ਬਣਾਈ ਹੈ ਕਿ ਇਹਦੇ ਵਿੱਚੋਂ ਜਿਹੜਾ ਹੈ ਬ੍ਰਹਮ ਗਿਆਨੀ ਸਾਧੂ ਪੈਦਾ ਹੋਣ, ਇਸ ਵਾਸਤੇ ਜਿਹੜਾ ਹੈਗਾ। ਪਰ ਇਹ ਗੱਲ ਨੂੰ ਬੁੱਝਦਾ ਹੈ ਕੋਈ ਜਿਹੜਾ ਟਾਵਾਂ ਬੰਦਾ ਜਿਹੜਾ ਵੱਡੇ ਭਾਗਾਂ ਵਾਲਾ ਇਹ ਗੱਲ ਨੂੰ ਬੁੱਝਦਾ ਹੈ। ਭਾਈ ਬਸੰਤ ਸਾਧ ਰਿਦਿਅੰ ਅਚੁੱਤ ਬੁਝੰਤ ਨਾਨਕ ਵਡਭਾਗੀ ਹੈ। ਜਿਹੜਾ ਬੁੱਝ ਲੈਂਦਾ ਹੈ ਉਹ ਵੀ ਅਚੁੱਤ ਅਬਿਨਾਸੀ ਹੋ ਜਾਂਦਾ ਹੈ ਮਾਲਕ ਪਰਮਾਤਮਾ ਵਾਂਗੂ। ਉਹ ਪ੍ਰਕਿਰਤੀ ਸਰੀਰ ਦੀ ਪਕੜ ਚੋਂ ਆਜ਼ਾਦ ਹੋ ਜਾਂਦਾ ਹੈ, ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਊਚ ਮੂਚ ਅਪਾਰ ਗੋਬਿੰਦ। ਹੁਣ ਕਹਿੰਦੇ ਆ ਕਿ ਉਹ ਬਹੁਤ ਵੱਡਾ ਹੈ। ਹੁਣ ਜੇ ਤੁਸੀਂ ਅੱਖਾਂ ਬੰਦ ਕਰਕੇ ਵੇਂਦੇ ਜੋ, ਉਹ ਤੱਤ ਕੋਈ ਸ਼ੁਰੂ ਥੋੜੀ ਹੋਣ ਦਿਆ, ਤੇ ਨਾ ਉਹ ਜਿਹੜਾ ਸ਼ੁਰੂ ਨਹੀਂ ਹੋਇਆ ਉਹਨੇ ਖਤਮ ਕਿੱਥੋਂ ਹੋਣਾ? ਆਹ ਜਿਹੜਾ ਅਸਮਾਨ ਹੈ ਤੇ ਕੁਛ ਵੀ ਨਹੀਂ ਉਹਦੇ ਗਾੜੀ। ਉਹ ਬਹੁਤ ਪਾਵਰਫੁਲ ਚੀਜ਼ ਹੈ। ਔਰ ਜਦੋਂ ਤੁਸੀਂ ਉਹਨੂੰ ਵਿਸ਼ਾਲ ਨੂੰ ਉਹਨੂੰ ਵੇਖੋਗੇ, ਤੁਹਾਡੇ ਅੰਦਰ ਵਿਸ਼ਾਲਤਾ ਆਉਣੀ ਹੈ। ਇੱਕ ਆਪ ਜਸਟ ਸੋਚੋ, ਤੁਹਾਡੇ ਜੀਵਨ ਦੇ ਵਿੱਚ ਉਹਨਾਂ ਚਿਰ ਤੱਕ ਅਚਾਈ ਨਹੀਂ ਆਉਣੀ ਜਿੰਨਾ ਚਿਰ ਤੱਕ ਤੁਸੀਂ ਨਿਰਗੁਣ ਬ੍ਰਹਮ ਦੇ ਦਰਸ਼ਨ ਨਹੀਂ ਕਰਦੇ, ਉਹਦੇ ਚ ਪ੍ਰਵੇਸ਼ ਨਹੀਂ ਕਰਦੇ, ਉਹਦੇ ਵਿੱਚ ਆਪਣੀ ਸੁਰਤੀ ਕਾਦਰ ਨਹੀਂ ਕਰਦੇ। ਕਿਉਂਕਿ ਜੀਵਨ ਦੇ ਵਿੱਚ ਜਿਹੜੀ ਪੈਟਰਨ ਆ, ਜਿਹੜੀਆਂ ਸਾਡੀਆਂ ਆਦਤਾਂ ਨੇ, ਇਹ ਆਦਤਾਂ ਜਾਂ ਸੰਸਕਾਰ ਕਹਿ ਲਓ, ਇਹ ਉਹਨਾਂ ਚਿਰ ਖਤਮ ਨਹੀਂ ਨੇ ਜਿੰਨਾ ਚਿਰ ਤੱਕ ਇਹ ਬ੍ਰਹਮ ਲੀਨ ਨਹੀਂ ਹੁੰਦੇ। ਔਰ ਬ੍ਰਹਮ ਲੀਨ ਦੀ ਇਹੋ ਹੀ ਨਿਸ਼ਾਨੀ ਆ, ਜਦੋਂ ਤੁਸੀਂ ਸਵੈ ਵਿੱਚ ਅਸਤ ਹੋ ਗਏ, ਆਪਣੇ ਆਪ ਤੇ ਸਥਿਰ ਹੋ ਗਏ। ਬਾਣੀ ਚ ਇਹੋ ਕਿਹਾ ਗਿਆ, ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ। ਤੇ ਸਮਾਧੀ ਦੇ ਵਿੱਚ ਫਿਰ ਬ੍ਰਹਮ ਹੀ ਰਹਿ ਜਾਂਦਾ, ਉੱਥੇ ਅਸੀਂ ਨਹੀਂ ਹੁੰਦੇ। ਹੋਣਾ ਸਾਡਾ ਕੀ ਆ? ਸਾਡਾ ਆਪਣਾ ਹੋਣਾ ਹੀ ਰੁਕਾਵਟ ਹੈ। ਇਹ ਨਹੀਂ ਆ ਕਿ ਪ੍ਰਮਾਤਮਾ, ਜਿੱਦਾਂ ਇਹਨਾਂ ਲੋਕਾਂ ਨੇ ਫਾਲਸੀਫਾਈ ਕਰਤਾ ਨਾ, ਲੋਕੀ ਕਹਿੰਦੇ ਆ ਕਿ ਉੱਥੇ ਜੀ ਸਤਿਗੁਰੂ ਆਊਗਾ, ਉਹ ਪਤਾ ਨਹੀਂ ਕਿੱਥੇ ਤੁਹਾਨੂੰ ਲੱਦ ਕੇ ਲੈ ਕੇ ਜਾਊਗਾ, ਔਰ ਫਿਰ ਅੱਗੇ ਕਰਨਾ ਉਹਨੇ ਪਰ ਕਿੱਥੇ ਲੈ ਕੇ ਜਾਣਾ ਹੈ। ਇਹ ਸਾਰੀਆਂ ਬੁੱਧੀ ਦੇ ਕੰਮ ਨੇ। ਇੱਕ ਆਮ ਘਟੀਆ ਬੁੱਧੀ ਮੈਂ ਕਹਿ ਸਕਦਾ ਇਹਨੂੰ, ਬਹੁਤ ਥਰਡ ਕਲਾਸ ਬੁੱਧੀ, ਜਿੰਨੇ ਇਹ ਤੱਕ ਮੇਰੇ ਵਾਂਗੂ ਨਕਲੀ ਨਕਸ਼ਾ ਤਿਆਰ ਕਰਤਾ ਹੈ, ਉਹ ਚੀਜ਼ ਉੱਥੇ ਹੈ ਨਹੀਂ। ਇਹ ਜਿਹੜਾ ਬ੍ਰਹਮ ਹੀ ਹੈ ਸਾਰਾ, ਕੋਈ ਬ੍ਰਹਮ ਸਾਡੇ ਤੋਂ ਵੱਖ ਥੋੜੀ ਹੈ। ਰੱਬ ਤੇ ਤੋਂ ਵੱਖ ਨਹੀਂ, ਤੇਰੀ ਵੇਖਣ ਵਾਲੀ ਅੱਖ ਨਹੀਂ। ਰੱਬ ਤੋਂ ਬਿਨਾਂ ਕੋਈ ਜਿੰਦਾ ਰਹਿ ਸਕਦਾ? ਦੱਸੋ ਮੈਨੂੰ। ਪਰ ਉਹ ਬਾਣੀ ਆ ਫਿਰ ਥੱਲੇ ਤੁਕ ਚ ਬੋਲ ਰਹੀ ਆ, ਕੋਈ ਵੱਡੇ ਭਾਗਾਂ ਵਾਲਾ, ਕੋਈ ਵੱਡੇ ਭਾਗਾਂ ਵਾਲਾ। ਮਤਲਬ ਕੋਈ ਦਾ ਮਤਲਬ ਕੀ? ਕੋਟਨ ਚੇਕੀ ਹੁੰਦਾ ਵਾ, ਜਿਹੜਾ ਇੰਨੀ ਹਿੰਮਤ ਕਰਦਾ ਹੈ, ਜਿਹੜਾ ਭੀੜ ਚੋਂ ਬਾਹਰ ਆ ਕੇ ਆਪਣੇ ਸਵੈ ਚ ਅਸਤ ਹੋਣ ਦੇ ਲਈ ਸਾਧਨਾ ਕਰਦਾ ਹੈ। ਕੋਈ ਟਾਵਾਂ ਮਾਜ ਦਾ ਲਾਲ ਜਿਹੜਾ ਉਹ ਗਾਮੇ ਭਲਵਾਨ ਵਾਂਗੂ ਹੱਥ ਖੜਾ ਕਰਕੇ ਕਹਿੰਦਾ ਵੀ ਮੈਂ ਉਹਨੂੰ ਤਿਆਰ ਆ, ਮੈਂ ਭੀੜ ਚ ਨਹੀਂ ਜਾਵਾਂਗਾ, ਮੈਂ ਕਬੀਰ ਜੀ ਦੀ ਗੱਲ ਮੰਨਾਂਗਾ। ਕਹਿੰਦੇ ਇੱਕ ਔਖਟ ਘਾਟੀ ਰਾਮ ਕੀ ਤੈ ਚੜ ਰਹੇ ਕਬੀਰ। ਉਹ ਪੂਰੀ ਤੋਂ ਬੋਲੋ ਜੈਸਾ ਬੋਲੋ। ਹਾਂ, ਜਿਹ ਮਾਰਗ ਪੰਡਤ ਕਹੇ ਪਾਛੇ ਪੜੀ ਬਹੀਰ, ਇੱਕ ਔਖਟ ਘਾਟੀ ਰਾਮ ਕੀ ਤਹਿ ਚੜ ਰਹੇ ਹੋ ਕਬੀਰ।
ਹਾਂ ਕਹਿੰਦਾ ਵੀ ਭੀੜ ਦਾ ਹਿੱਸਾ ਨਹੀਂ ਬਣਿਆ। ਕਹਿੰਦਾ ਜਿੱਥੇ ਪੰਡਤ ਗਏ ਭੀੜਾਂ ਦੇ ਪੂਰਾਂ ਦੇ ਪੂਰ ਤੁਰੇ ਜਾਂਦੇ ਆ, ਇਹਨਾਂ ਵੀ ਚੱਲ ਜਾਣਾ ਸਾਰਿਆਂ ਨੇ, ਤੁਸੀਂ ਮਗਰ ਤੁਰੇ ਗਏ, ਤੁਹਾਨੂੰ ਵੀ ਲੈ ਜਾਣਾ ਇਹਨਾਂ ਨੇ। ਆਪ ਜਸਟ ਮਹਿਸੂਸ ਕਰੋ ਕਿਤੇ ਲੰਗਰ ਹਾਲ 'ਚ ਵੜੇ ਜੋ, ਤੁਹਾਡੀ ਇੱਛਾ ਤੋਂ ਬਿਨਾਂ ਹੀ ਤੁਹਾਨੂੰ ਲੰਗਰ ਅੱਜ ਧੱਕ ਦਿੰਦੇ ਨੇ, ਤੁਹਾਡੀ ਇੱਛਾ ਤੋਂ ਬਿਨਾਂ ਹੀ ਲੰਗਰ ਹਾਲ 'ਚ ਤੁਹਾਨੂੰ ਬਾਹਰ ਕੱਢ ਦਿੰਦੇ ਨੇ। ਆਪ ਜਸਟ ਟਰਾਈ ਕੀਤਾ ਕਿਤੇ ਜਾ ਕੇ ਵੇਖੋ, ਦਰਬਾਰ ਸਾਹਿਬ ਲੰਗਰ ਹਾਲ ਜਾਂਦੇ ਜਨੋ, ਤੁਸੀਂ ਖਲੋ, ਤੁਹਾਡਾ ਉੱਥੇ ਵਿੱਚ ਖਲੋਣਾ ਹੀ ਚਾਹੀਦਾ, ਤੁਸੀਂ ਖਲੋਣਾ ਹੈ ਬਸ, ਤੁਸੀਂ ਵਿੱਚ ਖਲੋਏ, ਉਹਨਾਂ ਨੇ ਆਪਣੇ ਆਪ ਹੀ ਪਤਾ ਹੀ ਤੁਹਾਨੂੰ ਉਹਦਾ ਲੱਗਣਾ ਜਦੋਂ ਤੂੰ ਬੂਹੇ ਦੇ ਅੰਦਰੋਂ ਲੰਘ ਕੇ। ਹੁਣ ਤੁਸੀਂ ਬਾਹਰ ਆਉਣਾ ਵਾ, ਤੁਹਾਨੂੰ ਪਤਾ ਨਹੀਂ ਲੱਗਣਾ, ਭੀੜ ਨੇ ਤੁਹਾਨੂੰ ਬਾਹਰ ਕੱਢ ਦੇਣਾ। ਇਹ ਭੀੜ ਦੇ ਵਿੱਚ ਨਹੀਂ ਜਾਣਾ, ਇਹ ਭੀੜ ਜਿੱਥੇ ਜਾਊਗੀ ਤੁਹਾਨੂੰ ਲੈ ਜਾਣਾ, ਕਿਉਂਕਿ ਤੁਹਾਡੇ ਤੋਂ ਜ਼ਿਆਦਾ ਸ਼ਕਤੀ ਉਹਨਾਂ ਕੋਲ ਆ, ਕਿਉਂਕਿ ਉਹ ਕਾਫੀ ਨੇ ਮਨਮੁਖ ਬਹੁਤ ਜ਼ਿਆਦਾ ਨੇ। ਚੱਲਣਾ ਡੰਕਾ ਉਹਦਾ ਹੀ ਆ ਜਿੱਥੇ ਭੀੜ ਹੈ, ਔਰ ਆਪਾਂ ਭੀੜ ਤੋਂ ਦੂਰ ਰਹਿਣਾ। ਔਰ ਤਾਈਓ ਕਬੀਰ ਜੀ ਕਹਿੰਦੇ ਕਿ ਮੈਂ ਇਕੱਲਾ ਚੜ੍ਹਨੇ, ਕਿਉਂਕਿ ਅੰਦਰ ਤੁਹਾਨੂੰ ਇਕੱਲੇ ਨੂੰ ਜਾਣਾ ਪੈਣਾ। ਉੱਥੇ ਮੈਂ ਨਹੀਂ ਜਾ ਸਕਦਾ, ਨਾ ਨਿੱਜਰ ਸਾਹਿਬ ਜਾ ਸਕਦੇ, ਨਾ ਤੁਹਾਡੇ ਮਾਂ ਪਿਓ, ਇੱਥੋਂ ਤੱਕ ਤੁਹਾਡੀ ਜਿਹੜੀ ਆਇਡੈਂਟੀਟੀ ਉਹ ਵੀ ਨਹੀਂ ਜਾ ਸਕਦੀ। ਤੁਸੀਂ ਬੰਦੇ ਹੋ ਜਾਂ ਔਰਤ ਹੋ, ਤੁਹਾਨੂੰ ਉੱਥੇ ਬੋਧ ਨਹੀਂ ਰਹਿ ਜਾਣਾ। ਬਿਲਕੁਲ, ਬਹੁਤ ਇਹਨਾਂ ਨਹੀਂ ਪਤਾ ਤੁਹਾਡਾ। ਹਾਂ ਨਿੱਜਰ ਸਾਹਿਬ, ਬਹੁਤ ਵਧੀਆ ਜੀ, ਬਹੁਤ ਵਧੀਆ। ਗੁਰਕੀ ਸਾਹਿਬ ਅੱਜ ਦੀ ਕਥਾ ਜਿਹੜੀ ਹੈ ਨਾ ਕਮਾਲ ਦੀ ਹੈ, ਇਹਨੂੰ ਬਾਰ-ਬਾਰ ਸੁਣਨਾ ਪਊਗਾ ਤੇ ਤਾਂ ਜਿਹੜੇ ਆਪਾਂ ਕੀ ਹੈ ਜਿਹੜਾ ਹੈਗਾ ਜੀਵਨ ਆਪਣਾ ਹੈਗਾ ਪਾਈ, ਔਰ ਇਹਨੂੰ ਜਿੰਨੇ ਜਲਦੀ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਇਹਦਾ ਉਪਯੋਗ ਕਰ ਲਈਏ, ਇਹੀ ਬੇਨਤੀ ਹੈਗੀ। ਠੀਕ ਹੈ ਜੀ, ਅੱਜ ਦੇ ਵਿਚਾਰ ਇੱਥੇ ਸਮਾਪਤ ਕਰੀਏ ਸਾਧ ਸੰਗਤ ਜੀ। ਬਿਲਕੁਲ, ਬਹੁਤ ਵਧੀਆ ਗੁਰਕੀ ਸਾਹਿਬ।